ਹੈਲੋ ਗਾਇਜ਼, ਬੱਚੇ ਸੈਸ਼ਨ 13 ਕਰਾਂਗੇ ਆਪਾਂ। 13 ਦੇ ਵਿੱਚ ਸਪੈਸ਼ਲ ਇੱਕ ਚੀਜ਼ ਆਉਣ ਵਾਲੀ ਹੈ ਹੁਣ GST। ਠੀਕ ਹੈ, ਲਾਸਟ ਆਪਾਂ ਨੇ ਜਿੱਥੋਂ ਡਿਸਕੰਟੀਨਿਊ ਕੀਤਾ ਸੀ ਬੱਚੇ, ਜਿੱਥੋਂ ਲੀਵ ਕੀਤਾ ਸੀਗਾ, ਉਹ ਇਹ ਚੀਜ਼ਾਂ ਸੀਗੀਆਂ ਵੀ ਡਿਫਰੈਂਟ ਕਾਸਕੇਡਿੰਗ ਇਫੈਕਟ ਹਲੇ ਵੀ ਹੈਗੇ ਨੇ, ਕਿਉਂਕਿ ਡਿਫਰੈਂਟ ਚੀਜ਼ਾਂ 'ਤੇ ਟੈਕਸੇਸ਼ਨ ਲੱਗਦੀ ਹੈਗੀ। ਅਗੇਨ ਫਿਰ ਉਹੀ ਟੈਕਸੇਸ਼ਨ ਸਾਰੀ ਉਹੀ ਪ੍ਰਾਈਸ ਜਿਹੜਾ ਹੈਗਾ ਆਪਣਾ ਫਾਈਨਲ ਪ੍ਰੋਡਕਟ ਦੇ ਵਿੱਚ ਜਦੋਂ ਆਪਾਂ ਐਡ ਕਰਦੇ ਹਾਂ ਤਾਂ ਟੈਕਸ ਔਨ ਟੈਕਸ ਹਲੇ ਵੀ ਹੈਗਾ। ਠੀਕ ਹੈ, ਤਾਂ ਮਤਲਬ ਆਪਾਂ ਨੇ ਮੈਕਸਿਮਮ ਕੋਸ਼ਿਸ਼ ਕਰ ਲਈ, ਐਕਸਾਈਜ਼ ਤੋਂ ਹਟਾਤਾ, ਸਰਵਿਸ ਟੈਕਸ ਤੋਂ ਹਟਾਤਾ, ਹੈ ਨਾ, ਸੇਲਸ ਟੈਕਸ ਤੋਂ ਹਟਾਤਾ, ਕਾਸਕੇਡਿੰਗ ਹਟਾਤੀ, ਬਟ ਇਹ ਜਿਹੜੀਆਂ ਇਨਵਿਜ਼ੀਬਲ ਜਿਹੀਆਂ ਚੀਜ਼ਾਂ ਨੇਗੀਆਂ ਇਹਨਾਂ ਤੋਂ ਆਪਾਂ ਨਹੀਂ ਹਟਾ ਪਾ ਰਹੇ ਸੀਗੇ। ਠੀਕ ਹੈ, ਹੁਣ ਇਹਨਾਂ ਸਭ ਤੋਂ ਕਾਸਕੇਡਿੰਗ ਹਟਾਉਣ ਵਾਸਤੇ ਬੱਚੇ ਆਪਾਂ ਨੇ ਕੀ ਕੀਤਾ, ਇਹਨਾਂ ਮੈਕਸਿਮਮ ਚੀਜ਼ਾਂ ਨੂੰ ਆਪਾਂ ਨੇ GST ਦੇ ਵਿੱਚ ਸਬਜ਼ਿਊਮ ਕਰ ਲਿਆ, ਤਾਂ ਕਿ ਹੁਣ ਜਦੋਂ ਸਾਰਾ ਆਪਾਂ ਨੂੰ ਜਿਹੜੀ ਕਿ ਇਨਪੁਟ ਟੈਕਸ ਹਰ ਇੱਕ ਚੀਜ਼ ਦਾ ਜਿਹੜਾ ITC ਮਿਲੇ ਆਪਾਂ ਨੂੰ। ਠੀਕ ਹੈ, ਤਾਂ GST ਦੇ ਵਿੱਚ ਇਹੀ ਫਾਇਦਾ ਹੈ ਕਿ ਆਪਾਂ ਨੂੰ ਹਰ ਛੋਟੀ ਵੱਡੀ ਚੀਜ਼ ਦਾ ਇਨਪੁਟ ਟੈਕਸ ਕ੍ਰੈਡਿਟ ਮਿਲਦਾ ਹੈ। ਠੀਕ ਹੈ ਜੀ, ਤਾਂ ਸਟਾਰਟ ਕਰਦੇ ਬੱਚੇ GST। ਸੈਸ਼ਨ 13 ਤੋਂ ਸਟਾਰਟ ਕਰਦੇ ਆਪਣਾ GST, ਗੁਡਸ ਐਂਡ ਸਰਵਿਸ ਟੈਕਸ। ਇੱਕ ਟਾਈਮਲਾਈਨ ਦੇਖ ਲੈਣਾ ਬੇਸਿਕਲੀ ਆਪਾਂ ਛੋਟੀ ਜੀ। ਠੀਕ ਹੈ, ਕਿ 1986 ਦੇ ਵਿੱਚ ਬੱਚੇ ਆਪਾਂ ਮੋਡ ਵੈਟ ਲੈ ਗਏ। ਪਹਿਲਾਂ ਆਪਣੇ ਕੋਲ ਸੀਗਾ ਐਕਸਾਈਜ਼। ਠੀਕ ਹੈ, ਐਕਸਾਈਜ਼ ਤੋਂ ਕਿਉਂਕਿ ਆਪਾਂ ਨੇ ਦੇਖਿਆ ਸੀ ਵੀ ਐਕਸਾਈਜ਼ ਦੇ ਵਿੱਚ ਕਾਸਕੇਡਿੰਗ ਲੱਗਦੀ ਹੈ, ਤਾਂ ਫਿਰ ਆਪਾਂ ਮੋਡ ਵੈਟ ਲੈ ਆਏ ਸੀਗੇ। ਬਟ ਫਿਰ ਆਪਾਂ ਦੇਖਿਆ ਸੀ ਕਿ ਮੋਡ ਵੈਟ ਦੇ ਵਿੱਚ ਵੀ ਸਰਵਿਸ ਵਾਲਾ ਹਲੇ ਵੀ ਨਹੀਂ, ਹਲੇ ਵੀ ਕਾਸਕੇਡਿੰਗ ਹੋ ਰਹੀ ਸੀ, ਤਾਂ ਸਰਵਿਸ ਵਾਲਾ ਵੀ ਐਡ ਕੀਤਾ ਆਪਾਂ ਨੇ ਸੈਨ ਵੈਟ ਦੇ ਵਿੱਚ। 2002 ਦੇ ਵਿੱਚ ਆਪਾਂ ਸੈਨ ਵੈਟ ਲੈ ਕੇ ਆਏ। 2005 ਦੇ ਵਿੱਚ ਬੱਚੇ ਜਿਹੜੀਆਂ ਸਟੇਟਸ ਸੀਗੀਆਂ ਸਾਰੀਆਂ ਪੰਜਾਬ ਹਰਿਆਣਾ ਵਰਗੀਆਂ, ਉਹ ਆਪਣਾ ਵੈਟ ਸਿਸਟਮ ਲੈ ਕੇ ਆਈਆਂ, ਵੈਲਿਊ ਐਡਡ ਟੈਕਸ। ਠੀਕ ਹੈ, ਪਹਿਲਾਂ ਉਹਨਾਂ ਕੋਲ ਕੀ ਸੀਗਾ, ਸੇਲ ਟੈਕਸ ਸੀਗਾ। ਪਹਿਲਾਂ ਸਟੇਟਸ ਕੋਲ ਕੀ ਸੀਗਾ, ਸੇਲਸ ਟੈਕਸ, ਫਿਰ ਸੇਲ ਟੈਕਸ ਹਟਾ ਕੇ ਕੀ ਲੈ ਕੇ ਆਈਆਂ ਸਟੇਟਸ, ਵੈਟ ਲੈ ਕੇ ਆਈਆਂ। ਠੀਕ ਹੈ, ਹੁਣ ਜਦੋਂ ਸਟੇਟਸ ਨੇ ਆਪਣਾ ਨਾਮ ਵੈਟ ਰੱਖ ਲਿਆ, ਤਾਂ ਹੁਣ ਜਿਹੜਾ ਅਸੀਂ ਸੈਨ ਵੈਟ ਰੱਖਿਆ ਸੀ ਅਸੀਂ ਦੁਬਾਰਾ ਫਿਰ ਇਹਨੂੰ ਐਕਸਾਈਜ਼ ਕਹਿਣ ਲੱਗੇ। ਠੀਕ ਹੈ, ਪਹਿਲਾਂ ਵੀ ਐਕਸਾਈਜ਼ ਹੀ ਸੀਗਾ, ਫਿਰ ਆਪਾਂ ਨੇ ਮੋਡ ਵੈਟ ਕਰ ਲਿਆ ਸੀ, ਫਿਰ ਸੈਨ ਵੈਟ, ਬਟ ਹੁਣ ਜਦੋਂ ਸਟੇਟਸ ਨੇ ਵੀ ਵੈਟ ਰੱਖ ਲਿਆ ਤਾਂ ਆਪਾਂ ਨਾਮ ਰੱਖਦਾ ਬੱਚੇ ਉਹ ਐਕਸਾਈਜ਼। ਠੀਕ ਹੈ, ਅਗੇਨ ਹੁਣ ਆਪਾਂ ਐਕਸਾਈਜ਼ ਡਿਊਟੀ ਹੀ ਕਹਿਣ ਲੱਗੇ ਸੀ ਉਹਨੂੰ। ਠੀਕ ਹੈ, ਹੁਣ ਇਹਦਾ ਕੁਛ ਹੈਗੀ ਹੈ ਟਾਈਮਲਾਈਨ। ਨੈਕਸਟ ਆਪਾਂ ਕਰਦੇ ਹਾਂ ਹੁਣ GST ਬਾਰੇ ਸਪੈਸੀਫਿਕਲੀ। ਕਿ ਸਭ ਤੋਂ ਪਹਿਲਾਂ 2004 ਦੇ ਵਿੱਚ ਕੇਲਕਰ ਕਮੇਟੀ ਨੇ ਕੁਛ ਇਹੋ ਜਿਹੀਆਂ ਸਿਫਾਰਿਸ਼ਾਂ ਕੀਤੀਆਂ, ਰਿਕਮੈਂਡੇਸ਼ਨ ਦਿੱਤੀਆਂ ਕਿ ਹਾਂ GST ਵਰਗੀ ਕੋਈ ਚੀਜ਼ ਆਪਣੇ ਦੇਸ਼ ਦੇ ਵਿੱਚ ਹੋਣੀ ਚਾਹੀਦੀ। ਪਹਿਲੀ ਵਾਰ 2010 ਵਿੱਚ ਕੀ ਹੈ, ਚਿਦੰਬਰਮ ਸਾਹਿਬ ਨੇ, ਜਦੋਂ UPA ਦੀ ਸਰਕਾਰ ਸੀਗੀ, ਚਿਦੰਬਰਮ ਸਾਹਿਬ ਨੇ 2010 ਨੂੰ ਇੱਕ ਟਾਰਗੇਟ ਰੱਖਿਆ ਸੀਗਾ ਕਿ ਹਾਂਜੀ 2010 ਤੱਕ ਆਪਾਂ GST ਨੂੰ ਇੰਪਲੀਮੈਂਟ ਕਰ ਦਾਂਗੇ। ਠੀਕ ਹੈ, ਇੱਕ ਟਾਰਗੇਟ ਰੱਖਿਆ ਸੀ, ਮਤਲਬ ਜਲਦੀ ਤੋਂ ਜਲਦੀ ਕਰਨਾ ਚਾਹੁੰਦੇ ਸੀਗੇ। ਫਾਈਨਲੀ ਬੱਚੇ 2016 ਦੇ ਵਿੱਚ ਆਪਣਾ 101 ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਪਾਸ ਕੀਤਾ ਗਿਆ। ਬਹੁਤ ਇੰਪੋਰਟੈਂਟ ਅਮੈਂਡਮੈਂਟ ਹੈ ਇਹ। ਠੀਕ ਹੈ, ਯਾਦ ਕਰਨਾ ਹੈ ਕਿ ਜਿਹੜੀ GST ਵਾਲੀ ਅਮੈਂਡਮੈਂਟ ਹੈ ਕਿਹੜੀ, ਉਹ 101 ਹੈਗੀ। ਠੀਕ ਹੈ, ਇਹਦੇ ਨਾਲ ਬੱਚੇ ਤੁਹਾਨੂੰ ਪੋਲਿਟੀ ਵਾਲਾ ਪੋਰਸ਼ਨ ਥੋੜ੍ਹਾ ਕਰਾ ਦਿੰਦਾ ਮੈਂ, ਕਰਾਉਂਦਾ ਨਹੀਂ ਮਤਲਬ ਦੱਸ ਰਿਹਾ ਮੈਂ ਤੁਹਾਨੂੰ। 100th 101 102 103 104 ਇਹ 5 ਅਮੈਂਡਮੈਂਟ ਤੁਹਾਡੇ ਯਾਦ ਹੋਣੀ ਚਾਹੀਦੀਆਂ, ਤੁਹਾਡੇ ਟਿਪਸ ਦੇ ਉੱਪਰ ਹੋਣੀਆਂ ਚਾਹੀਦੀਆਂ ਸੀਗੀਆਂ। ਤੁਸੀਂ ਪਲੀਜ਼ ਕੱਲੀ ਨੂੰ ਗੂਗਲ ਕਰਕੇ ਦੇਖੋ ਬੱਚੇ। 101 ਤਾਂ GST ਹੋ ਗਈ, ਬਾਕੀ ਵੀ ਸਾਰੀਆਂ ਦੇਖੋ ਬੱਚੇ ਕੀ ਕੁਛ ਹੈ। ਲੈਂਡ ਬਾਊਂਡਰੀ ਐਗਰੀਮੈਂਟ ਹੈ ਨਾ, ਇਹ NCBC ਆ ਗਿਆ। ਠੀਕ ਹੈ ਜੀ, ਇਹਦੇ ਵਿੱਚ ਇੱਕ EWS ਵਾਲਾ ਕੋਟਾ ਆ ਗਿਆ। ਠੀਕ ਹੈ ਜੀ, ਇਹਦੇ ਵਿੱਚ ਕੀ ਹੈ ਬੱਚੇ, ਜਿਹੜੀ ਪਾਰਲੀਮੈਂਟ ਦੇ ਵਿੱਚ ਆਪਣੇ ਕੋਲੇ ਰਿਜ਼ਰਵੇਸ਼ਨ ਹੈ ਉਹ ਐਕਸਟੈਂਡ ਕੀਤੀ ਆਪਣੇ 2030 ਤੱਕ। ਤਾਂ ਪਲੀਜ਼ ਇਹ ਤੁਸੀਂ ਸਾਰੇ ਇੱਕ ਵਾਰੀ ਗੂਗਲ ਕਰਕੇ ਡਿਟੇਲ ਦੇ ਵਿੱਚ ਦੇਖ ਲੈਣਾ ਕਿ ਇਹਦੇ ਵਿੱਚ ਕੀ ਕੁਛ ਹੈ। ਠੀਕ ਹੈ, ਬਾਕੀ ਅਗਰ ਪੋਲਿਟੀ ਵਾਲੇ ਤੁਸੀਂ ਕਰ ਰਹੇ ਹੋ ਤਾਂ ਪੋਲਿਟੀ ਵਿੱਚ ਤੁਹਾਡਾ ਹੋ ਜਾਊਗਾ ਉਹ ਚੀਜ਼। ਠੀਕ ਹੈ, ਤਾਂ ਇਹ 5 ਅਮੈਂਡਮੈਂਟਸ ਕਾਫੀ ਇੰਪੋਰਟੈਂਟ ਨੇ, ਮੈਂ ਤੁਹਾਨੂੰ ਇਹ ਤਾਂ ਦੱਸ ਰਿਹਾ, ਤੁਸੀਂ ਇਹਨੂੰ ਦੇਖ ਲੈਣਾ ਪਲੀਜ਼ ਬਾਰ-ਬਾਰ। ਤਾਂ 2016 ਦੇ ਵਿੱਚ ਆਪਾਂ ਨੇ ਬੱਚੇ ਅਮੈਂਡਮੈਂਟ ਪਾਸ ਕਰਤੀ, ਅਤੇ ਫਾਈਨਲੀ 2017 ਦੇ ਵਿੱਚ 1 ਜੁਲਾਈ ਨੂੰ ਬੱਚੇ ਆਪਣਾ ਜਿਹੜਾ GST ਉਹ ਇੰਪਲੀਮੈਂਟ ਹੋ ਗਿਆ। ਔਰ ਅੱਧੀ ਰਾਤ ਨੂੰ ਬੱਚੇ ਸਾਰਾ ਪਾਰਲੀਮੈਂਟ ਸੈਸ਼ਨ ਜਿਹੜਾ ਇਕੱਠਾ ਹੋਇਆ ਸੀਗਾ, ਰਾਤ ਨੂੰ 12 ਵਜੇ, ਜਦੋਂ 1 ਜੁਲਾਈ ਨੂੰ GST ਨੂੰ ਇੰਪਲੀਮੈਂਟ ਕਰਨਾ ਸੀ, ਤਾਂ ਰਾਤ ਨੂੰ 12 ਵਜੇ ਪਾਰਲੀਮੈਂਟ ਇਕੱਠੀ ਹੋਈ ਸੀ ਇਸ ਚੀਜ਼ ਨੂੰ ਵਿਟਨੈਸ ਕਰਨ ਵਾਸਤੇ। ਠੀਕ ਹੈ, ਤਾਂ ਇੰਪੋਰਟੈਂਟ ਚੀਜ਼ ਸੀ ਮਤਲਬ ਕਾਫੀ GST। ਦੇਖ ਲੈਣਾ ਬੱਚੇ ਥੋੜੀ ਇੰਟਰੋਡਕਸ਼ਨ। ਪਹਿਲੀ ਗੱਲ ਤਾਂ ਦੇਖੋ GST ਕੀ ਹੈ, ਇੱਕ ਤਰ੍ਹਾਂ ਦਾ ਇਨਡਾਇਰੈਕਟ ਟੈਕਸ ਹੈਗਾ। ਬਰਡਨ ਤੁਹਾਡੇ ਉੱਪਰ ਪੈ ਰਿਹਾ, ਜੋ ਤੁਸੀਂ ਰੈਸਟੋਰੈਂਟ 'ਚ ਖਾਣਾ ਖਾਂਦੇ ਹੋ ਬਰਡਨ ਤੁਹਾਡੇ ਉੱਪਰ ਪੈ ਰਿਹਾ। ਬਟ ਜਿਹੜਾ ਇੰਸੀਡੈਂਸ ਹੈ, ਆਪਾਂ ਗੱਲ ਕੀਤੀ ਸੀ ਕੱਲ੍ਹ ਬਰਡਨ ਅਤੇ ਇੰਸੀਡੈਂਸ ਦੀ, ਜਦੋਂ ਆਪਾਂ ਡਾਇਰੈਕਟ ਅਤੇ ਇਨਡਾਇਰੈਕਟ ਦੀ ਗੱਲ ਕਰਦੇ ਸੀ, ਬਰਡਨ ਅਤੇ ਇੰਸੀਡੈਂਸ ਦੀ ਗੱਲ ਕਰਦੇ ਸੀ ਆਪਾਂ, ਕਿ ਬਰਡਨ ਪੈਂਦਾ ਕੰਜ਼ਿਊਮਰ 'ਤੇ GST ਦਾ। ਠੀਕ ਹੈ, ਤੁਹਾਡੇ ਉੱਪਰ ਪੈ ਰਿਹਾ, ਬਟ ਪੇ ਕੌਣ ਕਰਦਾ, ਇੰਸੀਡੈਂਸ ਕਿਹਦੇ ਉੱਪਰ ਹੈ, ਜਿਹੜਾ ਓਨਰ ਹੈਗਾ, ਦੁਕਾਨਦਾਰ ਹੈ, ਸ਼ੌਪਕੀਪਰ ਹੈਗਾ। ਠੀਕ ਹੈ, ਇਹ ਚੀਜ਼ ਸੇ ਸ਼ੌਪਕੀਪਰ। ਠੀਕ ਹੈ ਜੀ, ਤਾਂ ਇਸੇ ਕਰਕੇ ਇਹ ਇਨਡਾਇਰੈਕਟ ਟੈਕਸ ਹੈ, ਔਰ ਕਈ ਸਾਰੇ ਇਨਡਾਇਰੈਕਟ ਟੈਕਸ ਇਹਦੇ ਵਿੱਚ ਆਪਾਂ ਨੇ ਸਬਜ਼ਿਊਮ ਕਰ ਲਏ। ਠੀਕ ਹੈ, ਆਪਾਂ ਪੜਾਂਗੇ ਕਿਹੜੇ। ਠੀਕ ਹੈ, ਇਹ ਸਾਰਾ ਕੁਝ ਪੜਾਂਗੇ ਆਪਾਂ। ਤਾਂ ਰਾਜੇ ਇਸ ਤਰੀਕ ਨੂੰ ਪਾਰਲੀਮੈਂਟ ਦੇ ਵਿੱਚ ਪਾਸ ਹੋਇਆ। ਤਾਂ ਕਈ ਵਾਰੀ ਇਹੋ ਜਿਹੀਆਂ ਡੇਟਸ ਵਗੈਰਾ ਵੀ ਪੁੱਛ ਲੈਂਦੇ ਨੇ ਪੰਜਾਬ ਦੇ ਐਗਜ਼ਾਮ ਦੇ ਵਿੱਚ। ਤਾਂ 29 ਮਾਰਚ 2017 ਨੂੰ ਪਾਸ ਕੀਤਾ ਗਿਆ ਪਾਰਲੀਮੈਂਟ ਦੁਆਰਾ। ਇੰਪਲੀਮੈਂਟ ਕਦੋਂ ਹੋਇਆ ਬੱਚੇ, 1 ਜੁਲਾਈ 2017 ਦੇ ਵਿੱਚ। GST ਕੀ ਹੈ ਬੱਚੇ, ਮਲਟੀ ਸਟੇਜ ਹੈਗਾ, ਡੈਸਟੀਨੇਸ਼ਨ ਬੇਸਡ ਟੈਕਸ ਹੈ। ਕੀ ਮਤਲਬ ਇਹਦਾ, ਮਲਟੀ ਸਟੇਜ ਦਾ ਕੀ ਮਤਲਬ ਹੈ ਕਿ ਹਰ ਸਟੇਜ ਦੇ ਉੱਪਰ GST ਲੱਗਦਾ ਹੈਗਾ। ਠੀਕ ਹੈ, ਮਤਲਬ ਕੋਈ ਚੀਜ਼ ਬਣ ਰਹੀ ਹੈ ਬੱਚੇ, ਹਰ ਮਤਲਬ
स्टील तो बच्चे टायर मतलब कार बनूगी, कार तो कुछ और बनूगा है ना, मतलब ਜਿਹੜੀ ਵੀ ਵੈਲਿਊ ਐਡੀਸ਼ਨ ਹੋ ਰਹੀ ਹੈ ਮਤਲਬ ਹਰ ਸਟੇਜ ਤੇ ਤੁਹਾਡਾ ਕੀ ਹੈ ਬੱਚੇ ਟੈਕਸ ਲੱਗੂ, ਜੀਐਸਟੀ ਲੱਗੂਗਾ। ਔਰ ਇਹ ਡੈਸਟੀਨੇਸ਼ਨ ਬੇਸਡ ਹੈਗਾ, ਮਤਲਬ ਕੀ ਹੈ ਜੇ ਗੁਜਰਾਤ ਤੋਂ ਨੈਨੋ ਜਾ ਰਹੀ ਹੈ, ਕੋਈ ਗੱਡੀ ਜਾ ਰਹੀ ਹੈ ਯੂਪੀ ਦੇ ਵਿੱਚ, ਤਾਂ ਜਿੱਥੇ ਜਾ ਰਹੀ ਹੈਗੀ ਉੱਥੇ ਜਾ ਕੇ ਟੈਕਸ ਲੱਗੂਗਾ, ਠੀਕ ਹੈ। ਕੰਜ਼ੰਪਸ਼ਨ ਬੇਸਡ ਟੈਕਸ ਕਹਿੰਦੇ ਨੇ ਆਪਾਂ, ਵੀ ਜਿੱਥੇ ਕੰਜ਼ਿਊਮ ਹੋ ਰਹੀ ਹੈ, ਜਿੱਥੇ ਐਕਚੁਅਲ ਦੇ ਵਿੱਚ ਕਸਟਮਰ ਨੂੰ ਮਿਲੂਗੀ ਉੱਥੇ ਜਾ ਕੇ ਆਪਾਂ ਟੈਕਸ ਲਵਾਂਗੇ, ਠੀਕ ਹੈ। ਉੱਥੇ ਜਾ ਕੇ ਟੈਕਸ ਲਵਾਂਗੇ, ਨਾ ਕਿ ਓਰੀਜਨ ਸਟੇਟ ਤੋਂ। ਓਰੀਜਨ ਕਿੱਥੋਂ ਹੋਇਆ ਸੀ? ਗੁਜਰਾਤ ਤੋਂ। ਜੇ ਆਪਾਂ ਨੈਨੋ ਦੀ ਗੱਲ ਕਰੀਏ ਤਾਂ ਨੈਨੋ ਦਾ ਪਲਾਂਟ ਗੁਜਰਾਤ ਦੇ ਵਿੱਚ ਸੀਗਾ। ਗੁਜਰਾਤ ਤੋਂ ਜਦੋਂ ਐਕਸਪੋਰਟ ਮਤਲਬ ਬਾਹਰ ਜਾਊਗੀ ਯੂਪੀ ਦੇ ਵਿੱਚ, ਯੂਪੀ ਦਾ ਕੋਈ ਕਸਟਮਰ ਖਰੀਦੂਗਾ, ਫਿਰ ਉਹਨੂੰ ਜੀਐਸਟੀ ਲੱਗੂ ਉੱਥੇ, ਠੀਕ ਹੈ, ਫਿਰ ਲੱਗੂਗਾ। ਤਾਂ ਆਪਾਂ ਗੱਲ ਕਰਦੇ ਹਾਂ, ਤਾਂ ਇੱਕ ਡੈਸਟੀਨੇਸ਼ਨ ਬੇਸਡ ਟੈਕਸ ਹੈ, ਇਹ ਧਿਆਨ ਰੱਖਣਾ, ਇਹ ਵਰਡ ਬਹੁਤ ਜ਼ਰੂਰੀ ਹੈ, ਮਲਟੀ ਸਟੇਜ ਡੈਸਟੀਨੇਸ਼ਨ ਬੇਸਡ ਟੈਕਸ। ਹੁਣ ਬੱਚੇ ਆਪਣੇ ਕੋਲ ਇੱਕ ਜੀਐਸਟੀ ਕਾਊਂਸਲ ਹੈਗੀ ਹੈ, ਇੱਕ ਬਹੁਤ ਵਧੀਆ ਸਟਰਕਚਰ ਬਣਾਇਆ, ਜਿਵੇਂ ਆਪਣੇ ਕੋਲ ਫਾਈਨਾਂਸ ਕਮਿਸ਼ਨ ਹੈ ਨਾ ਆਰਟੀਕਲ 280 ਦੇ ਅੰਡਰ, ਉਸੇ ਤਰ੍ਹਾਂ ਇੱਕ ਹੋਰ ਬੋਡੀ ਬਣਾਈ ਆਪਣੇ ਨਵੀਂ ਜੀਐਸਟੀ ਕਾਊਂਸਲ। ਦੇਖ ਲੈਣਾ ਕੀ ਚੀਜ਼ ਹੈ। ਸਭ ਤੋਂ ਪਹਿਲਾਂ ਤਾਂ ਬੱਚੇ ਪ੍ਰੈਜ਼ੀਡੈਂਟ ਸੈਟਅਪ ਕਰਦੇ ਨੂੰ, ਇਹ ਕਾਫੀ ਇੰਪੋਰਟੈਂਟ ਹੈ, ਪੇਪਰ ਦੇ ਵਿੱਚ ਇਹੀ ਪੁੱਛ ਲੈਂਦੇ ਨੇ ਕਿ ਜੀਐਸਟੀ ਕਾਊਂਸਲ ਨੂੰ ਕੌਣ ਸੈਟਅਪ ਕਰਦਾ, ਤਾਂ ਪ੍ਰੈਜ਼ੀਡੈਂਟ ਸੈਟਅਪ ਕਰਦਾ ਪਹਿਲੀ ਗੱਲ। ਦੂਸਰਾ ਬੱਚੇ ਇਹ ਇੱਕ ਕੌਨਸਟੀਟਿਊਸ਼ਨਲ ਬੋਡੀ ਹੈਗੀ, ਇਹ ਇੱਕ ਸੰਵਿਧਾਨਿਕ ਬੋਡੀ ਹੈ, ਕਿਉਂਕਿ ਸੰਵਿਧਾਨ ਦੇ ਵਿੱਚ ਇਹਦਾ ਜ਼ਿਕਰ ਹੈਗਾ, ਆਰਟੀਕਲ 279A ਇਹਦਾ ਆਰਟੀਕਲ ਹੈ, ਅਤੇ ਇਸੇ ਕਰਕੇ ਇਹ ਇੱਕ ਕੌਨਸਟੀਟਿਊਸ਼ਨਲ ਬੋਡੀ ਹੈਗੀ, ਕੌਨਸਟੀਟਿਊਸ਼ਨਲ ਬੋਡੀ ਹੈ ਇਹ, ਠੀਕ ਹੈ ਜੀ। ਇਹਦੇ ਚੇਅਰਮੈਨ ਜਿਹੜਾ ਹੈਗਾ ਉਹ ਫਾਈਨਾਂਸ ਮਿਨਿਸਟਰ ਹੈ, ਕਾਹਦਾ? ਕੇਂਦਰ ਵਾਲਾ, ਜਿਵੇਂ ਆਪਣੀ ਨਿਰਮਲਾ ਸੀਤਾਰਮਨ ਹੋਗੀ, ਠੀਕ ਹੈ, ਉਹ ਆਪਣੀ ਚੇਅਰਮੈਨ ਹੈ ਇਸ ਕਮੇਟੀ ਦੀ, ਇਸ ਜੀਐਸਟੀ ਕਾਊਂਸਲ ਦੀ। ਇੱਕ ਵਾਈਸ ਚੇਅਰਮੈਨ ਹੁੰਦਾ ਬੱਚੇ, ਸਾਰੇ ਸਟੇਟ ਦੇ ਜਿੰਨੇ ਵੀ ਫਾਈਨਾਂਸ ਮਿਨਿਸਟਰ ਨੇ ਉਹ ਇਸ ਬੋਡੀ ਦੇ ਮੈਂਬਰ ਨੇ ਪਹਿਲੀ ਗੱਲ ਤਾਂ, ਅਤੇ ਉਹਨਾਂ ਸਟੇਟ ਦੇ ਫਾਈਨਾਂਸ ਮਿਨਿਸਟਰਾਂ ਦੇ ਵਿੱਚੋਂ ਇੱਕ ਬੰਦੇ ਨੂੰ ਵਾਈਸ ਚੇਅਰਮੈਨ ਵੀ ਚੁਣਿਆ ਜਾਂਦਾ। ਬਟ ਇਹ ਹਮੇਸ਼ਾ ਡਿਬੇਟ ਬਣੀ ਰਹਿੰਦੀ ਹੈ, ਕਿਉਂਕਿ ਹੁਣ ਕਾਫੀ ਟਾਈਮ ਹੋ ਗਿਆ ਕਿਸੇ ਵੀ ਸਟੇਟ ਤੋਂ ਕੋਈ ਵੀ ਫਾਈਨਾਂਸ ਚੇਅਰਮੈਨ ਜਿਹੜਾ ਵਾਈਸ ਚੇਅਰਮੈਨ ਉਹ ਨਹੀਂ ਚੁਣਿਆ ਗਿਆ, ਤਾਂ ਵਾਈਸ ਚੇਅਰਮੈਨ ਦੀ ਪੋਸਟ ਕਾਫੀ ਟਾਈਮ ਤੋਂ ਖਾਲੀ ਪਈ ਹੈ, ਔਰ ਇਸੇ ਕਰਕੇ ਸਟੇਟ ਅਤੇ ਸੈਂਟਰ ਦੇ ਵਿੱਚ ਕਾਫੀ ਤਕਰਾਰ ਵੀ ਰਹਿ ਰਹੀ ਹੈ ਵੀ ਤੁਸੀਂ ਕਿਉਂ ਨਹੀਂ ਵਾਈਸ ਚੇਅਰਮੈਨ ਨੂੰ ਚੁਣ ਪਾ ਰਹੇ ਹੈਗੇ, ਠੀਕ ਹੈ। ਤਾਂ ਇਹ ਵੀ ਇੱਕ ਬੋਨ ਆਫ ਕੰਟੈਂਸ਼ਨ ਹੈਗਾ ਦੋਨਾਂ ਦੇ ਵਿੱਚ, ਫਾਈਨਾਂਸ ਮਿਨਿਸਟਰ ਚੇਅਰਮੈਨ ਹੋਣਗੇ ਔਰ ਕੋਈ ਇੱਕ ਸਟੇਟ ਦਾ ਫਾਈਨਾਂਸ ਮਿਨਿਸਟਰ ਆਪਣਾ ਵਾਈਸ ਚੇਅਰਮੈਨ ਹੋਊਗਾ, ਠੀਕ ਹੈ। ਬਟ ਅੱਜ ਦੇ ਟਾਈਮ 'ਚ ਕੋਈ ਵੀ ਨਹੀਂ ਹੈਗਾ। ਤਾਂ ਬੱਚੇ ਆਪਾਂ ਦੇਖ ਲੈਣਾ ਜੀਐਸਟੀ ਕਾਊਂਸਲ ਦਾ ਪੂਰਾ ਸਟਰਕਚਰ ਕੀ ਹੈਗਾ। ਸਭ ਤੋਂ ਪਹਿਲਾਂ ਤਾਂ ਬੱਚੇ ਕੀ ਹੈ, ਯੂਨੀਅਨ ਹੈਗੀ ਹੈ, ਠੀਕ ਹੈ। ਯੂਨੀਅਨ ਦੇ ਵਿੱਚ ਕੌਣ ਹੈ? ਫਾਈਨਾਂਸ ਮਿਨਿਸਟਰ ਹੈਗੀ, ਇਹ ਕੌਣ ਨੇ? ਇਹ ਚੇਅਰਮੈਨ ਹੈਗੇ। ਅਤੇ ਉਹਦੇ ਨੀਚੇ ਬੱਚੇ ਹੋਰ ਕੌਣ ਨੇਗੇ ਮੈਂਬਰ ਜਿਹੜੇ ਹੈਗੇ ਨੇ? ਇੱਕ ਤਾਂ ਸਾਰੀਆਂ ਸਟੇਟਸ ਜਿਹੜੇ ਕਿਵੇਂ ਨੇ, ਕਿਹੜੇ? ਫਾਈਨਾਂਸ ਮਿਨਿਸਟਰ ਸਾਰੀਆਂ ਸਟੇਟਸ ਦੇ, ਪੰਜਾਬ, ਹਰਿਆਣਾ, ਯੂਪੀ ਹੈ ਨਾ, ਸਭ ਸਟੇਟਸ ਦੇ ਫਾਈਨਾਂਸ ਮਿਨਿਸਟਰ ਮੈਂਬਰ ਨੇ। ਔਰ ਯੂਨੀਅਨ ਦਾ ਜਿਹੜਾ MOS ਹੈਗਾ, ਯੂਨੀਅਨ ਦੇ ਵਿੱਚ ਦੇਖੋ ਦੋ ਤਰ੍ਹਾਂ ਦੇ ਮਿਨਿਸਟਰ ਹੁੰਦੇ ਨੇ, ਆਪਾਂ ਨੂੰ ਪਤਾ ਹੈ, ਇੱਕ ਤਾਂ ਕੈਬਨਿਟ ਮਿਨਿਸਟਰ ਹੁੰਦੇ ਨੇ, ਇੱਕ MOS ਹੁੰਦੇ ਨੇ, ਮਿਨਿਸਟਰ ਆਫ ਸਟੇਟ ਹੈ ਨਾ। ਇਹ ਪੋਲਿਟੀ ਦੇ ਵਿੱਚ ਪੜ੍ਹਦੇ ਹੁੰਦੇ ਆਪਾਂ ਕਿ ਜਿਹੜਾ ਕਾਊਂਸਲ ਆਫ ਮਿਨਿਸਟਰ ਹੈਗੀ ਹੈ, ਇਹਦੇ ਵਿੱਚ ਤਿੰਨ ਤਰ੍ਹਾਂ ਦੇ ਮਿਨਿਸਟਰ ਨੇ ਬੇਸਿਕਲੀ, ਇੱਕ ਕੈਬਨਿਟ ਵਾਲੇ, ਇੱਕ MOS, ਇੱਕ ਡਿਪਟੀ ਮਿਨਿਸਟਰ ਹੈ ਨਾ, ਪੜ੍ਹਦੇ ਹੁੰਦੇ ਆਪਾਂ। ਤਾਂ ਬੱਚੇ ਜਿਹੜਾ ਕੈਬਨਿਟ ਮਿਨਿਸਟਰ, ਇੱਕ ਫਾਈਨਾਂਸ ਮਿਨਿਸਟਰ ਤਾਂ ਆ ਹੀ ਗਿਆ, ਇਹ 'ਚ ਕੌਣ ਹੈ? ਚੇਅਰਮੈਨ ਹੈ। ਇਸ ਤੋਂ ਇਲਾਵਾ ਜਿਹੜੇ ਹੋਰ ਮੈਂਬਰਸ ਨੇ ਤਾਂ ਉਹਦੇ ਵਿੱਚ ਯੂਨੀਅਨ MOS ਫਾਈਨਾਂਸ ਯਾਨੀ ਕਿ ਅਨੁਰਾਗ ਠਾਕੁਰ ਵੀ ਆਊਗਾ, ਠੀਕ ਹੈ। ਇਹ ਧਿਆਨ ਰੱਖਣਾ, ਸਾਰੇ ਫਾਈਨਾਂਸ ਮਿਨਿਸਟਰ ਸਟੇਟ ਦੇ, ਅਤੇ ਨਾਲ ਹੀ ਜਿਹੜਾ ਅਨੁਰਾਗ ਠਾਕੁਰ ਹੈ ਯਾਨੀ ਕਿ MOS ਫਾਈਨਾਂਸ, ਇਹ ਤਾਂ ਹੈਗੇ ਸਟਰਕਚਰ। ਹੁਣ ਜੇ ਬੱਚੇ ਗੱਲ ਕਰੀਏ ਵੋਟਿੰਗ ਪਾਵਰ ਦੀ, ਤਾਂ ਯੂਨੀਅਨ ਕੋਲੇ ਕਲੈਕਟਿਵਲੀ ਵੋਟਿੰਗ ਪਾਵਰ ਹੈਗੀ 1/3, ਠੀਕ ਹੈ, ਇੰਨੀਆਂ ਵੋਟਾਂ ਨੇ ਇਹਦੇ ਕੋਲੇ। ਔਰ ਸਾਰੀਆਂ ਸਟੇਟਸ ਦੇ ਜਿਹੜੇ ਮਿਲਾ ਕੇ ਇਹਨਾਂ ਕੋਲ ਵੋਟਿੰਗ ਪਾਵਰ ਉਹ ਹੈਗੀ 2/3, ਇਹ ਚੀਜ਼ ਧਿਆਨ ਰੱਖਣੀ ਹੈ। ਔਰ ਬੱਚੇ ਇੱਕ ਚੀਜ਼ ਹੋਰ ਇੰਪੋਰਟੈਂਟ ਹੈ, ਜੀਐਸਟੀ ਕਾਊਂਸਲ ਨੇ ਕੋਈ ਵੀ ਡਿਸੀਜਨ ਲੈਣਾ ਹੈ ਤਾਂ ਉਹਦੇ ਵਾਸਤੇ 3/4 ਮੈਜੋਰਿਟੀ ਰਿਕੁਆਇਰਡ ਹੈ, ਮਤਲਬ 75% ਵੋਟਾਂ ਅਗਰ ਇੱਕ ਪਾਸੇ ਹੋਈਆਂ ਫਿਰ ਹੀ ਕੋਈ ਡਿਸੀਜਨ ਲਿਆ ਜਾਊਗਾ, ਠੀਕ ਹੈ। ਤਾਂ ਤੁਸੀਂ ਧਿਆਨ ਦੇਖ ਸਕਦੇ ਹੋ ਬੱਚੇ, ਇਹ ਵੋਟਿੰਗ ਪਾਵਰ ਕਿੰਨੀ ਹੈ? 33% ਹੈ। ਇੱਥੇ ਵੋਟਿੰਗ ਪਾਵਰ ਕਿੰਨੀ ਹੈ? 66% ਹੈਗੀ, ਠੀਕ ਹੈ। ਤਾਂ ਕੋਈ ਵੀ ਨਾ ਹੀ ਸਟੇਟਸ ਇਕੱਲੀਆਂ ਵੀ ਸਾਰੀਆਂ ਸਟੇਟਸ ਇਕੱਠਾ ਏਕਾ ਕਰ ਲੈਣ ਆਪਣਾ, ਔਰ ਨਾ ਹੀ ਇਕੱਲਾ ਯੂਨੀਅਨ ਕੋਈ ਵੀ ਡਿਸੀਜਨ ਇਕੱਲਾ ਨਹੀਂ ਲੈ ਸਕਦਾ, ਠੀਕ ਹੈ, ਕਿਉਂਕਿ ਆਪਾਂ ਨੂੰ 75% ਵੋਟਿੰਗ ਚਾਹੀਦੀ ਹੈ ਕੋਈ ਵੀ ਡਿਸੀਜਨ ਲੈਣ ਵਾਸਤੇ। ਤਾਂ ਨਾ ਹੀ ਇਕੱਲੀ ਸਟੇਟ ਕੋਈ ਡਿਸੀਜਨ ਲੈ ਸਕਦੀਆਂ ਨੇਗੀਆਂ, ਨਾ ਹੀ ਇਕੱਲੀ ਯੂਨੀਅਨ। ਤਾਂ ਯੂਨੀਅਨ ਅਤੇ ਸਟੇਟ ਨੂੰ ਇਕੱਠੇ ਹੋ ਕੇ ਵੀ ਕੰਮ ਕਰਨਾ ਪਊ, ਫਿਰ ਹੀ ਕੋਈ ਡਿਸੀਜਨ ਲਿਆ ਜਾ ਸਕਦਾ। ਤਾਂ ਮਤਲਬ ਇੱਕ ਅੱਛੀ ਇੱਕ ਟਰੂਲੀ ਫੈਡਰਲ ਬੋਡੀ ਹੈਗੀ ਆਪਣੀ ਜੀਐਸਟੀ ਕਾਊਂਸਲ, ਬਹੁਤ ਅੱਛੀ ਬੋਡੀ ਬਣਾਈ ਗਈ ਹੈ, ਬਹੁਤ ਅੱਛਾ ਸਟਰਕਚਰ ਬਣਾਇਆ ਗਿਆ ਬੇਸਿਕਲੀ, ਠੀਕ ਹੈ। ਚਲੋ, ਕੋਰਮ ਕੀ ਹੈ ਬੱਚੇ? ਆਮ ਤੌਰ 'ਤੇ ਕੋਰਮ 10% ਹੁੰਦਾ ਹਮੇਸ਼ਾ, ਜਾਂ ਮਤਲਬ ਹੈ ਨਾ 10%। ਪਾਰਲੀਮੈਂਟ ਦਾ ਵੀ ਆਪਾਂ ਦੇਖਦੇ ਹਾਂ, ਬਟ ਜੀਐਸਟੀ ਕਾਊਂਸਲ ਦਾ ਕੋਰਮ 50% ਮੈਂਬਰਸ਼ਿਪ ਹੈ ਬੱਚੇ, ਧਿਆਨ ਦੇਣਾ, ਬਹੁਤ ਵੱਡੀ ਕੋਰਮ ਰੱਖੀ ਹੋਈ ਹੈਗੀ, ਠੀਕ ਹੈ। ਤਾਂ ਮਤਲਬ ਕੋਈ ਵੀ ਥੋੜ੍ਹੇ ਬਹੁਤੀਆਂ ਸਟੇਟਸ ਇਕੱਠੀਆਂ ਹੋ ਕੇ ਕੰਮ ਨਹੀਂ ਕਰ ਸਕਦੀਆਂ, 50% ਕੋਰਮ ਕਾਫੀ ਅੱਛਾ ਡੀਸੈਂਟ ਕੋਰਮ ਹੁੰਦਾ ਹੈਗਾ। ਚਲੋ, ਫੰਕਸ਼ਨਸ ਕੀ ਨੇ ਬੱਚੇ ਜੀਐਸਟੀ ਕਾਊਂਸਲ ਦੇ? ਇੱਕ ਤਾਂ ਡਿਸਾਈਡ ਕਰਦੀ ਹੈ ਵੀ ਕਿਹੜੇ ਜਿਹੜੇ ਯੂਨੀਅਨ ਜਾਂ ਸਟੇਟ ਦੇ ਟੈਕਸਿਸ, ਸਰਚਾਰਜ ਵਗੈਰਾ ਸਬਅਜ਼ਿਊਮ ਕਰ ਰਹੇ ਨੇ ਜੀਐਸਟੀ ਦੇ ਵਿੱਚ, ਤਾਂ ਇਹ ਸਭ ਕੁਝ ਜੀਐਸਟੀ ਕਾਊਂਸਲ ਰეკਮੈਂਡ ਕਰਦੀ ਹੈ, ਠੀਕ ਹੈ। ਕਿਹੜੀ ਚੀਜ਼ਾਂ ਨੂੰ ਐਗਜ਼ੈਂਪਟ ਕਰਨਾ ਉਹ ਵੀ ਜੀਐਸਟੀ ਕਾਊਂਸਲ ਰეკਮੈਂਡ ਕਰੇਗੀ। ਰਜਿਸਟ੍ਰੇਸ਼ਨ ਦਾ ਥ੍ਰੈਸ਼ਹੋਲਡ ਬੱਚੇ, ਜਿਵੇਂ ਆਪਾਂ ਪੜ੍ਹਾਂਗੇ ਕਿ ਜਿਹੜਾ ਕੰਪੋਜੀਸ਼ਨ ਨੰਬਰ ਹੈ, ਠੀਕ ਹੈ,
ਅਗਰ ਤੁਹਾਡੀ ਟਰਨਓਵਰ ਵਿੱਚ 1.5 ਕਰੋੜ ਤੋਂ ਨੀਚੇ ਹੈ ਤਾਂ ਤੁਸੀਂ ਕੰਪੋਜੀਸ਼ਨ ਨੰਬਰ ਲੈ ਸਕਦੇ ਹੋ, ਠੀਕ ਹੈ। ਮਤਲਬ ਇੱਦਾਂ ਜਿਹੜੇ ਥ੍ਰੈਸ਼ਹੋਲਡ ਵਗੈਰਾ ਨੇ, ਪਹਿਲਾਂ ਇਹ ਕੀ ਵੈਲਿਊ ਸੀ ਬੱਚੇ, ਪਹਿਲਾਂ ਇਹ ਸੀਗਾ 1 ਕਰੋੜ ਰੁਪਏ, ਕਿ ਕਿਸੇ ਦੁਕਾਨਦਾਰ ਦੀ ਅਗਰ ਟਰਨਓਵਰ 1 ਕਰੋੜ ਰੁਪਏ ਸਾਲ ਦੀ ਤਾਂ ਉਹਨੂੰ GST ਕੰਪੋਜੀਸ਼ਨ ਨੰਬਰ ਲੈ ਸਕਦਾ ਹੈ। ਬਟ ਬਾਅਦ ਦੇ ਵਿੱਚ ਇਹ ਆਪਾਂ ਨੇ ਇੰਕਰੀਜ਼ ਕਰਕੇ 1.5 ਕਰੋੜ ਕਰਤੀ। ਹੁਣ ਇਹ ਜਿਹੜੀ ਥ੍ਰੈਸ਼ਹੋਲਡ ਇੰਕਰੀਜ਼ ਡਿਕਰੀਜ਼ ਕਰਨੇ ਨੇ, ਇਹ ਵੀ ਅਗੇਨ GST ਕਾਊਂਸਲ ਹੀ ਰეკਮੈਂਡ ਕਰਦੀ ਹੈ। ਹੁਣ ਬੱਚੇ ਇਹ ਬਹੁਤ ਇੰਪੋਰਟੈਂਟ ਟੌਪਿਕ ਹੈਗਾ ਕਿ GST ਦੇ ਵਿੱਚ ਕਿਹੜੇ ਟੈਕਸ ਸਬਜ਼ਿਊਮ ਹੋਏ ਨੇ, ਠੀਕ ਹੈ। ਤੇ ਮਤਲਬ ਇੰਪੋਰਟੈਂਟ ਹੈ। ਔਰ ਤੁਸੀਂ ਜਿਹੜੇ ਬੁੱਕ ਦੇ ਵਿੱਚ ਸੋਰਸਿਸ ਪੜ੍ਹਦੇ ਹੋ, ਬਹੁਤ ਵਾਰੀ ਗਲਤ ਵੀ ਲਿਖਿਆ ਹੁੰਦਾ ਹੈ ਅਤੇ ਕਨਫਿਊਜ਼ਿੰਗ ਵੀ ਲਿਖਿਆ ਹੁੰਦਾ, ਤੁਹਾਨੂੰ ਸਮਝ ਨਹੀਂ ਆਉਣਾ ਬੇਸਿਕਲੀ। ਤਾਂ ਇੱਥੇ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਐਕਚੁਅਲ ਦੇ ਵਿੱਚ ਕਿਹੜੇ ਟੈਕਸਿਸ ਸਬਜ਼ਿਊਮ ਹੋ ਚੁੱਕੇ ਨੇ, ਠੀਕ ਹੈ। ਤਾਂ ਕੀ ਬੱਚੇ ਡਾਇਰੈਕਟ ਟੈਕਸ ਸਬਜ਼ਿਊਮ ਹੋਏ ਨੇ? ਬਿਲਕੁਲ ਵੀ ਨਹੀਂ, ਕਿਉਂਕਿ GST ਇੱਕ ਇਨਡਾਇਰੈਕਟ ਟੈਕਸ ਹੈ। ਤਾਂ ਡਾਇਰੈਕਟ ਦਾ ਤਾਂ ਮਤਲਬ ਹੀ ਨਹੀਂ ਹੈਗਾ, ਡਾਇਰੈਕਟ ਦਾ ਕੋਈ ਵੀ ਸਬਜ਼ਿਊਮ ਨਹੀਂ ਹੋਇਆ ਇਹਦੇ ਵਿੱਚ। ਆਪਣਾ ਇਨਕਮ ਟੈਕਸ ਵੀ ਉੱਥੇ ਪਿਆ, ਕਾਰਪੋਰੇਟ ਟੈਕਸ ਵੀ ਉੱਥੇ ਪਿਆ, ਸਾਰੇ ਉੱਥੇ ਨੇ, ਡਾਇਰੈਕਟ ਟੈਕਸ ਸਾਰੇ ਉੱਥੇ ਨੇ। ਤਾਂ ਇਹ ਤਾਂ ਨਹੀਂ ਸਬਜ਼ਿਊਮ ਹੋਏ। ਕੀ ਸਾਰੇ ਇਨਡਾਇਰੈਕਟ ਸਬਜ਼ਿਊਮ ਹੋ ਗਏ? ਨਹੀਂ, ਇਹ ਵੀ ਨਹੀਂ, ਸਾਰੇ ਨਹੀਂ ਹੋਏ। ਕੁਛ ਸਿਲੈਕਟਡ ਸਮ ਕੁਛ ਜਿਹੜੇ ਇਨਡਾਇਰੈਕਟ ਟੈਕਸਿਸ ਸੀ ਉਹ ਆਪਣੇ ਸਬਜ਼ਿਊਮ ਬਿਲਕੁਲ ਕਰਤੇ, ਠੀਕ ਹੈ। ਤਾਂ ਆਪਾਂ ਉਹੀ ਦੇਖਦੇ ਹਾਂ ਵੀ ਕਿਹੜੇ ਆਪਣੇ ਇਨਡਾਇਰੈਕਟ ਟੈਕਸ ਸਬਜ਼ਿਊਮ ਕੀਤੇ ਨੇ। ਦੇਖੋ ਡਾਇਰੈਕਟ ਟੈਕਸ ਕੋਈ ਵੀ ਨਹੀਂ ਹੋਇਆ, ਓਬਵੀਅਸ ਜੀ ਗੱਲ ਹੈ, ਸਿਰਫ ਇਨਡਾਇਰੈਕਟ ਹੀ ਹੋਏ ਨੇ, ਔਰ ਉਹ ਵੀ ਕੁਛ ਹੋਏ ਨੇ, ਉਹ ਦੇਖਦੇ ਕਿਹੜੇ। ਤਾਂ ਬੱਚੇ ਪਹਿਲਾਂ ਸੈਂਟਰ ਦੀ ਗੱਲ ਕਰਦੇ ਹਾਂ ਕਿ ਸੈਂਟਰਲ GST ਦੇ ਵਿੱਚ ਕਿਹੜੇ ਇਨਡਾਇਰੈਕਟ ਟੈਕਸ ਆਪਾਂ ਨੇ ਖਤਮ ਕਰਤੇ। ਕਿਹੜੇ ਬੱਚੇ? ਇੱਕ ਤਾਂ ਸੈਂਟਰਲ ਐਕਸਾਈਜ਼ ਡਿਊਟੀ। ਲਾਸਟ ਸਲਾਈਡ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਬੱਚੇ, ਸੈਸ਼ਨ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਐਕਸਾਈਜ਼ ਕਾਹਦੇ ਵਿੱਚ ਹੁੰਦੀ ਹੈ? ਮੈਨੂਫੈਕਚਰਿੰਗ ਦੇ ਵਿੱਚ, ਠੀਕ ਹੈ। ਤਾਂ ਇਹ ਜਿਹੜੀ ਐਕਸਾਈਜ਼ ਵਾਲਾ ਡੋਮੇਨ ਸੀ ਬੱਚੇ, ਇਹ ਸਾਰਾ ਸੈਂਟਰ ਕੋਲੇ ਸੀਗਾ, ਠੀਕ ਹੈ। ਤਾਂ ਮੈਨੂਫੈਕਚਰਿੰਗ ਜੋ ਵੀ ਹੋ ਰਹੀ ਸੀ ਉਹਦੇ ਉੱਪਰ ਐਕਸਾਈਜ਼ ਡਿਊਟੀ ਲੱਗਦੀ ਸੀ, ਪਹਿਲੀ ਗੱਲ। ਹੁਣ ਇਹ ਐਕਸਾਈਜ਼ ਡਿਊਟੀ ਆਪਣੇ ਬੱਚੇ GST ਦੇ ਵਿੱਚ ਸਬਜ਼ਿਊਮ ਕਰ ਲਈ, ਤਾਂ ਹੁਣ ਕੋਈ ਵੀ ਐਕਸਾਈਜ਼ ਡਿਊਟੀ ਨਹੀਂ ਲੱਗਦੀ, ਠੀਕ ਹੈ। ਇਹਦੇ ਵਿੱਚ ਅਗੇਨ ਥੋੜੀ ਵੇਰੀਏਸ਼ਨ ਹੈ, ਉਹ ਅੱਗੇ ਪੜਾਂਗੇ ਆਪਾਂ ਕਿਵੇਂ। ਫਿਲਹਾਲ ਦੀ ਘੜੀ ਆਪਾਂ ਕਹਿ ਰਹੇ ਹਾਂ ਵੀ ਸੈਂਟਰਲ ਐਕਸਾਈਜ਼ ਡਿਊਟੀ ਹੁਣ ਨਹੀਂ ਹੈਗੀ, ਆਪਾਂ ਨੇ ਸਬਜ਼ਿਊਮ ਕਰ ਲਈ ਕਿਹਦੇ ਵਿੱਚ? GST ਦੇ ਵਿੱਚ, ਠੀਕ ਹੈ। ਚਲੋ, ਸੈਂਟਰਲ ਸੇਲਸ ਟੈਕਸ, ਇਹ ਬੱਚੇ ਕਦੋਂ ਲੱਗਦਾ ਸੀ? ਜਦੋਂ ਕੋਈ ਇੰਟਰਸਟੇਟ ਕੋਈ ਟ੍ਰੇਡ ਹੋ ਰਹੀ ਹੈ, ਮਤਲਬ ਪੰਜਾਬ ਤੋਂ ਹਰਿਆਣਾ ਕੋਈ ਟ੍ਰੇਡ ਹੋ ਰਹੀ ਹੈ, ਠੀਕ ਹੈ, ਪੰਜਾਬ ਤੋਂ ਗੁਜਰਾਤ ਕੋਈ ਟ੍ਰੇਡ ਹੋ ਰਹੀ ਹੈ, ਮਤਲਬ ਸਟੇਟਸ ਦੇ ਵਿੱਚ ਜਦੋਂ ਟ੍ਰੇਡ ਹੁੰਦੀ ਸੀ ਉਦੋਂ ਆਪਣਾ ਸੈਂਟਰਲ ਸੇਲਸ ਟੈਕਸ ਲੱਗਦਾ ਹੁੰਦਾ ਸੀਗਾ, ਠੀਕ ਹੈ, CST, ਸੈਂਟਰਲ ਸੇਲਸ ਟੈਕਸ। ਸਰਵਿਸ ਟੈਕਸ ਬੱਚੇ, ਠੀਕ ਹੈ, ਇਹ ਵੀ ਅਗੇਨ ਸਬਜ਼ਿਊਮ ਕਰ ਰਹੇ ਆਪਣੇ, ਕਿਉਂਕਿ ਨਾਮ ਹੀ ਗੁੱਡਸ ਐਂਡ ਸਰਵਿਸ ਟੈਕਸ ਹੈਗਾ, ਠੀਕ ਹੈ। ਕਾਊਂਟਰ ਵੇਲਿੰਗ ਡਿਊਟੀ, ਇਹ ਕੁਛ ਨਾ ਕੁਛ ਇੰਪੋਰਟਡ ਪ੍ਰੋਡਕਟਸ 'ਤੇ ਲੱਗਦਾ ਹੁੰਦਾ, ਜਿਹੜੀਆਂ ਕੁਛ ਆਪਾਂ ਚੀਜ਼ਾਂ ਇੰਪੋਰਟ ਕਰਦੇ ਹਾਂ। ਆਪਾਂ ਨੂੰ ਜ਼ਿਆਦਾ ਡਿਟੇਲ ਦੀ ਲੋੜ ਨਹੀਂ ਵੀ ਕਿਉਂ ਹੁੰਦਾ ਇਹ, ਠੀਕ ਹੈ, ਕਦੇ ਪੜ੍ਹ ਲਾਂਗੇ ਚਲੋ। ਬਟ ਸਟਿਲ ਕੁਛ ਇੰਪੋਰਟਡ ਪ੍ਰੋਡਕਟਸ 'ਤੇ ਲੱਗਦਾ CVD, ਕਾਊਂਟਰ ਵੇਲਿੰਗ ਡਿਊਟੀ। ਕਸਟਮ ਡਿਊਟੀ ਬੱਚੇ, ਕਸਟਮ ਡਿਊਟੀ ਤਾਂ ਤੁਹਾਨੂੰ ਪਤਾ ਹੀ ਹੈ, ਇਹ ਕਿਤੇ ਲੱਗਦਾ? ਐਕਸਪੋਰਟ ਇੰਪੋਰਟ 'ਤੇ ਲੱਗਦਾ ਕਸਟਮ ਤਾਂ, ਠੀਕ ਹੈ। ਇਸ ਤੋਂ ਇਲਾਵਾ ਕੁਛ ਐਕਸਾਈਜ਼ ਜਿਹੜੀ ਹੈਗੀ ਹੈ ਆਪਣੇ ਕੋਲ ਐਲਕੋਹਲ ਦੇ ਉੱਪਰ, ਜਿਹੜੀ ਕਿ ਮੈਡੀਸਨ ਵਾਸਤੇ ਹੁੰਦੀ ਹੈ, ਟੋਇਲਟਰੀ ਪ੍ਰੈਪਰੇਸ਼ਨ ਵਾਸਤੇ ਐਲਕੋਹਲ ਜਿਹੜੀ ਹੈ ਉਹ ਯੂਨੀਅਨ ਦਾ ਸਬਜੈਕਟ ਹੈ। ਵੈਸੇ ਤਾਂ ਐਲਕੋਹਲ ਦੇ ਉੱਪਰ ਐਕਸਾਈਜ਼ ਕੌਣ ਲੈਂਦਾ ਬੱਚੇ? ਠੀਕ ਹੈ, ਉਹ ਕੌਣ ਕਰਦਾ? ਸਟੇਟ ਕਰਦਾ, ਆਪਾਂ ਪੜਾਂਗੇ ਅੱਗੇ। ਐਲਕੋਹਲ ਦੇ ਉੱਪਰ ਜਿਹੜੀ ਐਕਸਾਈਜ਼ ਹੈ ਬੱਚੇ, ਉਹ ਸਟੇਟ ਦੀ ਡੋਮੇਨ ਹੈਗੀ। ਬਟ ਬਾਕੀ ਐਲਕੋਹਲ ਜਿਹੜੀ ਮੈਡੀਸਨ ਵਾਸਤੇ ਯੂਜ਼ ਹੁੰਦੀ ਹੈ ਜਾਂ ਟੋਇਲਟਰੀ ਪ੍ਰੈਪਰੇਸ਼ਨ ਵਾਸਤੇ, ਉਹ ਫਿਰ ਸੈਂਟਰ ਦਾ ਡੋਮੇਨ ਆ ਜਾਂਦਾ ਹੈ। ਜਿਹੜਾ ਸਟੇਟ ਦਾ ਡੋਮੇਨ ਹੈ ਉਹ ਕਿਹੜਾ? ਹਿਊਮਨ ਕੰਜ਼ੰਪਸ਼ਨ ਵਾਲਾ, ਵੀ ਜਿਹੜੀ ਐਲਕੋਹਲ ਦੀ ਹਿਊਮਨ ਕੰਜ਼ਿਊਮ ਕਰਦਾ ਹੈ ਉਹ ਵਾਲਾ ਡੋਮੇਨ ਸਟੇਟ ਦਾ। ਬਾਕੀ ਦੀ ਐਲਕੋਹਲ ਜਿਹੜੀ ਮੈਡੀਸਨ ਵਗੈਰਾ 'ਚ ਯੂਜ਼ ਹੁੰਦੀ ਹੈ ਉਹ ਯੂਨੀਅਨ ਦਾ ਸਬਜੈਕਟ ਆ ਜਾਂਦਾ। ਤਾਂ ਇਹ ਸਾਰੇ ਜਿਹੜੇ ਆਪਣੇ ਬੜੇ ਟੈਕਸਿਸ ਨੇ ਬੱਚੇ ਆਪਣੇ, ਇਹ ਸਬਜ਼ਿਊਮ ਕਰ ਲਿਆ ਆਪਾਂ ਨੇ। ਤਾਂ ਪਲੀਜ਼ ਤੁਸੀਂ ਇਹਨਾਂ ਨੂੰ ਤੁਹਾਡੇ ਟਿਪਸ 'ਤੇ ਹੋਣੇ ਚਾਹੀਦੇ ਨੇ ਹਰ ਚੀਜ਼ ਇਹ, ਠੀਕ ਹੈ। ਕਿ ਪਹਿਲੀ ਗੱਲ ਤਾਂ ਯੂਨੀਅਨ ਦੇ ਟੈਕਸ ਕਿਹੜੇ ਸੀ? ਹੁਣ ਜਿਵੇਂ ਸੈਂਟਰਲ ਐਕਸਾਈਜ਼ ਅਤੇ ਸਰਵਿਸ ਟੈਕਸ, ਇਹ ਦੋਨੇ ਇੰਪੋਰਟੈਂਟ ਨੇ ਕਿ ਇਹ ਯੂਨੀਅਨ ਦੇ ਸੀਗੇ ਔਰ ਆਪਾਂ ਨੇ ਸਬਜ਼ਿਊਮ ਕਰ ਲਈ ਜੀ ਇਹ, ਠੀਕ ਹੈ, GST ਦੇ ਵਿੱਚ। ਇਹ ਇੰਪੋਰਟੈਂਟ ਹੈ, ਬਾਕੀ ਕੋਈ ਭਾਵੇਂ ਯਾਦ ਕਰੋ ਨਾ ਕਰੋ, ਇਹ ਦੋਨੇ ਜ਼ਰੂਰ ਯਾਦ ਹੋਣੇ ਚਾਹੀਦੇ ਨੇ, ਸਰਵਿਸ ਟੈਕਸ ਅਤੇ ਸੈਂਟਰਲ ਐਕਸਾਈਜ਼ ਡਿਊਟੀ। ਹੁਣ ਬੱਚੇ ਕਿਹੜੇ ਸੈਂਟਰ ਦੇ ਟੈਕਸਿਸ ਆਪਾਂ ਨੇ ਸਬਜ਼ਿਊਮ ਨਹੀਂ ਕੀਤੇ ਉਹ ਵੀ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਤਾਂ ਕਸਟਮ ਡਿਊਟੀ ਆਪਾਂ ਹੁਣੀ ਪੜਿਆ ਸੀ ਬੱਚੇ, ਠੀਕ ਹੈ। ਕਸਟਮ ਡਿਊਟੀ ਆਪਾਂ ਨੇ ਸਬਜ਼ਿਊਮ ਨਹੀਂ ਕੀਤਾ। ਇਹ ਕਿਤੇ ਹੁੰਦੇ ਬੱਚੇ? ਇੰਪੋਰਟ ਐਕਸਪੋਰਟ 'ਤੇ, ਇੰਪੋਰਟ ਐਕਸਪੋਰਟ 'ਤੇ ਕਸਟਮ ਡਿਊਟੀ ਆਪਾਂ ਨੇ ਜਿਹੜਾ ਕੀ ਹੈ ਸਬਜ਼ਿਊਮ ਨਹੀਂ ਕੀਤਾ। ਐਕਸਾਈਜ਼ ਔਨ ਪੈਟਰੋਲੀਅਮ ਪ੍ਰੋਡਕਟਸ ਬੱਚੇ ਧਿਆਨ ਦੇਣਾ ਹੈ। ਦੇਖੋ ਪਹਿਲਾਂ ਆਪਾਂ ਨੇ ਕੀ ਪੜਿਆ ਸੀ ਬੱਚੇ? ਐਕਸਾਈਜ਼, ਸੈਂਟਰਲ ਐਕਸਾਈਜ਼ ਡਿਊਟੀ। ਤਾਂ ਕਿਸੇ ਵੀ ਮੈਨੂਫੈਕਚਰਿੰਗ ਦੇ ਉੱਪਰ ਐਕਸਾਈਜ਼ ਲੱਗਦੀ ਹੈਗੀ, ਠੀਕ ਹੈ। ਤਾਂ ਸਾਰੀ ਆਪਣੇ ਐਕਸਾਈਜ਼ ਸਬਜ਼ਿਊਮ ਕਰ ਲਈ ਐਕਸੈਪਟ ਐਕਸਾਈਜ਼ ਔਨ ਪੈਟਰੋਲੀਅਮ। ਮਤਲਬ ਪੈਟਰੋਲੀਅਮ ਪ੍ਰੋਡਕਟਸ ਜੋ ਵੀ ਬਣ ਰਹੇ ਨੇ, ਦੇਖੋ ਕਰੂਡ ਆਇਲ ਤੋਂ ਉਦੋਂ ਬਾਅਦ 'ਚੋਂ ਕਈ ਪ੍ਰੋਡਕਟਸ ਬਣਦੇ ਨਾ, ਹਾਈ ਸਪੀਡ ਡੀਜ਼ਲ ਬਣਦਾ, ਪੈਟਰੋਲ ਬਣਦਾ, ਨੈਚੁਰਲ ਗੈਸ ਬਣਦੀ ਹੈ, ਏਵੀਏਸ਼ਨ ਟਰਬਾਈਨ ਫਿਊਲ ਬਣਦਾ। ਜਿੰਨੇ ਵੀ ਪ੍ਰੋਡਕਟਸ ਬਣਦੇ ਨੇ ਓਬਵੀਅਸਲੀ ਮੈਨੂਫੈਕਚਰ ਹੋ ਰਹੇ ਨੇ, ਬਣ ਹੀ ਰਹੇ ਨੇ, ਤਾਂ ਐਕਸਾਈਜ਼ ਡਿਊਟੀ ਤਾਂ ਬਣਦੀ ਹੈ। ਬਟ ਹੁਣ ਆਪਣੇ ਹੋਰ ਸਾਰੀ ਸੈਂਟਰਲ ਐਕਸਾਈਜ਼ ਡਿਊਟੀ ਆਪਣੇ ਸਬਜ਼ਿਊਮ ਕਰ ਲਈ। ਸਿਰਫ ਪੈਟਰੋਲੀਅਮ ਪ੍ਰੋਡਕਟਸ ਜਿਹੜੀ ਐਕਸਾਈਜ਼ ਲੱਗਦੀ ਹੈ ਸੈਂਟਰ ਦੀ, ਉਹ ਆਪਾਂ ਸਬਜ਼ਿਊਮ ਨਹੀਂ ਕੀਤੀ। ਹੁਣ ਇਹ ਵੀ ਇਸੇ ਕਰਕੇ ਜਿਹੜਾ ਆਪਣਾ GST ਤੋਂ ਇਹ ਪੈਟਰੋਲੀਅਮ ਬਾਹਰ ਹੈਗਾ, ਠੀਕ ਹੈ। ਔਰ ਇਹੀ ਰੀਜ਼ਨ ਹੈ ਬੱਚੇ ਕਿ ਆਪਣਾ ਜਿਹੜੇ ਪ੍ਰਾਈਸਿਸ ਨੇ ਅੱਜ ਦੀ ਘੜੀ ਪੈਟਰੋਲ ਅਤੇ ਡੀਜ਼ਲ ਦੇ ਬਹੁਤ ਵਧੇ ਹੋਏ ਨੇ, ਕਿਉਂਕਿ ਐਕਸਾਈਜ਼ ਡਿਊਟੀ ਬਹੁਤ ਜ਼ਿਆਦਾ ਲੈ ਰਹੀ ਹੈ ਸੈਂਟਰਲ ਗਵਰਨਮੈਂਟ, ਠੀਕ ਹੈ।
एक्साइज ड्यूटी मेक्स अप 36% ऑफ रिटेल प्राइस। अगर किसी कई जगह ਤੇ 100 ਰੁਪਏ ਵਿਕ ਰਿਹਾ ਤੇਲ, ਤਾਂ ਉਹਦੇ ਵਿੱਚੋਂ 36 ਰੁਪਏ ਤਾਂ ਸੈਂਟਰਲ ਐਕਸਾਈਜ਼ ਡਿਊਟੀ ਹੀ ਲੱਗ ਕੇ ਆਈ ਹੋਈ ਹੈ। ਸਿਰਫ ਸੈਂਟਰ ਦੇ ਟੈਕਸਿਸ ਨੇਗੇ, ਉਹਦੇ ਉੱਪਰ ਸਟੇਟ ਦੇ ਵੀ ਨੇ, ਉਹ ਵੀ ਦੇਖਦੇ ਕੀ ਨੇਗੇ। ਪਹਿਲਾਂ ਸੈਂਟਰ ਦੇ ਹੀ 36% ਪ੍ਰਾਈਸ ਦੇ ਵਿੱਚ ਸ਼ੇਅਰ ਹੈਗਾ, ਠੀਕ ਹੈ। ਤਾਂ ਐਕਸਾਈਜ਼ ਡਿਊਟੀ ਅੱਛੀ ਖਾਸੀ ਡੀਸੈਂਟ ਐਕਸਾਈਜ਼ ਡਿਊਟੀ ਸਰਕਾਰ ਜਿਹੜੀ ਕਿ ਲੈਵੀ ਕਰਦੀ ਹੈ ਪੈਟਰੋਲੀਅਮ ਪ੍ਰੋਡਕਟਸ 'ਤੇ। ਔਰ ਇਹੀ ਰੀਜ਼ਨ ਹੈ ਕਿ ਇਹਨੂੰ ਜੀਐਸਟੀ ਦੇ ਵਿੱਚ ਸਬਜ਼ਿਊਮ ਨਹੀਂ ਕੀਤਾ, ਕਿਉਂਕਿ ਜੇ ਇਹਨੂੰ ਜੀਐਸਟੀ ਦੇ ਵਿੱਚ ਸਬਜ਼ਿਊਮ ਕਰ ਲਿਆ ਤਾਂ ਸਟੇਟ ਦਾ ਅਤੇ ਸੈਂਟਰ ਦਾ ਦੋਨਾਂ ਦਾ ਹੀ ਇੱਕ ਵੱਡਾ ਰੈਵਨਿਊ ਸੋਰਸ ਖਤਮ ਹੋ ਜਾਊਗਾ ਜਾਂ ਘੱਟ ਜਾਊਗਾ, ਠੀਕ ਹੈ। ਇਹੀ ਰੀਜ਼ਨ ਨਹੀਂ ਕੀਤਾ। ਤਾਂ ਜਿਹੜੇ ਨਹੀਂ ਕੀਤੇ ਵਿੱਚ ਉਹ ਜ਼ਿਆਦਾ ਇੰਪੋਰਟੈਂਟ ਨੇਗੇ, ਠੀਕ ਹੈ। ਕਰਨ ਦੇ ਨਾਲੋਂ ਜਿਹੜੇ ਸਬਜ਼ਿਊਮ ਕਰ ਲਏ ਉਸ ਤੋਂ ਨਾਲੋਂ ਸਬਜ਼ਿਊਮ ਜਿਹੜੇ ਨਹੀਂ ਕੀਤੇ ਉਹ ਜ਼ਿਆਦਾ ਇੰਪੋਰਟੈਂਟ ਨੇ। ਤਾਂ ਧਿਆਨ ਨਾਲ ਪੜ੍ਹਨਾ ਬੱਚੇ, ਠੀਕ ਹੈ। ਹੁਣ ਗੱਲ ਕਰਦੇ ਹਾਂ ਬੱਚੇ ਸਟੇਟ ਦੀ, ਕਿ ਸਟੇਟ ਦੇ ਕਿਹੜੇ ਕਿਹੜੇ ਟੈਕਸਿਸ ਆਪਾਂ ਨੇ ਸਬਜ਼ਿਊਮ ਕਰ ਲਏ ਜੀਐਸਟੀ ਦੇ ਵਿੱਚ। ਤਾਂ ਸਟੇਟ ਦਾ ਵੈਟ ਸਭ ਤੋਂ ਵੱਡਾ ਤਾਂ ਇਹੀ ਓਬਵੀਅਸ ਜੀ ਗੱਲ ਹੈ, ਕਿਉਂਕਿ ਆਪਾਂ ਨੇ ਵੈਟ ਨੂੰ ਇੰਪਰੂਵ ਕਰਕੇ ਹੀ ਆਪਾਂ ਨੇ ਜਿਹੜਾ ਜੀਐਸਟੀ ਲੈ ਕੇ ਆਉਂਦਾ ਹੈਗਾ, ਠੀਕ ਹੈ। ਤਾਂ ਵੈਟ ਤਾਂ ਆਪਾਂ ਸਬਜ਼ਿਊਮ ਕਰਨਾ ਹੀ ਕਰਨਾ ਸੀਗਾ। ਲਗਜ਼ਰੀ ਟੈਕਸ ਬੱਚੇ ਹੁਣ, ਠੀਕ ਹੈ, ਮਤਲਬ ਛੋਟੇ ਮੋਟੇ ਟੈਕਸ ਨੇ, ਜ਼ਿਆਦਾ ਇੰਪੋਰਟੈਂਟ ਨਹੀਂ ਹੈਗੇ। ਪਰਚੇਸ ਟੈਕਸ, ਐਂਟਰੀ ਟੈਕਸ, ਮਤਲਬ ਜਦੋਂ ਆਪਾਂ ਸਟੇਟ ਦੇ ਵਿੱਚ ਐਂਟਰ ਹੁੰਦੇ ਸੀ ਓਕਟਰੋਈ ਚੁੰਗੀ ਵਗੈਰਾ ਲੱਗਦੀ ਹੁੰਦੀ ਸੀ ਪਹਿਲਾਂ, ਹੁਣ ਨਹੀਂ ਹੈਗੀ ਹੈ ਜਾਂ ਕੁਝ, ਠੀਕ ਹੈ। ਐਂਟਰਟੇਨਮੈਂਟ ਟੈਕਸ, ਲੋਟਰੀ 'ਤੇ, ਬੈਟਿੰਗ 'ਤੇ, ਇਹ ਮਤਲਬ ਇਹ ਸਭ ਜਿਹੜੇ ਟੈਕਸ ਆਪਾਂ ਨੇ ਸਬਜ਼ਿਊਮ ਕਰ ਲਏ ਜੀਐਸਟੀ ਦੇ ਵਿੱਚ। ਬਸ ਸਟੇਟ ਵੈਟ ਇੰਪੋਰਟੈਂਟ ਹੈ ਤੁਹਾਡੇ ਵਾਸਤੇ। ਕਿਹੜੇ ਕਿਹੜੇ ਟੈਕਸਿਸ ਸਬਜ਼ਿਊਮ ਨਹੀਂ ਕੀਤੇ, ਹੁਣ ਇਹ ਜ਼ਿਆਦਾ ਇੰਪੋਰਟੈਂਟ ਹੈ, ਠੀਕ ਹੈ। ਐਕਸਾਈਜ਼ ਔਨ ਲੀਕਰ ਫॉर ਹਿਊਮਨ ਕੰਜ਼ੰਪਸ਼ਨ, ਠੀਕ ਹੈ। ਮੈਂ ਤੁਹਾਨੂੰ ਦੱਸਿਆ ਸੀ ਬੱਚੇ, ਜਿਹੜੀ ਐਲਕੋਹਲ ਹੈਗੀ, ਐਲਕੋਹਲ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਹੁੰਦੀ ਹੈ ਵੀ ਹਿਊਮਨ ਕੰਜ਼ੰਪਸ਼ਨ ਵਾਸਤੇ, ਇੱਕ ਹੁੰਦੀ ਹੈ ਬੱਚੇ ਮੈਡੀਸਿਨ ਵਾਸਤੇ, ਮੈਡੀਸਿਨ ਜਾਂ ਫਿਰ ਟੋਇਲਟਰੀ ਪ੍ਰੈਪਰੇਸ਼ਨ ਵਾਸਤੇ। ਜਿਹੜਾ ਇਹ ਵਾਲਾ ਡੋਮੇਨ ਹੈ ਬੱਚੇ, ਇਹ ਤਾਂ ਯੂਨੀਅਨ ਦਾ। ਜਿਹੜਾ ਹਿਊਮਨ ਕੰਜ਼ੰਪਸ਼ਨ ਵਾਲਾ ਡੋਮੇਨ ਹੈ ਉਹ ਹੈਗਾ ਸਟੇਟਸ ਦਾ, ਠੀਕ ਹੈ। ਹੁਣ ਕਿਉਂਕਿ ਐਲਕੋਹਲ ਵੀ ਮੈਨੂਫੈਕਚਰ ਹੁੰਦੀ ਹੈ, ਬਣਦੀ ਹੈਗੀ ਹੈ, ਤਾਂ ਐਲਕੋਹਲ ਦੇ ਉੱਪਰ ਵੀ ਐਕਸਾਈਜ਼ ਲੱਗਦੀ ਹੈ, ਠੀਕ ਹੈ। ਔਰ ਇਹ ਜਿਹੜੀ ਐਕਸਾਈਜ਼ ਹੈ ਬੱਚੇ, ਇਹ ਲਊਗੀ ਸਟੇਟ, ਇਹ ਸਟੇਟ ਦੀ ਡੋਮੇਨ ਹੈਗੀ, ਇਹ ਧਿਆਨ ਰੱਖਣਾ ਤੁਸੀਂ। ਜਿਹੜੀ ਐਕਸਾਈਜ਼ ਔਨ ਲੀਕਰ ਫॉर ਹਿਊਮਨ ਕੰਜ਼ੰਪਸ਼ਨ ਹੈ ਉਹ ਸਟੇਟ ਦੀ ਵਿੱਚ ਹੈ, ਇਹੀ ਆਪਣੇ ਐਕਸਾਈਜ਼ ਇੰਸਪੈਕਟਰ ਨੇ। ਹੁਣ ਤੁਸੀਂ ਦੇਖੋ ਬੱਚੇ, ਆਪਣੇ ਐਕਸਾਈਜ਼ ਇੰਸਪੈਕਟਰ ਦੀ ਪੋਸਟ ਆਈ ਹੈਗੀ, ਤੁਸੀਂ ਕਹੋਗੇ ਜਿਹੜੇ ਐਕਸਾਈਜ਼ ਹੈ ਉਹ ਤਾਂ ਯੂਨੀਅਨ ਦਾ ਸਬਜੈਕਟ ਹੈਗਾ। ਓਬਵੀਅਸਲੀ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਜਿਹੜਾ ਐਕਸਾਈਜ਼ ਡਿਊਟੀ ਹੈ ਉਹ ਸੈਂਟਰ ਦਾ ਸਬਜੈਕਟ ਹੈਗਾ। ਬਟ ਐਕਸਾਈਜ਼ ਔਨ ਲੀਕਰ ਜਿਹੜਾ ਹੈਗਾ ਉਹ ਆਪਣਾ ਸਟੇਟ ਦਾ ਸਬਜੈਕਟ ਹੈ, ਔਰ ਇਸੇ ਚੀਜ਼ ਨੂੰ ਰੈਗੂਲੇਟ ਕਰਨ ਵਾਸਤੇ ਆਪਣਾ ਐਕਸਾਈਜ਼ ਇੰਸਪੈਕਟਰ ਹੁੰਦਾ ਹੈਗਾ, ਠੀਕ ਹੈ। ਤਾਂ ਤੁਸੀਂ ਦੇਖਿਆ ਹੋਊਗਾ ਬੱਚੇ, ਐਕਸਾਈਜ਼ ਇੰਸਪੈਕਟਰ ਐਸਐਸਸੀ ਥਰੂ ਵੀ ਬਣਦੇ ਹੁੰਦੇ ਨੇ ਲੋਕ, ਹੈ ਨਾ, ਐਸਐਸਸੀ ਥਰੂ ਵੀ। ਤਾਂ ਉਹ ਜਿਹੜੇ ਬਣਦੇ ਨੇ ਬੱਚੇ, ਉਹ ਸਾਰੇ ਸਾਰੇ ਬਣਦੇ ਹੁੰਦੇ ਸੀਗੇ। ਹੁਣ ਤਾਂ ਜੀਐਸਟੀ ਆ ਗਿਆ ਓਬਵੀਅਸਲੀ, ਬਟ ਜਿਹੜੇ ਪਹਿਲਾਂ ਐਕਸਾਈਜ਼ ਇੰਸਪੈਕਟਰ ਬਣਦੇ ਹੁੰਦੇ ਸੀਗੇ, ਠੀਕ ਹੈ। ਉਹ 'ਤੇ ਹੁਣ ਥੋੜ੍ਹਾ ਜਿਹਾ ਚੇਂਜ ਆਇਆ, ਹੁਣ ਵੀ ਹੈਗੇ ਨੇ, ਹੁਣ ਥੋੜ੍ਹਾ ਜਿਹਾ ਚੇਂਜ ਆਇਆ, ਚਲੋ ਆਪਾਂ ਉਹਦੇ ਵਿੱਚ ਨਹੀਂ ਪੈਣਾ। ਤਾਂ ਬੱਚੇ ਇਹ ਧਿਆਨ ਰੱਖਣਾ ਕਿ ਲੀਕਰ ਦੇ ਉੱਪਰ ਜਿਹੜੀ ਐਕਸਾਈਜ਼ ਲੱਗਦੀ ਹੈ ਉਹ ਸਟੇਟ ਦਾ ਡੋਮੇਨ ਹੈਗਾ, ਠੀਕ ਹੈ। ਤਾਂ ਆਪਾਂ ਨੇ ਜਿਹੜਾ ਇਹ ਹਾਲੇ ਲੀਕਰ ਦੇ ਉੱਪਰ ਐਕਸਾਈਜ਼ ਲੱਗਦੀ, ਇਹ ਵੀ ਸਬਜ਼ਿਊਮ ਨਹੀਂ ਕੀਤਾ, ਕਿਉਂਕਿ ਇਹ ਵੀ ਇੱਕ ਬਹੁਤ ਵੱਡਾ ਸੋਰਸ ਹੈਗਾ ਰੈਵਨਿਊ ਦਾ ਸਟੇਟਸ ਵਾਸਤੇ। ਦਾਰੂ ਦੇ ਉੱਪਰ ਜਿਹੜਾ ਟੈਕਸ ਲੈਂਦੇ ਨੇ ਸਰਕਾਰ, ਸਟੇਟ ਗਵਰਨਮੈਂਟ, ਉਹ ਕਾਫੀ ਅੱਛਾ ਖਾਸਾ ਟੈਕਸ ਲੈਂਦੇ ਨੇ, ਤਾਂ ਇਹ ਵੀ ਵੱਡਾ ਇੱਕ ਰੈਵਨਿਊ ਸੋਰਸ ਹੈ ਸਟੇਟ ਵਾਸਤੇ। ਸਟੈਂਪ ਡਿਊਟੀ ਬੱਚੇ, ਓਬਵੀਅਸਲੀ ਜਦੋਂ ਆਪਾਂ ਰਜਿਸਟਰੀ ਵਗੈਰਾ ਕਰਾਉਂਦੇ ਹਾਂ ਤਾਂ ਉਹ ਹਲੇ ਵੀ ਲੱਗਦੀ ਹੈਗੀ, ਠੀਕ ਹੈ। ਹਲੇ ਵੀ ਜੀਐਸਟੀ ਦੇ ਵਿੱਚ ਸਬਜ਼ਿਊਮ ਨਹੀਂ ਹੋਈ, ਰਜਿਸਟਰੀ ਹਲੇ ਵੀ ਹੁੰਦੀ ਹੈ, ਪੈਸੇ ਹਲੇ ਵੀ ਦੇਣੇ ਪੈਂਦੇ ਨੇ, ਠੀਕ ਹੈ ਜੀ। ਇਲੈਕਟ੍ਰੀਸਿਟੀ ਦੇ ਉੱਪਰ, ਬਿਜਲੀ ਦੇ ਉੱਪਰ ਜਿਹੜਾ ਤੁਸੀਂ ਬਿੱਲ ਦੇਖਿਆ ਹੋਊ ਕਦੇ, ਬਿੱਲ ਦੇ ਨੀਚੇ ਸੈਸ ਲੱਗਿਆ ਹੁੰਦਾ ਬੱਚੇ, ਇਲੈਕਟ੍ਰੀਸਿਟੀ ਸੈਸ, ਠੀਕ ਹੈ, ਟੈਕਸੇਸ਼ਨ ਲੱਗੀ ਹੁੰਦੀ ਹੈ। ਤਾਂ ਹਲੇ ਵੀ ਉਹ ਹੈਗਾ, ਹਲੇ ਵੀ ਜੀਐਸਟੀ ਦੇ ਵਿੱਚ ਉਹ ਸਬਜ਼ਿਊਮ ਨਹੀਂ ਹੋਇਆ ਹੈਗਾ, ਠੀਕ ਹੈ। ਵੈਟ ਔਨ ਪੈਟਰੋਲੀਅਮ, ਇਹ ਵੀ ਬਹੁਤ ਵੱਡਾ ਇੱਕ ਪੋਰਸ਼ਨ ਹੈ, ਠੀਕ ਹੈ। ਦੇਖੋ ਵੈਟ ਆਪਣੇ ਵੈਸੇ ਤਾਂ ਸਬਜ਼ਿਊਮ ਕਰ ਲਿਆ, ਬਟ ਵੈਟ ਔਨ ਪੈਟਰੋਲੀਅਮ, ਦੇਖੋ ਵੈਟ ਕਿਹਦੇ ਵਿੱਚ ਸੀਗਾ, ਸਟੇਟ ਦਾ ਡੋਮੇਨ ਸੀਗਾ। ਆਪਾਂ ਪਹਿਲਾਂ ਸੇਲਸ ਟੈਕਸ ਪੜ੍ਹਿਆ ਸੀ, ਉਹ ਵੀ ਸਟੇਟ ਦਾ ਸੀ, ਵੈਟ ਸੀ ਉਹ ਵੀ ਸਟੇਟ ਦਾ ਸੀ। ਫਿਰ ਆਪਾਂ ਨੇ ਦੇਖਿਆ ਸੀ ਵੈਟ ਆਪਾਂ ਨੇ ਜੀਐਸਟੀ ਦੇ ਵਿੱਚ ਸਬਜ਼ਿਊਮ ਕਰ ਲਿਆ, ਬਟ ਪੈਟਰੋਲੀਅਮ ਪ੍ਰੋਡਕਟ ਦੇ ਉੱਪਰ ਵੈਟ ਆਪਾਂ ਨੇ ਸਬਜ਼ਿਊਮ ਨਹੀਂ ਕੀਤਾ। ਦੇਖੋ ਪੈਟਰੋਲੀਅਮ ਦੇ ਦੋ ਵੱਡੇ ਟੈਕਸ ਲੱਗਦੇ ਨੇ ਬੱਚੇ, ਇੱਕ ਲੱਗਦੀ ਐਕਸਾਈਜ਼ ਡਿਊਟੀ, ਪੈਟਰੋਲੀਅਮ ਦੀ ਗੱਲ ਕਰ ਰਿਹਾ ਮੈਂ, ਇੱਕ ਲੱਗਦਾ ਵੈਟ। ਐਕਸਾਈਜ਼ ਕੌਣ ਲੈਂਦਾ ਬੱਚੇ, ਸੈਂਟਰ ਲੈਂਦੀ ਹੈ, ਗਵਰਨਮੈਂਟ, ਸੈਂਟਰ ਸਰਕਾਰ ਲੈਂਦੀ ਹੈ। ਆਪਾਂ ਪਿੱਛੇ ਪੜ੍ਹਿਆ ਸੀ ਜਿਹੜਾ 36% ਕਰਕੇ ਪ੍ਰਾਈਸ ਵਿੱਚ ਸ਼ੇਅਰ ਕਰਦੇ ਸੀ ਆਪਾਂ, ਹੈ ਨਾ। ਜਿਹੜੀ ਵੈਟ ਹੈ ਬੱਚੇ ਉਹ ਲੱਗਦੀ ਹੈ ਸਟੇਟ, ਉਹ ਲੈਂਦੀ ਹੈ ਸਟੇਟ। ਤਾਂ ਬਹੁਤ ਵੱਡਾ ਪੋਰਸ਼ਨ ਜਿਹੜਾ ਕੀ ਹੈ ਟੈਕਸਿਸ ਦੇ ਵਿੱਚ ਜਾਂਦਾ ਹੈ, ਪੈਟਰੋਲੀਅਮ ਦੇ ਪ੍ਰਾਈਸਿਸ ਦੇ ਵਿੱਚ ਦੋਨੇ ਸਰਕਾਰਾਂ ਲੈਂਦੀਆਂ ਨੇ, ਕੇਂਦਰ ਸਰਕਾਰ ਵੀ ਲੈਂਦੀ ਹੈ ਔਰ ਸਟੇਟ ਸਰਕਾਰ ਵੀ ਲੈਂਦੀ ਹੈ। ਸਟੇਟ ਕਿਵੇਂ ਲੈਂਦੀ ਹੈ, ਵੈਟ ਦੇ ਫਾਰਮ ਦੇ ਵਿੱਚ, ਸੈਂਟਰ ਕਿਵੇਂ ਲੈਂਦੀ ਹੈ, ਐਕਸਾਈਜ਼ ਦੇ ਫਾਰਮ ਦੇ ਵਿੱਚ, ਠੀਕ ਹੈ ਜੀ, ਇਹ ਚੀਜ਼ ਹੈ। ਤਾਂ ਬੱਚੇ ਜੂਨ 15 ਦੀ ਅਪਡੇਟ ਹੈਗੀ ਹੈ ਕਿ ਆਪਾਂ ਸਿਰਫ ਕੇਂਦਰ ਸਰਕਾਰ ਨੂੰ ਗਾਲਾਂ ਕੱਢੀ ਜਾਂਦੇ ਕਿ ਕੇਂਦਰ ਸਰਕਾਰ ਟੈਕਸਿਸ ਘਟਾ ਨਹੀਂ ਰਹੀ ਹੈਗੀ, ਇਸ ਕਰਕੇ ਪ੍ਰਾਈਸਿਸ ਬਹੁਤ ਵਧੀਆ ਜਾਂਦੇ ਨੇ ਫਿਊਲ ਦੇ, ਬਟ ਸਟੇਟ ਦੀਆਂ ਗਵਰਨਮੈਂਟਸ ਵੀ ਘੱਟ ਨਹੀਂ ਹੈਗੀਆਂ। ਪੰਜਾਬ ਨੇ ਵੀ ਜਿਹੜਾ ਵੈਟ ਔਨ ਪੈਟਰੋਲ ਇੰਨਾ ਸੀ ਪਹਿਲਾਂ, ਉਹਨੂੰ ਵਧਾਤਾ, ਮਤਲਬ ਆਪਾਂ ਨੇ ਨੰਬਰ ਨਹੀਂ ਯਾਦ ਕਰਨੇ, ਕਹਿਣਾ ਮਤਲਬ ਜਸਟ ਇੰਕਰੀਜ਼ ਕੀਤਾ, ਕਿਉਂਕਿ ਸਾਰੀਆਂ ਸਰਕਾਰਾਂ ਨੂੰ ਪੈਸੇ ਦੀ ਲੋੜ ਹੈਗੀ ਹੈ। ਸਾਰੇ ਸਰਕਾਰਾਂ ਦੇ ਬਜਟ ਹਿੱਲੇ ਪਏ ਨੇ, ਅਤੇ ਪੈਸਾ ਵੱਧੋ ਵੱਧ ਜਿੱਥੋਂ ਕੋਸ਼ਿਸ਼ ਕਰਦੇ ਨੇ ਉਹ ਕੱਢਣ ਦੀ ਕੋਸ਼ਿਸ਼ ਕਰਦੇ ਨੇ, ਠੀਕ ਹੈ। ਅਤੇ ਪੈਟਰੋਲ ਦੇ ਉੱਪਰ, ਡੀਜ਼ਲ ਦੇ ਉੱਪਰ, ਦੋਨਾਂ ਉੱਪਰ ਵੈਟ ਜਿਹੜਾ ਇੰਕਰੀਜ਼ ਕਰਤਾ। ਯਾਦ ਕੀ ਕਰਨਾ ਬੱਚੇ, ਵੈਟ ਕਿਹਦੀ ਹੈ, ਸਟੇਟ ਦੀ ਹੈ। ਤਾਂ ਪੈਟਰੋਲੀਅਮ ਦੇ ਉੱਪਰ ਦੋ ਟੈਕਸਿਸ ਨੇ, ਇੱਕ ਐਕਸਾਈਜ਼ ਹੈ, ਇੱਕ ਵੈਟ ਹੈ। ਐਕਸਾਈਜ਼ ਸੈਂਟਰ ਦੀ ਹੈ, ਵੈਟ ਸਟੇਟ ਦੀ ਹੈ, ਠੀਕ ਹੈ। ਐਕਸਾਈਜ਼ ਲੀਕਰ ਦੀ ਕਿਹਦੇ ਉੱਪਰ ਹੈ, ਕਿਹਦੀ ਹੈ, ਸਟੇਟ ਦੀ ਹੈ,
ਵੈਸੇ ਤਾਂ ਐਕਸਾਈਜ਼ ਕਿਹਦੀ ਹੈ ਬੱਚੇ, ਸੈਂਟਰ ਦੀ ਹੁੰਦੀ ਹੈ ਨੋਰਮਲੀ, ਠੀਕ ਹੈ। ਸਿਰਫ ਐਕਸਾਈਜ਼ ਔਨ ਲੀਕਰ ਫॉर ਹਿਊਮਨ ਕੰਜ਼ੰਪਸ਼ਨ ਇਜ਼ ਫॉर ਸਟੇਟ ਗਵਰਨਮੈਂਟ, ਇਹ ਸਿਰਫ ਸਟੇਟ ਦਾ ਡੋਮੇਨ ਹੈ, ਔਰ ਇਹ ਅਸੀਂ GST ਦੇ ਵਿੱਚ ਸਬਜ਼ਿਊਮ ਨਹੀਂ ਕੀਤਾ। ਬੱਚੇ ਜਿਹੜਾ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਆਪਣੇ ਹੱਥੀਂ ਨਾਲ ਇਹ ਪਲੀਜ਼ ਨੋਟ ਬਣਾ ਲਓ ਕਿ ਕਿਹੜੇ ਕਿਹੜੇ ਟੈਕਸਿਸ ਸਬਜ਼ਿਊਮ ਹੋਏ ਨੇ, ਕਿਹੜੇ ਨਹੀਂ ਹੋਏ। ਪਲੀਜ਼ ਇਹ ਮੇਰੇ ਪਰਸਨਲ ਰਿਕਮੈਂਡੇਸ਼ਨ ਹੋਏਗੀ, ਤੁਸੀਂ ਖੁਦ ਨੋਟਸ ਬਣਾ ਲਓ ਇਸ ਚੀਜ਼ ਦੇ, ਆਪਣੀ ਹੈਂਡ ਰਾਈਟਿੰਗ ਦੇ ਨਾਲ, ਆਪਣੀ ਲੈਂਗੁਏਜ ਦੇ ਵਿੱਚ, ਠੀਕ ਹੈ, ਜਿਵੇਂ ਤੁਹਾਨੂੰ ਸਮਝਣਾ ਸੌਖਾ ਹੋਵੇ। ਚਲੋ, ਤੋ ਹੁਣ ਜੇ ਆਪਾਂ ਟੋਟਲ ਦੇਖੀਏ ਬੱਚੇ, ਅੱਜ ਦੇ ਰਿਟੇਲ ਪ੍ਰਾਈਸ ਤੋਂ ਜੇ ਆਪਾਂ 100 ਰੁਪਏ ਦੀ ਗੱਲ ਕਰਦੇ ਹਾਂ ਤਾਂ 100 ਰੁਪਏ ਦੇ ਵਿੱਚੋਂ 60 ਰੁਪਏ ਤਾਂ ਜਿਹੜਾ ਫਿਊਲ ਦਾ ਪ੍ਰਾਈਸ ਹੈ ਉਹ ਟੈਕਸ ਦੇ ਕੇ ਹੀ ਆਏ ਆਪਾਂ, ਸੈਂਟਰ ਤੇ ਸਟੇਟ ਦੇ ਮਿਲਾ ਕੇ 60 ਰੁਪੀਸ ਦਾ ਟੈਕਸ ਦੇ ਵਿੱਚ ਜਾ ਰਹੇ ਨੇ। ਸਿਰਫ ਜਿਹੜੀ ਇੰਟਰਨੈਸ਼ਨਲ ਪ੍ਰਾਈਸ ਦੇ ਵਿੱਚ ਆਪਾਂ ਗੱਲ ਕਰੀਏ ਉਹ 40 ਰੁਪਏ ਦੀ ਵੈਲਿਊ ਹੈਗੀ ਹੈ, ਠੀਕ ਹੈ। ਹਾਂ ਬਿਲਕੁਲ, ਦੇਖੋ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੀ ਕਰੂਡ ਆਇਲ ਦੇ ਪ੍ਰਾਈਸ ਵਧੇ ਹੋਏ ਨੇ, ਨੋ ਡਾਊਟ ਵਧੇ ਹੋਏ ਨੇ, ਬਟ ਇੰਨੇ ਨਹੀਂ ਵਧੇ ਹੋਏ ਜਿੰਨੇ ਤੁਸੀਂ ਵਧਾ ਰੱਖੇ ਨੇਗੇ। ਤੁਹਾਡੇ ਆਪਣੇ ਟੈਕਸ ਇੰਨੇ ਜ਼ਿਆਦਾ ਲੱਗ ਰਹੇ ਨੇ ਪਹਿਲੀ ਗੱਲ ਤਾਂ, ਠੀਕ ਹੈ। ਤਾਂ ਅੱਧੇ ਤੋਂ ਜ਼ਿਆਦਾ ਤਾਂ ਟੈਕਸੇਸ਼ਨ ਹੀ ਹੈਗੀ ਹੈ ਆਪਣੇ ਐਟ ਜਿਹੜੇ ਪ੍ਰੈਜ਼ੈਂਟ ਰਿਟੇਲ ਪ੍ਰਾਈਸਿਸ ਨੇਗੇ, ਤਾਂ ਬਹੁਤ ਵੱਡੀ ਗੱਲ ਹੈ ਇਸ ਚੀਜ਼, ਠੀਕ ਹੈ। ਚਲੋ, ਹੁਣ ਬੱਚੇ GST ਦੇ ਵਿੱਚ ਕਿਹੜੀ ਕਿਹੜੀ ਚੀਜ਼ ਨਵੀਂ ਨਹੀਂ ਕਵਰ ਹੋ ਰਹੀ, ਇੱਕ ਤਾਂ ਆਪਾਂ ਹੁਣੀ ਦੇਖਿਆ ਕਿ ਪੈਟਰੋਲੀਅਮ ਤੇ ਐਲਕੋਹਲ ਤਾਂ ਕਵਰ ਨਹੀਂ ਹੋ ਰਹੇ। ਇਸ ਦੇ ਨਾਲ ਨਾਲ ਇਲੈਕਟ੍ਰਿਸਿਟੀ ਵੀ ਆਪਾਂ ਦੇਖੀਏ ਕਿ ਇਲੈਕਟ੍ਰਿਸਿਟੀ ਦੇ ਉੱਪਰ ਹਲੇ ਵੀ ਜਿਹੜੇ ਟੈਕਸ ਲੱਗ ਰਿਹਾ, ਸੈਸ ਲੱਗ ਰਿਹਾ ਹੈਗਾ, ਤਾਂ ਇਹ ਵੀ ਆਪਾਂ ਨੇ GST ਦੇ ਵਿੱਚ ਕਵਰ ਨਹੀਂ ਕੀਤਾ ਹੈਗਾ, ਠੀਕ ਹੈ। ਨਾਲ ਹੀ ਬੱਚੇ ਰੀਅਲ ਇਸਟੇਟ, ਕਿਉਂਕਿ ਸਟੈਂਪ ਡਿਊਟੀ ਵਗੈਰਾ ਹਲੇ ਵੀ ਲੱਗਦੀ ਹੈਗੀ ਹੈ, ਤਾਂ ਇਹ ਵੀ GST ਦੇ ਵਿੱਚ ਕਵਰ ਨਹੀਂ ਹੋਇਆ। ਤਾਂ 4 ਵੱਡੀਆਂ ਚੀਜ਼ਾਂ ਨੇ ਬੱਚੇ ਜਿਹੜੀਆਂ ਕਿ GST ਦੇ ਵਿੱਚ ਇਨਵੋਲਵ ਹਾਲੇ ਤੱਕ ਨਹੀਂ ਹੋਈਆਂ ਹੈਗੀਆਂ, ਠੀਕ ਹੈ। 3 ਟੈਕਸਿਸ ਲੱਗਦੇ ਨੇ ਬੱਚੇ ਬੇਸਿਕਲੀ GST ਦੇ ਵਿੱਚ, ਟੋਟਲ 3 ਟੈਕਸਿਸ ਲੱਗਦੇ ਨੇਗੇ, ਕਿਹੜੇ ਕਿਹੜੇ, CGST ਸੈਂਟਰਲ GST, ਸਟੇਟ GST ਤੇ IGST, ਠੀਕ ਹੈ। ਓਬਵੀਅਸਲੀ ਗੱਲ ਹੈ ਬੱਚੇ, ਜਿਹੜਾ CGST ਤੇ SGST ਹੈ ਇਹ ਤਾਂ ਸਟੇਟ ਦੇ ਵਿੱਚ ਟ੍ਰਾਂਜੈਕਸ਼ਨ ਜਦੋਂ ਹੋ ਰਹੀ ਹੈ, ਕੋਈ ਵੀ ਟ੍ਰੇਡ ਜਦੋਂ ਸਟੇਟ ਦੇ ਵਿੱਚ ਹੋ ਰਹੀ ਹੈ, ਜਦੋਂ ਇੰਟਰ ਸਟੇਟ ਹੋ ਰਹੀ ਉਹ ਮਤਲਬ ਪੰਜਾਬ ਹਰਿਆਣਾ, ਪੰਜਾਬ UP ਇੱਦਾਂ ਹੋ ਰਹੀ ਹੈ, ਫਿਰ ਆਪਾਂ ਜਿਹੜਾ ਲੱਗੂ ਬੱਚੇ ਉਹ IGST ਲੱਗੂ। ਇਹਨੂੰ ਕਲੈਕਟ ਕੌਣ ਕਰਦਾ ਬੱਚੇ, ਕਲੈਕਟ ਕਰਦੇ ਕੇਂਦਰ ਸਰਕਾਰ, ਸੈਂਟਰਲ ਗਵਰਨਮੈਂਟ, ਫੋਰ ਇੰਟਰ ਸਟੇਟ ਮਤਲਬ ਸਟੇਟ ਦੇ ਕਿਸੇ ਹੋਰ ਸਟੇਟ ਦੇ ਨਾਲ ਹੁੰਦੀ ਹੋਵੇ, ਠੀਕ ਹੈ। ਜਿਹੜੀ ਇਨ ਬਿਟਵੀਨ ਸਟੇਟ ਹੋਵੇ ਉਹਨੂੰ ਕਹਾਂਗੇ ਇੰਟਰਾ ਕਹਾਂਗੇ ਆਪਾਂ, ਜਿਹੜੀ ਕਿਸੇ 2 ਸਟੇਟ ਦੇ ਵਿੱਚ ਹੋਵੇ ਉਹਨੂੰ ਕਹਾਂਗੇ ਇੰਟਰ ਸਟੇਟ, ਠੀਕ ਹੈ। ਤਾਂ ਜਦੋਂ ਇੰਟਰ ਸਟੇਟ ਟ੍ਰੇਡ ਹੋ ਰਹੀ ਹੈ ਬੱਚੇ, ਉਦੋਂ ਆਪਾਂ ਕਲੈਕਟ ਕਰਦੇ ਹਾਂ IGST, ਠੀਕ ਹੈ, ਧਿਆਨ ਰੱਖਣਾ ਹੈ, ਇੰਟੀਗ੍ਰੇਟਡ GST ਬੇਸਿਕਲੀ, ਠੀਕ ਹੈ। ਇਹਦਾ ਅਰਲੀਅਰ ਵਰਜਨ ਕੀ ਸੀ ਬੱਚੇ, CST ਆਪਾਂ ਪਹਿਲਾਂ ਪੜ੍ਹਿਆ ਸੀ ਨਾ, ਸੈਂਟਰਲ ਸੇਲਸ ਟੈਕਸ, ਤਾਂ ਉਹ ਵੀ ਕੀ ਪੜ੍ਹੇ ਸੀ ਆਪਣੇ, ਜਦੋਂ ਦੋ ਸਟੇਟ ਦੇ ਵਿੱਚ ਕੋਈ ਟ੍ਰਾਂਜੈਕਸ਼ਨ ਹੋ ਰਹੀ ਹੈ, ਕੋਈ ਟ੍ਰੇਡ ਹੋ ਰਹੀ ਹੈ, ਉਦੋਂ CST ਲੱਗਦਾ ਹੁੰਦਾ ਸੀ, ਤੇ ਹੁਣ ਜਿਹੜਾ ਲੱਗਦਾ ਉਹ ਆਪਣਾ IGST ਲੱਗਦਾ ਹੈਗਾ, ਠੀਕ ਹੈ। ਇਹ ਤੁਸੀਂ ਧਿਆਨ ਨਾਲ ਪੜ੍ਹਨਾ ਬੱਚੇ ਕਿ IGST ਇਜ਼ ਕਲੈਕਟਡ ਬਾਈ ਸੈਂਟਰਲ ਗਵਰਨਮੈਂਟ, ਠੀਕ ਹੈ। ਤੇ ਬੱਚੇ ਇਹ ਦਿੱਤਾ ਕਿਹਨੂੰ ਜਾਂਦਾ ਹੈ, ਡੈਸਟੀਨੇਸ਼ਨ ਸਟੇਟ ਨੂੰ। ਇਹ ਵੀ ਤੁਸੀਂ ਨੋਟ ਕਰ ਸਕਦੇ ਹੋ ਕਿ ਡੈਸਟੀਨੇਸ਼ਨ, ਜਿਵੇਂ ਆਪਾਂ ਪੜ੍ਹਿਆ ਸੀ ਨਾ ਬੱਚੇ ਵੀ ਗੁਜਰਾਤ ਤੋਂ ਗੱਡੀ ਗਈ UP ਦੇ ਵਿੱਚ, ਤਾਂ ਟੈਕਸ ਜਿਹੜਾ ਲੱਗੂ UP ਦੇ ਵਿੱਚ ਲੱਗੂਗਾ, ਠੀਕ ਹੈ, ਟੈਕਸ UP ਦੇ ਵਿੱਚ ਲੱਗੂ। ਔਰ ਹੁਣ ਜਦੋਂ ਇੰਟਰ ਸਟੇਟ ਟ੍ਰਾਂਜੈਕਸ਼ਨ ਹੋ ਰਹੀ ਹੈ ਤਾਂ ਜਿਹੜਾ ਪੈਸਾ ਜਾਊਗਾ ਉਹ ਵੀ UP ਦੇ ਵਿੱਚ ਜਾਊਗਾ ਟੈਕਸੇਸ਼ਨ ਦਾ, ਠੀਕ ਹੈ। ਲੈਵੀ ਚਾਹੇ ਸੈਂਟਰਲ ਗਵਰਨਮੈਂਟ ਕਰ ਰਹੀ ਹੈ, ਬਟ ਜਾਊਗਾ ਪੈਸਾ ਜਿਹੜੀ ਡੈਸਟੀਨੇਸ਼ਨ ਸਟੇਟ ਹੈਗੀ, ਠੀਕ ਹੈ, ਉੱਥੇ ਜਾਓ। ਚਲੋ, ਕੁਛ ਪੋਲਿਟੀ ਵਾਲਾ ਪੋਰਸ਼ਨ ਹੈ ਬੱਚੇ GST ਦੇ ਵਿੱਚ, ਦੇਖੋ ਆਪਾਂ ਨਵੀਂ ਚੀਜ਼ ਲੈ ਕੇ ਆਏ ਹਾਂ, ਤਾਂ ਪੋਲਿਟੀ ਦੇ ਵਿੱਚ ਕਾਫੀ ਆਪਣੇ ਅਮੈਂਡਮੈਂਟਸ ਕੀਤੀਆਂ ਨੇਗੀਆਂ, ਸੰਵਿਧਾਨ ਦੇ ਵਿੱਚ ਅਮੈਂਡਮੈਂਟਸ ਕੀਤੀਆਂ ਨੇ, ਤਾਂ ਪੋਲਿਟੀ ਵਾਲਾ ਪੋਰਸ਼ਨ ਥੋੜ੍ਹਾ ਇੰਪੋਰਟੈਂਟ ਬਣ ਜਾਂਦਾ। ਸਭ ਤੋਂ ਪਹਿਲਾਂ ਤਾਂ ਬੱਚੇ ਸਾਰੀ ਫਸਾਦ ਜਿਹੜਾ ਮਤਲਬ ਫਾਊਂਡੇਸ਼ਨ ਹੈ ਉਹ ਹੈਗੀ ਹੈ 101 ਕੌਂਸਟੀਟਿਊਸ਼ਨ ਅਮੈਂਡਮੈਂਟ ਐਕਟ। ਇਸੇ ਅਮੈਂਡਮੈਂਟ ਐਕਟ ਦੇ ਨਾਲ ਆਪਾਂ ਨੇ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਕੀ ਆਪਾਂ ਨੇ ਚੇਂਜ ਲੈ ਕੇ ਆਏ ਨੇ ਸੰਵਿਧਾਨ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਆਪਾਂ ਨੇ ਨਵਾਂ ਆਰਟੀਕਲ ਐਡ ਕੀਤਾ ਬੱਚੇ 289A GST ਕਾਊਂਸਲ। ਇਹ ਬਹੁਤ ਇੰਪੋਰਟੈਂਟ ਆਰਟੀਕਲ ਹੈ ਬੱਚੇ ਇਹ, ਠੀਕ ਹੈ। ਸਿੱਧਾ ਹੀ ਪੁੱਛਣਗੇ ਕਿ GST ਕਾਊਂਸਲ ਦਾ ਆਰਟੀਕਲ ਕਿਹੜਾ, ਤਾਂ ਉਹਦਾ ਆਨਸਰ ਇਹ ਆਏਗਾ, ਠੀਕ ਹੈ। ਤਾਂ ਆਪਾਂ ਨੇ ਇਸ ਅਮੈਂਡਮੈਂਟ ਦੇ ਨਾਲ ਸਭ ਤੋਂ ਪਹਿਲਾਂ ਤਾਂ ਇਹ ਬੋਡੀ ਬਣਾਈ ਹੈ GST ਕਾਊਂਸਲ। ਇੱਕ ਹੋਰ ਆਰਟੀਕਲ ਐਡ ਕੀਤਾ ਬੱਚੇ ਆਪਣੇ 246A, ਠੀਕ ਹੈ। ਦੇਖੋ ਹੁਣ ਤੱਕ ਆਪਣੇ ਕੋਲ ਆਰਟੀਕਲ 246 ਹੈ, ਇਹਦੇ ਵਿੱਚ ਕੀ ਹੈ, ਲਿਸਟ ਹੈ 7th ਸ਼ਡਿਊਲ, ਤੁਸੀਂ ਪੜ੍ਹਿਆ ਹੋਣਾ ਮਾੜਾ ਮੋਟਾ ਇਹਦੇ ਬਾਰੇ, ਹੈ ਨਾ, ਯੂਨੀਅਨ ਲਿਸਟ, ਸਟੇਟ ਲਿਸਟ, ਕੰਕਰੈਂਟ ਲਿਸਟ, ਠੀਕ ਹੈ। ਤਾਂ ਬੱਚੇ ਜਿਹੜੀ ਟੈਕਸੇਸ਼ਨ ਵਾਲੇ ਮੈਟਰ ਨੇ ਉਹ ਜਾਂ ਤਾਂ ਯੂਨੀਅਨ ਦੇ ਵਿੱਚ ਸੀ ਜਾਂ ਸਟੇਟ ਦੇ ਵਿੱਚ ਸੀ। ਕੰਕਰੈਂਟ ਦੇ ਵਿੱਚ ਆਪਣੇ ਕੋਲ ਕੋਈ ਟੈਕਸੇਸ਼ਨ ਵਾਲਾ ਮੈਟਰ ਨਹੀਂ ਸੀ ਆ ਸੱਚ ਵੀ ਜਿਹਦੇ ਉੱਪਰ ਦੋਨੇ ਲੌਜ਼ ਬਣਾ ਸਕਣ। ਤਾਂ ਆਪਾਂ ਨੇ ਆਰਟੀਕਲ 246 ਇਸੇ ਕਰਕੇ ਨਵਾਂ ਆਰਟੀਕਲ ਐਡ ਕਰ ਲਿਆ ਕਿ 246 ਦੇ ਵਿੱਚ ਆਪਣੇ ਕੋਲ ਕੋਈ ਇਹੋ ਜਿਹੀ ਸੁਟੇਬਲ ਪ੍ਰੋਵੀਜ਼ਨ ਨਹੀਂ ਸੀਗੀ, ਤਾਂ ਆਪਾਂ ਨੂੰ ਨਵਾਂ ਆਰਟੀਕਲ ਐਡ ਕਰਨਾ ਪਿਆ ਜਿਹਦੇ ਵਿੱਚ ਕਿ GST ਜਿਹੜਾ ਹੈਗਾ, GST ਦੇ ਉੱਪਰ ਕੋਈ ਕਾਨੂੰਨ ਬਣਾਉਣਾ ਅਗਰ ਤਾਂ ਸੈਂਟਰ ਵੀ ਬਣਾ ਸਕਦੀ ਹੈ ਔਰ ਸਟੇਟ ਵੀ ਬਣਾ ਸਕਦੀ ਹੈ, ਠੀਕ ਹੈ। ਕੋਈ ਐ ਨਹੀਂ ਹੈਗਾ ਵੀ ਇਕੱਲੀ ਸੈਂਟਰ ਬਣਾਓ, ਇਕੱਲੀ ਸਟੇਟ ਬਣਾਓ, ਸੈਂਟਰ ਵੀ ਬਣਾ ਸਕਦੀ ਹੈ, ਸਟੇਟ ਵੀ ਬਣਾ ਸਕਦੀ ਹੈ। ਕਾਹਦੇ ਉੱਪਰ, GST ਦੇ ਉੱਪਰ ਅਗਰ ਕੋਈ ਕਾਨੂੰਨ ਬਣਾਉਣਾ ਹੈਗਾ, ਠੀਕ ਹੈ। ਇਹ ਚੀਜ਼ ਆਪਾਂ ਨੂੰ ਆਰਟੀਕਲ 246 ਤੋਂ ਮਿਲਦੀ ਹੈ। ਕੁਛ ਲੌਜ਼ ਨੇ ਬੱਚੇ, ਦੇਖੋ ਇਹ ਤਾਂ ਹੈਗੀ ਆ ਸੰਵਿਧਾਨਿਕ ਚੀਜ਼ਾਂ, ਕੌਂਸਟੀਟਿਊਸ਼ਨਲ ਚੀਜ਼ਾਂ ਹੈਗੀਆਂ ਨੇ, ਆਰਟੀਕਲ 279A 246A, ਠੀਕ ਹੈ। ਹੁਣ ਇਸ ਤੋਂ ਇਲਾਵਾ ਪਾਰਲੀਮੈਂਟ ਨੇ ਕੁਛ ਲੌਜ਼ ਵੀ ਬਣਾਉਣੇ ਪਏ, ਕਿਹੜੇ CGST ਐਕਟ, ਅਤੇ ਸਾਰੀਆਂ ਸਟੇਟਸ ਨੇ ਬੱਚੇ ਕੀ ਪਾਸ ਕੀਤਾ ਆਪਣੇ ਅਸੈਂਬਲੀ ਦੇ ਵਿੱਚ SGST ਐਕਟ, ਜਿਵੇਂ ਪੰਜਾਬ GST ਐਕਟ, ਹੈ ਨਾ, ਸਟੇਟ GST ਐਕਟ, ਸਾਰਿਆਂ ਸਟੇਟਸ ਨੇ ਇਹ ਆਪਣੀ ਅਸੈਂਬਲੀ ਦੇ ਵਿੱਚ ਇਹ ਐਕਟ ਪਾਸ ਕੀਤੇ ਨੇਗੇ, ਠੀਕ ਹੈ।
ਇਸ ਤੋਂ ਇਲਾਵਾ ਬੱਚੇ ਇੱਕ ਬਹੁਤ ਇੰਪੋਰਟੈਂਟ ਲਾਅ ਬਣਾਇਆ ਗਿਆ ਉਹ GST ਕੰਪਨਸੇਸ਼ਨ ਟੂ ਸਟੇਟਸ ਐਕਟ 2017। ਇਹਦੇ ਬਾਰੇ ਆਪਾਂ ਅੱਗੇ ਪੜਾਂਗੇ ਡਿਟੇਲ ਦੇ ਵਿੱਚ ਕੀ ਹੈ, ਕਿਉਂਕਿ ਤੁਸੀਂ ਸੁਣਿਆ ਹੋਊਗਾ ਬੱਚੇ ਕਿ ਕੇਂਦਰ ਸਰਕਾਰ ਤੇ ਸਟੇਟ ਗਵਰਨਮੈਂਟ ਦੇ ਵਿੱਚ ਕਾਫੀ ਇਹ ਤਕਰਾਰ ਚੱਲ ਰਹੀ ਸੀ ਪਿਛਲੇ ਕੁਝ ਦਿਨਾਂ ਚੋਂ ਕਿ ਕੰਪਨਸੇਸ਼ਨ ਕੇਂਦਰ ਸਰਕਾਰ ਨਹੀਂ ਪੇ ਕਰ ਰਹੀ। ਠੀਕ ਹੈ, ਕੇਂਦਰ ਸਰਕਾਰ ਬੱਚੇ ਇੱਕ ਥੋੜੀ ਕੰਪਨਸੇਸ਼ਨ ਦੇ ਵਾਸਤੇ ਲਾਇਬਲ ਹੈ ਕਿ ਸਾਰੀਆਂ ਸਟੇਟਸ ਨੂੰ ਕੁਝ ਕੰਪਨਸੇਸ਼ਨ ਦੇਣੀ ਹੈਗੀ, ਉਹ ਆਪਾਂ ਪੜ੍ਹਦੇ ਅੱਗੇ। ਤੇ ਬਟ ਕੋਵਿਡ ਕਰਕੇ ਟੈਕਸੇਸ਼ਨ ਆ ਨਹੀਂ ਰਹੀ ਹੈਗੀ, GST ਕਲੈਕਸ਼ਨ ਨਹੀਂ ਹੋ ਰਹੀ ਸੀਗੀ। ਠੀਕ, ਹੁਣ ਤਾਂ ਹਾਲੇ ਥੋੜੀ ਜਿਹੀ ਫਿਰ ਵੀ ਰਿਕਵਰ ਹੋਣ ਲੱਗੀ, ਬਟ ਪਿੱਛੇ ਜੇ ਕੁਝ ਬਿਲਕੁਲ ਪੈਸਾ ਨਹੀਂ ਆ ਰਿਹਾ ਸੀ, ਤੇ ਬਿਲਕੁਲ ਕਿਸੇ ਕੋਲ ਜਦੋਂ ਪੈਸਾ ਆ ਨਹੀਂ ਰਿਹਾ ਸੀ ਤਾਂ ਫਿਰ ਸਟੇਟਸ ਨੂੰ ਵੀ ਨਹੀਂ ਮਿਲ ਰਿਹਾ ਸੀਗਾ। ਜਦੋਂ ਕੇਂਦਰ ਕੋਲੇ ਪੈਸਾ ਨਹੀਂ ਆ ਰਿਹਾ ਤਾਂ ਫਿਰ ਸਟੇਟਸ ਨੂੰ ਵੀ ਨਹੀਂ ਮਿਲ ਰਿਹਾ ਸੀਗਾ। ਠੀਕ ਹੈ, ਤਾਂ ਕੰਪਨਸੇਸ਼ਨ ਦੀ ਕਾਫੀ ਡਿਬੇਟ ਚੱਲ ਰਹੀ ਸੀ ਵੀ ਕੰਪਨਸੇਸ਼ਨ ਸਟੇਟਸ ਨੂੰ ਕਿਉਂ ਨਹੀਂ ਮਿਲ ਰਹੀ ਹੈਗੀ। ਠੀਕ ਹੈ, ਤਾਂ ਆਪਾਂ ਇਸ ਕਰਕੇ ਇਹਨੂੰ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਪੜ੍ਹਦੇ ਹਾਂ। ਹੋਰ ਕੀ ਬੱਚੇ ਪੋਲਿਟੀ ਦੇ ਵਿੱਚ ਚੇਂਜ ਆਇਆ, ਸ਼ਡਿਊਲ 7 ਦੀ ਮੈਂ ਗੱਲ ਕਰ ਰਿਹਾ ਸੀਗਾ। ਠੀਕ ਹੈ, ਸ਼ਡਿਊਲ 7 ਤਾਂ ਇਹਦੇ ਵਿੱਚ ਬੱਚੇ ਕੀ ਹੈ, ਯੂਨੀਅਨ ਲਿਸਟ ਹੈ, ਸਟੇਟ ਲਿਸਟ ਹੈ। ਹੁਣ GST ਆਉਣ ਤੋਂ ਬਾਅਦ ਬੱਚੇ 2 ਐਂਟਰੀਆਂ ਰਿਮੂਵ ਦੋਨਾਂ ਦੇ ਵਿੱਚ ਕੀਤੀਆਂ। ਯੂਨੀਅਨ ਲਿਸਟ ਦੇ ਵਿੱਚ ਵੀ 2 ਐਂਟਰੀਆਂ ਰਿਮੂਵ ਕਰਤੀਆਂ ਆਪਣੇ, ਸਟੇਟ ਲਿਸਟ ਦੇ ਵਿੱਚ ਵੀ 2 ਐਂਟਰੀਆਂ ਰਿਮੂਵ ਕਰਤੀਆਂ। ਠੀਕ ਹੈ, ਹੁਣ ਤੁਹਾਡੀਆਂ ਪੁਰਾਣੀਆਂ ਬੁੱਕਸ ਦੇ ਵਿੱਚ ਬੱਚੇ ਹਮੇਸ਼ਾ ਲਿਖਿਆ ਹੋਊਗਾ ਕਿ ਯੂਨੀਅਨ ਲਿਸਟ ਦੇ ਵਿੱਚ 100 ਸਬਜੈਕਟਸ ਨੇਗੇ, ਸਟੇਟ ਲਿਸਟ ਦੇ ਵਿੱਚ 61 ਨੇ, ਬਟ ਇੱਦਾਂ ਨਹੀਂ ਰਿਹਾ ਹੁਣ। 101st ਅਮੈਂਡਮੈਂਟ ਤੋਂ ਬਾਅਦ ਹੁਣ ਜਿਹੜਾ 100 ਤੋਂ 98 ਹੋ ਚੁੱਕਿਆ। ਅਗਰ ਤੁਹਾਡੀ ਬੁੱਕ ਦੇ ਵਿੱਚ ਹਲੇ ਵੀ 100 ਲਿਖਿਆ ਤੁਸੀਂ ਚੇਂਜ ਕਰ ਸਕਦੇ ਹੋ, ਤੇ 61 ਤੋਂ ਹੁਣ 59 ਸਬਜੈਕਟ ਹੋ ਗਏ ਕਿਹਦੇ ਵਿੱਚ, ਸਟੇਟ ਲਿਸਟ ਦੇ ਵਿੱਚ। ਇਹ ਤੁਸੀਂ ਦੋਨੋਂ ਜਿਹੜੇ ਨੰਬਰ ਨੇ ਨੋਟ ਕਰ ਸਕਦੇ ਹੋ, ਚੇਂਜ ਹੋ ਗਏ। ਤੁਹਾਡੀਆਂ ਬੁੱਕਸ ਨੂੰ ਅਪਡੇਟ ਕਰ ਲਓ ਪਲੀਜ਼। ਚਲੋ ਹੁਣ ਮੈਂ ਗੱਲ ਕਰ ਰਿਹਾ ਸੀ ਬੱਚੇ GST ਕੰਪਨਸੇਸ਼ਨ ਟੂ ਸਟੇਟ ਐਕਟ 2017। ਇਹਦੇ ਵਿੱਚ ਬੇਸਿਕਲੀ ਕੀ ਸੀ ਬੱਚੇ, ਦੇਖੋ GST ਤੁਹਾਨੂੰ ਮੈਂ ਆਪਾਂ ਗੱਲ ਕਰ ਰਹੇ ਸੀਗੇ ਕਿ 2004 ਦੇ ਵਿੱਚ ਕੇਲਕਰ ਕਮੇਟੀ ਨੇ ਪਹਿਲਾਂ ਰეკਮੈਂਡ ਕੀਤਾ। ਈਵਨ ਉਦੋਂ ਪਹਿਲਾਂ ਵੀ ਕਾਫੀ ਚਰਚਾ ਚੱਲਦੀ ਹੁੰਦੀ ਸੀ ਵੀ ਇਹੋ ਜਿਹਾ ਕੁਝ ਹੋਣਾ ਚਾਹੀਦਾ ਆਪਣੇ ਦੇਸ਼ ਦੇ ਵਿੱਚ। ਤਾਂ ਹੁਣ 2004 ਤੋਂ 2017 ਹੋ ਗਈ ਬੱਚੇ ਜਦੋਂ ਇੰਪਲੀਮੈਂਟ ਹੋਇਆ। ਠੀਕ ਹੈ, ਇਹ 13 ਸਾਲ ਕਿਉਂ ਲੱਗੇ ਇੰਨੇ, ਜਾਂ ਉਦੋਂ ਵੀ ਵੱਧ ਟਾਈਮ ਕਿਉਂ ਲੱਗ ਗਿਆ, ਕਿਉਂਕਿ ਸਭ ਤੋਂ ਵੱਡੀ ਓਪੋਜੀਸ਼ਨ ਸਟੇਟਸ ਹੀ ਕਰਦੇ ਸੀਗੇ। UPA ਗਵਰਨਮੈਂਟ ਵੀ ਲੈਣਾ ਚਾਹੁੰਦੀ ਸੀ, ਪਹਿਲਾਂ ਕਾਂਗਰਸ ਸਰਕਾਰ ਵੀ ਲੈਣਾ ਚਾਹੁੰਦੀ ਸੀ, ਫਿਰ BJP ਸਰਕਾਰ ਵੀ ਲੈ ਕੇ ਆਈ ਹੈ। ਦੋਨੇ ਸਰਕਾਰਾਂ ਚਾਹੁੰਦੀਆਂ ਸੀ ਲੈ ਕੇ ਆਉਣਾ, ਬਟ ਕਿਉਂ ਦੇਰ ਲੱਗੀ, ਕਿਉਂਕਿ ਸਟੇਟਸ ਨੇ ਕਾਫੀ ਅਪੋਜ਼ ਕੀਤਾ। ਕਾਰਨ ਕਿਉਂਕਿ ਜਿਵੇਂ ਸਟੇਟ ਦੀ ਆਪਾਂ ਵੈਟ ਦੀ ਗੱਲ ਕਰਦੇ ਹਾਂ, ਵੈਟ ਬਹੁਤ ਵੱਡਾ ਇੱਕ ਰੈਵਨਿਊ ਸੋਰਸ ਸੀ ਸਟੇਟ ਦਾ। ਠੀਕ ਹੈ, ਤਾਂ ਵੈਟ ਨੂੰ ਅਗਰ ਤੁਸੀਂ ਖਤਮ ਕਰਨਾ ਹੈ ਤਾਂ ਸਟੇਟਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਹੋਏਗੀ ਚੀਜ਼ ਇਹ। ਠੀਕ ਹੈ, ਕਿਉਂਕਿ ਸਟੇਟ ਨੂੰ ਫਿਰ ਕੀ ਹੈ ਬੱਚੇ, ਸੈਂਟਰ ਦਾ ਮੁਹਤਾਜ ਬਣਨਾ ਪੈ ਜਾਣਾ ਸੀ ਕਿਸੇ ਮਾੜੀ ਮੋਟੀ ਫੰਡ ਵਾਸਤੇ। ਠੀਕ ਹੈ, ਕੋਈ ਮਾੜੀ ਮੋਟੀ ਖਰਚਾ ਕਰਨਾ 5-7 ਰੁਪਏ ਖਰਚਣੇ ਨੇ, ਫਿਰ ਵੀ ਸੈਂਟਰ ਦਾ ਦਰਵਾਜ਼ਾ ਖੜਕੜਾਉਣਾ ਪਿਆ ਕਰੇਗਾ ਹਮੇਸ਼ਾ ਕਿ ਹਾਂਜੀ ਸਾਨੂੰ ਥੋੜ੍ਹੇ ਬਹੁਤ ਪੈਸੇ ਦੇ ਦਿਓ। ਤਾਂ ਸਟੇਟਸ ਰਾਜ਼ੀ ਨਹੀਂ ਸੀਗੀਆਂ ਇਸ ਵਾਸਤੇ। ਠੀਕ ਹੈ, ਤਾਂ ਇਹ ਚੀਜ਼ ਹੁਣ ਇੱਕ ਲੋਲੀਪੋਪ ਦਿੱਤੀ, ਜਿਵੇਂ ਬੱਚਾ ਕੋਈ ਜਿਹੜਾ ਜਿੱਦ ਕਰਦਾ ਉਹਨੂੰ ਆਪਾਂ ਫਿਰ ਲਾਲਚ ਦਿੰਦੇ ਹਾਂ। ਤਾਂ ਇਹੀ ਕੰਪਨਸੇਸ਼ਨ ਦੇ ਫਾਰਮ ਦੇ ਵਿੱਚ ਇੱਕ ਲੋਲੀਪੋਪ ਦਿੱਤੀ ਗਈ ਸਟੇਟਸ ਨੂੰ ਕਿ ਤੁਸੀਂ ਟੈਨਸ਼ਨ ਨਾ ਲਓ, ਤੁਹਾਡਾ ਰੈਵਨਿਊ ਘਟਦਾ ਨਹੀਂ ਹੈਗਾ, ਤੁਹਾਡੀ ਇਨਕਮ ਘਟਦੀ ਨਹੀਂ ਹੈਗੀ, ਈਵਨ ਵਧੂਗੀ ਇਨਕਮ। ਕਿਵੇਂ ਵਧੂਗੀ, ਐਟਲੀਸਟ 14% ਦੇ ਹਿਸਾਬ ਨਾਲ, ਵੀ ਜੇ ਅੱਜ ਤੁਹਾਡੀ ਇਨਕਮ 100 ਕਰੋੜ ਰੁਪਏ ਹੈ, ਅਗਲੇ ਸਾਲ ਤੁਹਾਡੀ 114 ਕਰੋੜ ਰੁਪਏ ਇਨਕਮ ਹੋ ਜੂਗੀ। ਠੀਕ ਹੈ, ਇੰਨੇ ਅੱਛੇ ਰੇਟਾਂ ਨਾਲ ਤੁਹਾਡੀ ਇਨਕਮ ਇੰਕਰੀਜ਼ ਹੋਊਗੀ ਜਦੋਂ GST ਆਉਂਦਾ। ਤਾਂ ਇਹ ਲੋਲੀਪੋਪ ਇੱਕ ਲਾਲਚ ਦਿੱਤਾ ਗਿਆ ਸਟੇਟ ਗਵਰਨਮੈਂਟਸ ਨੂੰ। ਬਟ ਸਟੇਟ ਗਵਰਨਮੈਂਟ ਕਿਹੜਾ ਪਾਗਲ ਨੇਗੀਆਂ, ਉਹ ਬੱਚੇ ਛੋਟੇ ਬੱਚੇ ਨਹੀਂ ਹੈਗੇ, ਵੱਡੇ ਹੋ ਗਏ ਫਿਰ ਵੀ। ਠੀਕ ਹੈ, ਹੈਗੇ ਬੱਚੇ ਨੇ ਬਟ ਫਿਰ ਵੀ ਵੱਡੇ ਬੱਚੇ ਨੇ ਉਹ। ਤਾਂ ਥੋੜ੍ਹੀ ਜਿਹੀ ਅਕਲ ਆ ਗਈ ਉਹਨਾਂ ਨੂੰ, ਉਹ ਕਹਿੰਦੇ ਤੁਸੀਂ ਐਵੇਂ ਤੁਹਾਨੂੰ ਪਾਗਲ ਨਾ ਬਣਾਓ। ਠੀਕ ਹੈ, ਉਹਨੇ ਕੀ ਕਿਹਾ ਬੱਚੇ, ਸਟੇਟ ਨੇ ਕੀ ਕਿਹਾ, ਮਨਪ੍ਰੀਤ ਬਾਦਲ ਨੇ ਆਪਣਾ ਨਿਰਮਲਾ ਮੈਡਮ ਨੂੰ ਕੀ ਕਿਹਾ, ਮੈਡਮ ਤੁਸੀਂ ਸਾਨੂੰ ਪਾਗਲ ਨਾ ਬਣਾਓ, ਇੱਦਾਂ ਪੋਸੀਬਲ ਨਹੀਂ ਹੈਗਾ। ਤਾਂ ਮੈਡਮ ਫਿਰ ਕੀ ਕਹਿੰਦੇ, ਜਾਂ ਜੈਟਲੀ ਸਾਹਿਬ ਉਦੋਂ ਕੀ ਕਹਿੰਦੇ ਕਿ ਤੁਸੀਂ ਟੈਨਸ਼ਨ ਨਾ ਲਓ, ਅਸੀਂ ਤੁਹਾਨੂੰ ਕੰਪਨਸੇਸ਼ਨ ਪ੍ਰੋਮਿਸ ਕਰਦੇ ਹਾਂ। ਅਗਰ ਤੁਹਾਡੀ ਆਪਣੇ ਆਪ ਇੰਨੀ ਗਰੋਥ ਨਹੀਂ ਹੁੰਦੀ ਤਾਂ ਅਸੀਂ ਤੁਹਾਨੂੰ ਓਨੀ ਕੰਪਨਸੇਸ਼ਨ ਦੇਵਾਂਗੇ ਕਿ ਤੁਹਾਡੀ ਐਕਚੁਅਲ ਦੀ ਗਰੋਥ ਇੰਨੀ ਹੀ ਹੋਵੇ। ਠੀਕ ਹੈ, ਮੰਨ ਲਓ 100 ਤੋਂ 114 ਕਰੋੜ ਬਣਨਾ ਸੀਗਾ, ਤੁਹਾਡਾ 100 ਤੋਂ 102 ਕਰੋੜ ਹੀ ਹੋਏਗਾ, ਬਾਕੀ ਜਿਹੜਾ ਬੈਲੈਂਸ 12 ਕਰੋੜ ਹੈ ਬੱਚੇ ਉਹ ਤੁਹਾਨੂੰ ਕੇਂਦਰ ਸਰਕਾਰ ਪ੍ਰੋਵਾਈਡ ਕਰੂਗੀ ਅੰਡਰ ਦਿਸ ਐਕਟ, ਕਿ ਸਟੇਟ ਨੂੰ ਕੰਪਨਸੇਸ਼ਨ ਦੇਣੀ ਪਊਗੀ ਕੇਂਦਰ ਸਰਕਾਰ ਨੂੰ। ਠੀਕ ਹੈ, ਤਾਂ ਇਹੀ ਇੱਕ ਪ੍ਰੋਮਿਸ ਕੀਤਾ ਗਿਆ ਸਟੇਟ ਗਵਰਨਮੈਂਟ ਨੂੰ ਵੀ ਤੁਸੀਂ ਟੈਨਸ਼ਨ ਨਾ ਲਓ, ਤੁਸੀਂ GST ਪਾਸ ਕਰੋ ਇੱਕ ਵਾਰੀ, ਤੁਹਾਡਾ ਰੈਵਨਿਊ ਆਪਾਂ ਸਿਰਾ ਲਾ ਦਾਂਗੇ, ਆਪਾਂ ਗੱਲਬਾਤ ਓਕੇ ਰਿਪੋਰਟ ਕਰਾ ਦਾਂਗੇ ਆਪਾਂ। ਠੀਕ ਹੈ, ਇਹ ਇੱਕ ਲਾਲਚ ਦਿੱਤਾ ਗਿਆ ਸਟੇਟਸ ਨੂੰ। ਤਾਂ ਤੁਸੀਂ ਇਹ ਨੰਬਰ ਯਾਦ ਕਰਨਾ ਬੱਚੇ ਕਿ ਕਿੰਨੀ ਗਰੋਥ ਪ੍ਰੋਮਿਸ ਕੀਤੀ ਗਈ ਹੈ ਸਟੇਟਸ ਨੂੰ, 14% ਦੀ ਗਰੋਥ ਪ੍ਰੋਮਿਸ ਕੀਤੀ ਗਈ ਹੈ। ਕਿੰਨੇ ਟਾਈਮ ਲਈ ਬੱਚੇ, ਐਟਲੀਸਟ 5 ਸਾਲਾਂ ਵਾਸਤੇ। ਠੀਕ ਹੈ, ਤਾਂ ਮਤਲਬ ਅਪ ਟੂ 2022, ਕਿਉਂਕਿ 2017 ਦੇ ਵਿੱਚ ਐਕਟ ਪਾਸ ਹੋਇਆ ਸੀ, ਤਾਂ ਐਟਲੀਸਟ ਅਪ ਟੂ 2022 ਇਹ ਕੰਪਨਸੇਸ਼ਨ ਮਤਲਬ ਕੀ ਹੈ, ਇੱਕ ਪ੍ਰਪੋਜ਼ਡ ਹੈਗੀ ਹੈ ਵੀ ਹਾਂਜੀ ਸਟੇਟ ਜਿਹੜੇ ਸੈਂਟਰ ਹੈਗੀ ਹੈ, ਸੈਂਟਰ ਸਟੇਟ ਨੂੰ ਕੰਪਨਸੇਸ਼ਨ ਪ੍ਰੋਵਾਈਡ ਕਰੇਗੀ ਐਟਲੀਸਟ 5 ਸਾਲਾਂ ਵਾਸਤੇ, ਐਨੂਅਲ ਗਰੋਥ ਵਿਦ 14%। ਠੀਕ ਹੈ ਜੀ, ਬਟ ਹੁਣ ਇਹ ਵੀ ਕਿਹਾ ਜਾ ਰਿਹਾ ਬੱਚੇ ਕਿਉਂਕਿ ਐਕਟ ਆਫ ਕੋਵਿਡ ਕਰਕੇ ਹੋ ਸਕਦਾ ਹੈ ਇਹ ਜਿਹੜਾ 5 ਸਾਲ ਦਾ ਟਾਈਮ ਹੈ ਇਹ ਇੰਕਰੀਜ਼ ਵੀ ਹੋ ਜੇ, ਇਹ ਵੀ ਚੀਜ਼ ਪੋਸੀਬਲ ਹੈਗੀ ਹੈ। ਠੀਕ ਹੈ, ਫਿਲਹਾਲ ਲਈ ਤਾਂ 5 ਸਾਲ ਹੀ ਹੈ, ਬਟ ਹੋ ਸਕਦਾ ਇਹ ਹੋਰ ਵਧਾਉਣਾ ਪੈ ਜੇ, ਕਿਉਂਕਿ ਸਟੇਟਸ ਨੂੰ ਕੰਪਨਸੇਸ਼ਨ ਹਾਲੇ ਨਹੀਂ ਮਿਲ ਰਹੀ, ਕੇਂਦਰ ਕੋਲੇ ਆਪਣੇ ਕੋਲੇ ਪੈਸਾ ਨਹੀਂ, ਸਟੇਟਸ ਨੂੰ ਕਿੱਥੋਂ ਦੇ ਦੂਗਾ। ਠੀਕ ਹੈ, ਤਾਂ ਇਹੀ ਜਿਹੜਾ ਹੁਣ ਮਤਲਬ ਗੈਪ ਰਹਿ ਜੂਗਾ, ਇਹਨੂੰ ਫੁੱਲਫਿਲ ਕਰਨ ਵਾਸਤੇ ਹੋ ਸਕਦਾ ਹੈ ਇਹ ਜਿਹੜੀ ਕੰਪਨਸੇਸ਼ਨ ਵਾਲਾ ਸਿਸਟਮ ਹੈ ਇਹਨੂੰ ਐਕਸਟੈਂਡ ਕੀਤਾ ਜਾਵੇ। ਠੀਕ ਹੈ, ਹੁਣ ਬੱਚੇ ਕੰਪਨਸੇਸ਼ਨ ਵਾਲਾ ਪੈਸਾ ਕਿੱਥੋਂ ਆ ਰਿਹਾ,
ਇਹ ਪੈਸਾ ਬੱਚੇ ਸਪੈਸੀਫਿਕਲੀ ਇੱਕ ਹੋਰ ਸੈਸ ਤੋਂ ਲੈਵੀ ਕੀਤਾ ਜਾਂਦਾ ਹੈਗਾ। ਆਪਾਂ ਬੱਚੇ ਸੈਸ ਦੇ ਸਰਚਾਰਜ ਦੇ ਬਾਰੇ ਪੜ੍ਹ ਚੁੱਕੇ ਹਾਂ ਕੀ ਹੁੰਦੇ ਨੇ, ਹੈ ਨਾ, ਇਹ ਚੀਜ਼ਾਂ। ਤਾਂ ਬਾਕੀ ਹੁਣ ਵੀ ਦੁਬਾਰਾ ਦੇਖ ਲਾਂਗੇ ਇੱਕ ਵਾਰੀ, ਬਟ ਆਪਾਂ ਪੜ੍ਹ ਚੁੱਕੇ ਹਾਂ ਕਿ ਸੈਸ ਦੇ ਸਰਚਾਰਜ ਓਵਰ ਐਂਡ ਅਬਵ ਦਾ ਟੈਕਸ ਹੁੰਦੇ ਨੇਗੇ, ਠੀਕ ਹੈ। ਮੰਨ ਲਓ ਇਨਕਮ ਟੈਕਸ 10% ਹੈ ਅਤੇ ਉਹਦੇ ਉੱਪਰ ਹੋਰ ਟੈਕਸ ਲੈਂਦੇ ਨੇਗੇ, ਠੀਕ ਹੈ। ਤਾਂ ਓਵਰ ਐਂਡ ਅਬਵ ਦਾ ਟੈਕਸ ਹੁੰਦਾ ਹੈਗਾ, ਉਹ ਚੀਜ਼ ਹੈਗੀ। ਤਾਂ ਇਹਨੂੰ ਕੰਪਨਸੇਸ਼ਨ ਸੈਸ ਮਤਲਬ ਕਿਹਾ ਜਾਂਦਾ, ਇੱਕ ਤਰ੍ਹਾਂ ਸੈਸ ਲੈਵੀ ਕੀਤਾ ਜਾਂਦਾ। ਕਾਹਦੇ ਉੱਪਰ? ਜਿਹੜੀਆਂ ਕੁਝ ਸਿਨ ਗੁਡਸ ਨੇ, ਜਿਵੇਂ ਟਬੈਕੋ ਹੋ ਗਿਆ, ਕੋਲ ਹੋ ਗਿਆ, ਇਹੋ ਜਿਹੀਆਂ ਕੁਝ ਚੀਜ਼ਾਂ ਨੇਗੀਆਂ ਜਿਨ੍ਹਾਂ ਦੇ ਉੱਪਰ ਕੀ ਪਹਿਲਾਂ ਹੀ ਇਹਨਾਂ ਦੀ ਜਿਹੜੀ ਸਲੈਬ ਹੈ ਉਹ 28% ਹੈਗੀ ਹੈ, ਠੀਕ ਹੈ। ਸਭ ਤੋਂ ਵੱਡੀ ਸਲੈਬ ਹੈ। ਓਵਰ ਐਂਡ ਅਬਵ ਦਿਸ ਸਲੈਬ ਇੱਕ ਸੈਸ ਲਿਆ ਜਾਂਦਾ ਹੈ, ਠੀਕ ਹੈ, ਇਹਨਾਂ ਚੀਜ਼ਾਂ ਉੱਪਰ, ਜਿਹਨੂੰ ਕਿ ਕੰਪਨਸੇਸ਼ਨ ਸੈਸ ਕਿਹਾ ਜਾਂਦਾ ਹੈ। ਹੁਣ ਇਹ ਸੈਸ ਤੋਂ ਜਿਹੜੀ ਕਮਾਈ ਹੋਊਗੀ ਬੱਚੇ, ਉਹ ਉਸ ਕਮਾਈ ਦੇ ਵਿੱਚੋਂ ਸਟੇਟਸ ਨੂੰ ਜਿਹੜਾ ਕੀ ਹੈ ਕੰਪਨਸੇਸ਼ਨ ਦਿੱਤੀ ਜਾਏਗੀ, ਠੀਕ ਹੈ। ਇਹ ਚੀਜ਼ ਇੰਪੋਰਟੈਂਟ ਹੈ। ਚਲੋ ਕੁਝ ਹੋਰ GST ਦੇ ਨਾਲ ਮਿਸਲੇਨੀਅਸ ਟਰਮਸ ਰਿਲੇਟਡ ਨੇ ਬੱਚੇ, ਠੀਕ ਹੈ। ਹੁਣ ਦੇਖੋ ਇਹ ਸਾਰੀਆਂ ਟਰਮਸ ਮਤਲਬ ਐਜ਼ ਇਟ ਇਜ਼ ਆਪਾਂ ਨਹੀਂ ਪੜ੍ਹ ਪਾਉਣੀ ਸੀ, ਬਟ ਆਪਾਂ ਪੜ੍ਹਨੀਆਂ ਜ਼ਰੂਰ ਨੇਗੇ, ਠੀਕ ਹੈ। ਕੋਈ ਮਤਲਬ ਟੌਪਿਕ ਵਾਈਜ਼ ਨਹੀਂ ਪੜ੍ਹ ਪਾਉਣੀ ਸੀ, ਤਾਂ ਮਤਲਬ ਮਿਸਲੇਨੀਅਸ ਦੇ ਵਿੱਚ ਸਾਰੇ ਇਕੱਠੇ ਕਰ ਲਏ ਇਹ, ਠੀਕ ਹੈ। ਇੱਕ ਟਰਮ ਆਉਂਦੀ ਆਪਣੇ ਕੋਲ ਜ਼ੀਰੋ ਰੇਟਡ ਐਕਸਪੋਰਟਸ। ਇਹਦਾ ਕੀ ਮਤਲਬ ਹੈ ਬੱਚੇ ਕਿ ਐਕਸਪੋਰਟਸ ਦੇ ਉੱਪਰ ਸਾਡਾ GST ਕਿੰਨਾ ਲੱਗਦਾ? ਜ਼ੀਰੋ ਲੱਗਦਾ ਹੈਗਾ, ਠੀਕ ਹੈ। ਸਾਡੇ ਦੇਸ਼ ਦੇ ਵਿੱਚੋਂ ਅਗਰ ਕੋਈ ਐਕਸਪੋਰਟ ਚੀਜ਼ ਹੋ ਰਹੀ ਹੈ ਤਾਂ GST ਜ਼ੀਰੋ ਲੱਗੂਗਾ। ਇੰਪੋਰਟਡ 'ਤੇ ਨਹੀਂ ਲੱਗਦਾ, ਇੰਪੋਰਟਡ 'ਤੇ GST ਲੱਗੂਗਾ, ਉਦੋਂ ਜ਼ੀਰੋ ਨਹੀਂ ਹੈਗਾ। ਅਗਰ ਕੋਈ ਚੀਜ਼ ਇੰਪੋਰਟ ਕਰ ਰਹੇ ਹੋ ਤਾਂ ਉਹਦੇ ਉੱਪਰ GST ਡੈਫੀਨੇਟਲੀ ਲੱਗੂਗਾ। ਅਗਰ ਕੋਈ ਚੀਜ਼ ਐਕਸਪੋਰਟ ਕਰ ਰਹੇ ਹੋ ਉਹਦੇ ਉੱਪਰ ਜਿਹੜਾ GST ਹੈ ਉਹ ਜ਼ੀਰੋ ਲੱਗੂ। ਇਸੇ ਕਰਕੇ ਆਪਾਂ ਕਹਿੰਦੇ ਬੱਚੇ ਜ਼ੀਰੋ ਰੇਟਡ ਐਕਸਪੋਰਟ, ਕਿਉਂਕਿ ਟੈਕਸ ਜ਼ੀਰੋ ਲੱਗ ਰਿਹਾ ਹੈਗਾ। ਕਾਹਦੇ ਉੱਪਰ? ਐਕਸਪੋਰਟਸ ਦੇ ਉੱਪਰ, ਠੀਕ ਹੈ। ਇਹ ਇੱਕ ਚੀਜ਼ ਯਾਦ ਕਰਨੀ ਹੈ ਤੁਸੀਂ। ਡਿਊਲ GST ਮਾਡਲ, ਜਿਵੇਂ ਬੱਚੇ ਸਟੇਟ ਵੀ ਲੈਵੀ ਕਰ ਰਿਹਾ, ਸੈਂਟਰ ਵੀ ਲੈਵੀ ਕਰ ਰਿਹਾ, ਤਾਂ ਅਸੀਂ ਇਹ ਜਿਹੜਾ ਮਾਡਲ ਹੈ ਆਪਣੇ ਕੈਨੇਡਾ ਤੋਂ ਬੋਰੋ ਕੀਤਾ ਹੈਗਾ, ਠੀਕ ਹੈ। ਕਈ ਸਟੇਟਸ ਕੋਲੇ GST ਮਾਡਲ ਹੈਗਾ, ਬਟ ਆਪਣੇ ਕੈਨੇਡਾ ਵਾਲਾ ਮਾਡਲ ਫੋਲੋ ਕੀਤਾ ਹੈਗਾ। ਅਮਰੀਕਾ ਕੋਲੇ ਰਾਜੀ GST ਨਹੀਂ ਹੈਗਾ। ਅਮਰੀਕਾ ਦੇ ਵਿੱਚ GST ਨਹੀਂ ਹੈਗਾ, ਤੁਸੀਂ ਇਹ ਚੀਜ਼ ਨੋਟ ਕਰ ਲਓ। ਕਈ ਵਾਰੀ ਤੁਸੀਂ ਅਮਰੀਕਾ ਟਿਕ ਕਰ ਸਕਦੇ ਹੋ, ਅਮਰੀਕਾ ਦੇ ਵਿੱਚ GST ਨਹੀਂ ਹੈਗਾ, ਠੀਕ ਹੈ। ਇੱਕ ਆਪਣੇ ਕੋਲ ਕੰਪਨੀ ਦਾ ਨਾਮ ਹੈ ਵਿੱਚ GSTN, ਕੀ ਫੁੱਲ ਫਾਰਮ ਹੈ ਦੀ? GST ਨੈਟਵਰਕ। ਇਹ ਸਾਰਾ ਜਿਹੜਾ ਬੱਚੇ IT ਦਾ ਇਨਫਰਾਸਟਰਕਚਰ ਹੈ, ਸਾਰੇ ਸੌਫਟਵੇਅਰ ਹੈ, ਕੁਝ ਵੀ ਹੈ ਜਿਹੜਾ ਬੈਕਐਂਡ ਦੇ ਵਿੱਚ ਜਿਹੜਾ ਵੀ ਡਾਟਾਬੇਸ ਮੈਨੇਜਮੈਂਟ ਹੈਗੀ, ਇਹ ਸਾਰਾ ਕੰਮ ਬੱਚੇ ਇਹ ਕੰਪਨੀ ਕਰਦੀ ਹੈ। ਕੀ ਨਾਮ ਹੈ ਉਹਦਾ? GST ਨੈਟਵਰਕ ਕੰਪਨੀ ਦਾ ਨਾਮ ਹੈ। ਸਾਰਾ ਜਿਹੜਾ ਸਿਸਟਮ ਹੈ ਇਹ ਇਹੀ ਹੈਂਡਲ ਕਰਦੀ ਹੈ, ਠੀਕ ਹੈ। ਇਹ ਵੀ ਯਾਦ ਕਰਨਾ ਹੈ। ਸਲੈਬਸ ਕਿਹੜੇ ਬੱਚੇ? 5, 12, 18, 28। ਇਹ ਬਾਕੀ ਇੱਕ 0% ਵਾਲੀ ਹੈ, ਬਟ ਉਹ ਸਲੈਬ ਨਹੀਂ, ਉਹ ਮਤਲਬ 0% ਹੀ ਹੈ ਉਹ ਤਾਂ, ਠੀਕ ਹੈ। ਉਹ ਸਲੈਬ ਨਹੀਂ ਕੋਈ ਹੈਗੀ, ਤਾਂ ਸਲੈਬਸ 4 ਹੀ ਨੇਗੀਆਂ। ਉਦੋਂ ਬਾਅਦ 'ਚ ਬੱਚੇ ਥ੍ਰੈਸ਼ਹੋਲਡ ਕੁਛ ਹੈਗੇ ਨੇ। ਆਪਾਂ ਜਿਵੇਂ ਕੀਤਾ ਸੀ ਕਿ ਅਗਰ ਤੁਹਾਡੀ ਟਰਨਓਵਰ 1.5 ਕਰੋੜ ਤੋਂ ਘੱਟ ਹੈਗੀ ਤਾਂ ਤੁਸੀਂ ਕੰਪੋਜੀਸ਼ਨ ਨੰਬਰ ਲੈ ਸਕਦੇ ਹੋ। ਅਗਰ ਤੁਹਾਡੀ ਜਿਹੜੀ ਟਰਨਓਵਰ 1.5 ਕਰੋੜ ਤੋਂ ਜ਼ਿਆਦਾ ਹੈ ਤਾਂ ਤੁਹਾਨੂੰ ਕੰਪੋਜੀਸ਼ਨ ਨਹੀਂ, ਤੁਸੀਂ ਫਿਰ ਤੁਹਾਨੂੰ ਰੈਗੂਲਰ ਨੰਬਰ ਲੈਣਾ ਪਏਗਾ, ਠੀਕ ਹੈ। ਇਹ ਚੀਜ਼ ਹੁੰਦੀ ਹੈ। ਤਾਂ ਹੁਣ ਜੇ ਗੱਲ ਕਰੀਏ ਬੱਚੇ, ਇਹ ਤਾਂ ਹੋ ਗਈ ਕੰਪਨਸੇਸ਼ਨ ਵਾਸਤੇ ਥ੍ਰੈਸ਼ਹੋਲਡ। ਜੇ ਆਪਾਂ GST ਨੰਬਰ ਹੀ ਲੈਣਾ ਤਾਂ GST ਨੰਬਰ ਆਪਾਂ ਨੂੰ ਕਦੋਂ ਮੈਂਡੇਟਰੀ ਹੋਊਗਾ? ਅਗਰ ਤੁਹਾਡੀ ਟਰਨਓਵਰ ਬੱਚੇ ਤੁਹਾਡੀ 40 ਲੱਖ ਤੋਂ ਜ਼ਿਆਦਾ ਹੈ। ਜੇ ਤੁਹਾਡੀ ਟਰਨਓਵਰ 40 ਲੱਖ ਤੋਂ ਘੱਟ ਹੈਗੀ ਹੈ ਤਾਂ ਤੁਹਾਨੂੰ GST ਨੰਬਰ ਲੈਣ ਦੀ ਲੋੜ ਹੀ ਨਹੀਂ ਹੈਗੀ, ਠੀਕ ਹੈ। ਤਾਂ ਤੁਹਾਨੂੰ GST ਤੋਂ ਐਗਜ਼ੈਂਪਟ ਕੀਤਾ ਜਾ ਸਕਦਾ ਹੈਗਾ। ਇਹ ਤਾਂ ਹੈਗੀ ਬੱਚੇ ਗੁੱਡਸ ਦੇ ਵਿੱਚ, ਮਤਲਬ ਜੇ ਤੁਹਾਡੀ ਕੋਈ ਸ਼ੌਪ ਹੈਗੀ ਹੈ। ਅਗਰ ਤੁਸੀਂ ਕੋਈ ਸਰਵਿਸ ਸੈਕਟਰ ਦੇ ਵਿੱਚ ਹੈਗੇ ਹੋ, ਮੰਨ ਲਓ ਤੁਸੀਂ ਤੁਹਾਡਾ ਕੋਈ ਕੋਚਿੰਗ ਸੈਂਟਰ ਚਲਾ ਰਹੇ ਹੋ ਤੁਸੀਂ, ਫਿਰ ਅਗਰ ਤੁਹਾਡੀ ਇਨਕਮ, ਤੁਹਾਡਾ ਜਿਹੜਾ ਟਰਨਓਵਰ ਹੈ ਬੱਚੇ ਉਹ 20 ਲੱਖ ਰੁਪਏ ਦਾ ਵੀ ਹੈਗਾ, ਤਾਂ ਵੀ ਤੁਹਾਨੂੰ ਕੀ ਹੈ ਬੱਚੇ ਆਪਣਾ ਕੀ ਹੈ GST ਨੰਬਰ ਲੈਣਾ ਪਊਗਾ। ਜੇ 20 ਲੱਖ ਤੋਂ ਘੱਟ ਹੈ ਫਿਰ ਸਰ ਜੂ, ਫਿਰ ਕੋਈ ਦਿੱਕਤ ਨਹੀਂ, ਫਿਰ GST ਭਰਨ ਦੀ ਲੋੜ ਨਹੀਂ ਹੈਗੀ। ਬਟ ਅਗਰ 20 ਲੱਖ ਤੋਂ ਜ਼ਿਆਦਾ ਟਰਨਓਵਰ ਹੈ ਤੁਹਾਡਾ ਕੋਚਿੰਗ ਸੈਂਟਰ ਦਾ, ਫਿਰ ਤੁਹਾਨੂੰ GST ਨੰਬਰ ਲੈਣਾ ਪਊਗਾ, ਠੀਕ ਹੈ। ਇਹ ਚੀਜ਼ ਹੈ। ਕੰਪੋਜੀਸ਼ਨ ਦਾ ਇਹੀ ਹੈ ਵੀ 1.5 ਕਰੋੜ ਦੀ ਟਰਨਓਵਰ ਹੋਣੀ ਚਾਹੀਦੀ ਹੈ, ਫਿਰ ਮਤਲਬ 1.5 ਕਰੋੜ ਤੱਕ ਦੀ ਹੀ ਹੋਵੇ, ਫਿਰ ਤੁਸੀਂ ਕੰਪੋਜੀਸ਼ਨ ਲੈ ਸਕਦੇ ਹੋ। ਅਗਰ ਉਸ ਤੋਂ ਜ਼ਿਆਦਾ ਫਿਰ ਤੁਹਾਨੂੰ ਰੈਗੂਲਰ ਨੰਬਰ ਲੈਣਾ ਪਊਗਾ। ਕੁਝ ਹੋਰ ਟਾਈਪ ਆਫ ਟੈਕਸਿਸ ਨੇ ਬੱਚੇ, ਠੀਕ ਹੈ। ਟੈਕਸਿਸ ਦੇ ਟਾਈਪ ਨੇਗੇ, ਜਸਟ ਫੁੱਲ ਫਾਰਮਸ ਇੰਪੋਰਟੈਂਟ ਨੇ, ਆਪਣੇ ਪੜ੍ਹਨਾ ਨਹੀਂ ਕੀ ਹੈ। ਮੈਟ, DDT ਤੁਸੀਂ ਫੁੱਲ ਫਾਰਮ ਪੜ੍ਹ ਲਓ ਪਲੀਜ਼ ਇਹਦੀਆਂ, TDS, CGT, STT, ਹੈ ਨਾ, ਇਹ ਸਭ ਪੜ੍ਹ ਲਓ। ਮੈਂ ਸਮਝਾ ਦੇਣਾ। ਐਡ ਵੋਲਰਮ, ਇਹ ਰਾਜੀ ਐਜ਼ ਇਟ ਇਜ਼ ਪੇਪਰ ਦੇ ਵਿੱਚ ਆ ਜਾਂਦੇ ਨੇ ਵੀ ਇਸ ਟੈਕਸ ਦੇ ਕੀ ਮਤਲਬ ਹੈਗਾ, ਇਹ ਕਦੋਂ ਲੱਗਦਾ ਹੈ, ਇਹ ਐਜ਼ ਇਟ ਇਜ਼ ਆ ਜਾਂਦੇ ਨੇ, ਤਾਂ ਪੜ੍ਹਦੇ ਵਾਰੀ ਨਾਲ। ਐਡ ਵੈਲੋਰਮ ਟੈਕਸ ਬੱਚੇ, ਇਹ ਐਸਾ ਟੈਕਸ ਹੁੰਦਾ ਬੱਚੇ ਜਿਹੜਾ ਕਿ ਕਿਸੇ ਚੀਜ਼ ਦੀ ਵਰਥ ਦੇ ਅਕੋਰਡਿੰਗ, ਕਿਸੇ ਚੀਜ਼ ਦੀ ਵੈਲਿਊ ਦੇ ਅਕੋਰਡਿੰਗ ਲੱਗਦਾ, ਕੁਆਂਟਿਟੀ ਦੇ ਅਕੋਰਡਿੰਗ ਨਹੀਂ ਲੱਗਦਾ, ਠੀਕ ਹੈ। ਸਮਝੋ ਮੇਰੀ ਗੱਲ ਨੂੰ ਧਿਆਨ ਨਾਲ। ਜੇ ਗੋਲਡ ਹੈ ਬੱਚੇ, ਗੋਲਡ ਦੇ ਉੱਪਰ ਆਪਣੇ ਟੈਕਸ ਲਗਾਤਾ, ਮੰਨ ਲਓ 10% ਟੈਕਸ ਲਗਾਤਾ, ਠੀਕ ਹੈ। ਤਾਂ ਗੋਲਡ ਚਾਹੇ ਬੱਚੇ 1 ਤੋਲਾ ਹੋਵੇ, 10 ਗ੍ਰਾਮ ਹੋਵੇ, ਚਾਹੇ 1 kg ਹੋਵੇ, 10% ਹੀ ਲੱਗੂਗਾ ਟੈਕਸ ਤਾਂ, ਠੀਕ ਹੈ। ਤਾਂ ਮਤਲਬ ਵੋਲਿਊਮ ਦੇ ਉੱਪਰ ਕੀ ਹੈ ਬੱਚੇ, ਇਹ ਆਪਣਾ ਡਿਪੈਂਡ ਕਰੂਗਾ। ਜਿੰਨੀ ਮਤਲਬ 1 ਗ੍ਰਾਮ 'ਤੇ ਜੇ 10% ਦੇ ਹਿਸਾਬ ਨਾਲ ਬਣਦਾ, ਜੇ 50,000 ਦਾ ਪ੍ਰਾਈਸ ਹੈ ਉਰੇ, ਤਾਂ ਟੈਕਸ ਕਿੰਨਾ ਬਣੂ ਬੱਚੇ? 5,000, ਠੀਕ ਹੈ। ਹੁਣ ਇੱਥੇ ਵਿੱਚ ਕੀ ਹੈ, ਮੰਨ ਲਓ 1 kg ਹੈ, ਤਾਂ ਇੱਥੇ ਵੀ ਜਿਹੜਾ ਪਰਸੈਂਟੇਜ ਹੈ ਉਹ ਟੈਕਸ 10% ਹੀ ਰਹੂਗੀ, ਠੀਕ ਹੈ। ਜਾਂ ਫਿਰ ਇੱਦਾਂ ਸਮਝੋ ਆਪਾਂ ਕਿ ਗੋਲਡ ਚਾਹੇ ਤੁਸੀਂ ਆਪਣਾ ਬੰਬੇ ਦੇ ਵਿੱਚ ਖਰੀਦੋ ਬੱਚੇ, ਚਾਹੇ ਤੁਸੀਂ ਪੰਜਾਬ ਦੇ ਵਿੱਚ ਖਰੀਦੋ, ਠੀਕ ਹੈ। ਤਾਂ ਟੈਕਸੇਸ਼ਨ ਜੋ ਲੱਗਣੀ ਉਹੀ ਲੱਗਣੀ ਹੈ, ਮਤਲਬ ਗੋਲਡ ਦੀ ਚੀਜ਼ ਉਹੀ ਰਹਿਣੀ ਹੈ, ਮਤਲਬ, ਠੀਕ ਹੈ ਨਾ। ਬਟ ਐਡ ਵੈਲੋਰਮ ਟੈਕਸ ਕਿਹੜੇ ਹੁੰਦੇ ਨੇ ਬੱਚੇ? ਇਹ ਵਰਥ ਦੇ ਅਕੋਰਡਿੰਗ, ਮੰਨ ਲਓ ਰੀਅਲ ਇਸਟੇਟ, ਜਿਵੇਂ
ਮੰਨ ਲਓ ਬੱਚੇ ਬੰਬੇ ਦੇ ਵਿੱਚ ਜਿਹੜੀ ਪ੍ਰਾਈਮ ਪ੍ਰੋਪਰਟੀਜ਼ ਨੇ ਉਹਨਾਂ ਦੇ ਵਿੱਚ ਟੈਕਸੇਸ਼ਨ ਦਾ ਰੇਟ ਕੁਛ ਅਲੱਗ ਹੈ, ਮੰਨ ਲਓ 20% ਦੇ ਹਿਸਾਬ ਨਾਲ ਟੈਕਸੇਸ਼ਨ ਲੱਗਦੀ ਹੈ, ਸਟੈਂਪ ਡਿਊਟੀ ਲੱਗਦੀ ਹੈ। ਜਿਹੜੇ ਆਪਣੇ ਪਿੰਡਾਂ ਦੇ ਵਿੱਚ ਟੈਕਸੇਸ਼ਨ ਅਮਨ ਕਰੇ ਨਾ ਹੀ ਲੱਗੇ, ਨਿਲ ਹੋਵੇ, ਠੀਕ ਹੈ। ਤਾਂ ਮਤਲਬ ਕੀ ਹੈ, ਅਕੋਰਡਿੰਗ ਟੂ ਵਰਦ, ਕਿਉਂਕਿ ਬੰਬੇ ਦੇ ਵਿੱਚ ਪ੍ਰਾਈਮ ਪ੍ਰੋਪਰਟੀ ਬਹੁਤ ਮਹਿੰਗੀ ਹੋਊਗੀ ਔਰ ਮਹਿੰਗੇ ਹੋਣ ਕਰਕੇ ਟੈਕਸ ਜ਼ਿਆਦਾ ਲੱਗਦਾ ਹੈਗਾ, ਠੀਕ ਹੈ। ਪਿੰਡਾਂ ਦੇ ਵਿੱਚ ਕਿਉਂਕਿ ਪ੍ਰੋਪਰਟੀ ਸਸਤੀ ਹੈਗੀ ਹੈ ਤਾਂ ਉਸ ਕਰਕੇ ਟੈਕਸ ਵੀ ਘੱਟ ਲੱਗਦਾ ਹੈ। ਤਾਂ ਐਡ ਵਲੋਰਮ ਆਪਾਂ ਟੈਕਸ ਇਹੋ ਜਿਹੇ ਟੈਕਸ ਹੁੰਦੇ ਨੇ ਜਿਹੜੇ ਕਿ ਅਕੋਰਡਿੰਗ ਟੂ ਦਾ ਵਰਦ ਆਫ ਦਾ ਥਿੰਗ, ਠੀਕ ਹੈ, ਵੀ ਕੋਈ ਚੀਜ਼ ਕਿੰਨੀ ਕੁ ਮਹਿੰਗੀ ਹੈ ਉਸ ਅਕੋਰਡਿੰਗ ਟੈਕਸ ਦਾ ਰੇਟ ਲੱਗਦਾ ਹੈ। ਉਹਨਾਂ ਟੈਕਸਿਸ ਨੂੰ ਆਪਾਂ ਐਡ ਵਲੋਰਮ ਟੈਕਸ ਕਹਿੰਦੇ ਹਾਂ। ਜ਼ਿਆਦਾ ਬਹੁਤ ਬੜੇ ਰੇਅਰ ਜਿਹੇ ਹੁੰਦੇ ਨੇ, ਆਪਾਂ ਨੂੰ ਜਲਦੀ ਜਲਦੀ ਇਹਦੀ ਐਗਜ਼ਾਮਪਲ ਨਹੀਂ ਮਿਲਦੀ ਹੁੰਦੀ, ਠੀਕ ਹੈ। ਤਾਂ ਰੀਅਲ ਇਸਟੇਟ ਇੱਕ ਅੱਛੀ ਐਗਜ਼ਾਮਪਲ ਹੈ ਵੀ ਹਾਂਜੀ ਕਿਹੜੀ ਲੋਕੇਸ਼ਨ ਦੇ ਉੱਪਰ ਕੋਈ ਰੀਅਲ ਇਸਟੇਟ ਹੈ, ਉਸ ਅਕੋਰਡਿੰਗ ਰੀਅਲ ਇਸਟੇਟ ਦਾ ਰੇਟ ਹੋਏਗਾ ਔਰ ਰੇਟ ਦੇ ਅਕੋਰਡਿੰਗ ਫਿਰ ਟੈਕਸ ਰੇਟ ਹੋਏਗਾ, ਠੀਕ ਹੈ ਜੀ। ਪਿਗੋਵੀਅਨ ਟੈਕਸ ਕਿਹੜਾ ਹੁੰਦਾ ਬੱਚੇ? ਪਿਗੋਵੀਅਨ ਟੈਕਸ ਉਹ ਹੁੰਦਾ ਹੈ ਜਦੋਂ ਅਸੀਂ ਕਿਸੇ ਚੀਜ਼ ਨੂੰ ਡਿਮੋਟ ਕਰਨਾ ਹੋਵੇ। ਮੰਨ ਲਓ ਬੱਚੇ ਕੀ ਹੋ ਰਿਹਾ ਹੈਗਾ, ਤੁਸੀਂ ਕੋਈ ਅੱਛੀ ਚੀਜ਼ ਤੁਸੀਂ ਕੋਈ ਇੰਡਸਟਰੀ ਲਗਾਈ ਹੈ, ਤੁਸੀਂ ਕੋਈ ਚੀਜ਼ ਪ੍ਰੋਡਿਊਸ ਕਰ ਰਹੇ ਹੋ, ਬਟ ਤੁਹਾਡੀ ਇੰਡਸਟਰੀ ਦੇ ਵਿੱਚ ਉਹਦਾ ਜੇ ਪੋਲੂਸ਼ਨ ਬਹੁਤ ਹੋ ਰਿਹਾ ਹੈਗਾ, ਠੀਕ ਹੈ। ਤਾਂ ਮਤਲਬ ਇਹ ਜਿਹੜਾ ਪੋਲੂਸ਼ਨ ਹੈ ਬੱਚੇ, ਹੁਣ ਤੁਸੀਂ ਚਾਹੇ ਕੋਈ ਚੀਜ਼ ਜਨਰੇਟ ਕਰ ਰਹੇ ਹੋ, ਤੁਸੀਂ ਕੋਈ ਵਧੀਆ ਚੀਜ਼ ਬਣਾ ਰਹੇ ਹੋ, ਲੋਕਾਂ ਨੂੰ ਫਾਇਦਾ ਹੋ ਰਿਹਾ, ਉਸ ਚੀਜ਼ ਤੋਂ ਇੰਪਲੋਇਮੈਂਟ ਮਿਲ ਰਹੀ ਹੈ, ਬਟ ਉਹ ਧੂੰਏ ਦਾ ਕੀ ਬੱਚੇ, ਇਸ ਧੂੰਏ ਨਾਲ ਲੋਕਾਂ ਨੂੰ ਬਿਮਾਰੀਆਂ ਵੀ ਤਾਂ ਲੱਗ ਰਹੀਆਂ ਨੇ ਨਾ, ਇਹ ਕਿੱਥੇ ਗਿਣਾਂਗੇ ਆਪਾਂ, ਠੀਕ ਹੈ। ਤਾਂ ਹੁਣ ਇਹ ਜੀ ਇੰਡਸਟਰੀ ਨੂੰ ਰਾਜੇ ਆਪਾਂ ਡਿਮੋਟ ਕਰਨ ਵਾਸਤੇ ਆਪਾਂ ਕੀ ਕਰ ਸਕਦੇ ਹਾਂ, ਆਪਾਂ ਇੱਕ ਹੋਰ ਟੈਕਸ ਲਗਾ ਸਕਦੇ ਹਾਂ। ਮੰਨ ਲਓ ਕੋਇਲੇ ਦੇ ਉੱਪਰ, ਵੀ ਤੁਸੀਂ ਕੋਇਲਾ ਬਰਨ ਕਰ ਰਹੇ ਹੋ ਉਰੇ, ਤਾਂ ਮੈਂ ਕੋਇਲੇ ਦੇ ਉੱਪਰ ਜੇ ਮੈਂ ਟੈਕਸ, ਜੇ ਕੋਇਲਾ ਮੈਨੇ ਮਹਿੰਗਾ ਕਰਤਾ ਤਾਂ ਤੁਸੀਂ ਕੀ ਸੋਚੋਗੇ, ਤੁਸੀਂ ਕੋਈ ਹੋਰ ਕਲੀਨਰ ਟੈਕਨੋਲੋਜੀ ਲਿਆਉਣ ਦੀ ਕੋਸ਼ਿਸ਼ ਕਰੋਗੇ ਵੀ ਕੋਇਲਾ ਦਾ ਜੀ ਮਹਿੰਗਾ ਹੋ ਗਿਆ, ਮੈਂ ਕੋਈ ਹੋਰ ਚੀਜ਼ ਸੋਚਾਂ ਇਹਦੇ ਬਰਨਿੰਗ ਕਰਨ ਵਾਸਤੇ ਤਾਂ ਕਿ ਇਸ ਚੀਜ਼ ਨੂੰ ਘਟਾਇਆ ਜਾ ਸਕੇ, ਠੀਕ ਹੈ। ਤਾਂ ਜਿਹੜੀ ਵੀ ਚੀਜ਼ਾਂ ਦੀ ਇਹਨੂੰ ਆਪਾਂ ਕਹਿੰਦੇ ਬੱਚੇ ਨੈਗੇਟਿਵ ਐਕਸਟਰਨੈਲਿਟੀ, ਠੀਕ ਹੈ। ਜਿਵੇਂ ਹੁਣ ਧੂੰਆਂ ਉੱਡ ਰਿਹਾ ਹੈਗਾ, ਠੀਕ ਹੈ, ਇਹ ਕਿਸੇ ਚੀਜ਼ ਦੇ ਵਿੱਚ ਐਡ ਤਾਂ ਹੋ ਨਹੀਂ ਰਹੀ, ਆਪਾਂ ਕੋਈ ਆਪਣੇ ਬਜਟ ਦੇ ਵਿੱਚ ਐਡ ਨਹੀਂ ਹੋ ਰਹੀ, ਕੋਈ ਆਪਣੇ ਟੈਕਸ ਵਿੱਚ ਐਡ ਨਹੀਂ ਹੋ ਰਹੀ, ਕਿਤੇ ਨਹੀਂ ਐਡ ਹੋ ਰਹੀ ਹੈਗੀ ਇਹ ਚੀਜ਼, ਠੀਕ ਹੈ। ਇਹਨੂੰ ਆਪਾਂ ਕਹਿੰਦੇ ਨੈਗੇਟਿਵ ਐਕਸਟਰਨੈਲਿਟੀ, ਠੀਕ ਹੈ। ਹੁਣ ਬੱਚੇ ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਦੇ ਕਿ ਨੈਗੇਟਿਵ ਐਕਸਟਰਨੈਲਿਟੀ ਹੁੰਦੀ ਹੈ, ਉਹਨਾਂ ਚੀਜ਼ਾਂ ਨੂੰ ਘਟਾਉਣ ਵਾਸਤੇ ਆਪਾਂ ਟੈਕਸ ਲਗਾਉਂਦੇ ਹਾਂ, ਉਹਨੂੰ ਆਪਾਂ ਕਹਿੰਦੇ ਬੱਚੇ ਪਿਗੋਵੀਅਨ ਟੈਕਸ। ਜਿਵੇਂ ਕੋਲ ਸੈਸ ਹੈਗਾ, ਠੀਕ ਹੈ, ਤਾਂ ਕੋਲ ਦੇ ਉੱਪਰ ਅਸੀਂ ਇੱਕ ਸੈਸ ਲਗਾਇਆ ਹੋਇਆ ਅਲੱਗ ਤੋਂ, ਠੀਕ ਹੈ। ਆਲਮੋਸਟ ਰੁਪੀਸ 400 ਪਰ ਟਨ ਹੁੰਦਾ ਉਹ, ਵੀ 400 ਰੁਪਏ ਪਰ ਟਨ, ਇੱਕ ਟਨ ਦੇ ਉੱਪਰ 400 ਰੁਪਏ ਟੈਕਸ ਲੱਗਦਾ ਹੈਗਾ ਕੋਲ ਦੇ ਉੱਪਰ, ਤਾਂ ਕਿ ਕੋਲ ਨੂੰ ਮਹਿੰਗਾ ਕੀਤਾ ਜਾਵੇ, ਠੀਕ ਹੈ। ਤਾਂ ਇਹੀ ਜਿਹੀ ਚੀਜ਼ਾਂ ਜਿਨ੍ਹਾਂ ਦੀ ਕੀ ਨੈਗੇਟਿਵ ਐਕਸਟਰਨੈਲਿਟੀ ਹੋਵੇ, ਉਹਨਾਂ ਦੇ ਉੱਪਰ ਅਗਰ ਆਪਾਂ ਟੈਕਸ ਲਗਾਉਂਦੇ ਹਾਂ ਤਾਂ ਉਹਨੂੰ ਆਪਾਂ ਕਹਿੰਦੇ ਬੱਚੇ ਪਿਗੋਵੀਅਨ ਟੈਕਸ, ਠੀਕ ਹੈ। ਨੈਗੇਟਿਵ ਐਕਸਟਰਨੈਲਿਟੀ ਵਾਲੀ ਚੀਜ਼ਾਂ, ਨੈਗੇਟਿਵ ਐਕਸਟਰਨੈਲਿਟੀ ਮੈਂ ਤੁਹਾਨੂੰ ਦੱਸਦਾ ਕੀ ਹੁੰਦਾ, ਜਿਵੇਂ ਆਪਣਾ ਧੂੰਆਂ ਆਪਾਂ ਫੈਲਾ ਰਹੇ ਹਾਂ, ਪੋਲੂਸ਼ਨ ਕਰ ਰਹੇ ਹਾਂ ਆਪਾਂ, ਠੀਕ ਹੈ। ਇਹ ਚੀਜ਼ ਜਿਹੜਾ ਕੋਲ ਸੈਸ ਹੈ ਬੱਚੇ, ਉਹਨੂੰ ਆਪਾਂ ਕਲੀਨ ਐਨਵਾਇਰਨਮੈਂਟ ਸੈਸ ਵੀ ਕਹਿ ਦਿੰਦੇ ਹਾਂ, ਕਲੀਨ ਐਨਵਾਇਰਨਮੈਂਟ ਸੈਸ, ਠੀਕ ਹੈ ਜੀ। ਚਲੋ ਟੋਬਿਨ ਟੈਕਸ ਬੱਚੇ, ਇਹ ਇੱਕ ਇਕਨੋਮਿਸਟ ਦੇ ਨਾਮ ਤੋਂ ਬਣਿਆ, ਉਹਦਾ ਨਾਮ ਸੀ ਜੇਮਸ ਟੋਬਿਨ। ਇਹ ਬੱਚੇ ਕੀ ਸੀ, ਇੱਕ ਤਰ੍ਹਾਂ ਦਾ ਪ੍ਰਪੋਜ਼ਡ ਹੈ ਨਹੀਂਗਾ, ਇਹਨੇ ਕੀ ਪ੍ਰਪੋਜ਼ ਕੀਤਾ ਸੀਗਾ 1970s ਦੇ ਵਿੱਚ ਕਿ ਵਰਲਡ ਵਾਈਡ ਇੱਕ ਕੋਈ ਵੀ ਅਗਰ ਫੋਰੈਕਸ ਟ੍ਰਾਂਜੈਕਸ਼ਨ ਹੁੰਦੀ ਹੈ, ਮੰਨ ਲਓ ਇੰਡੀਆ ਦੇ ਵਿੱਚ ਕੋਈ ਆਪਣੇ ਬੱਚੇ ਇਨਵੈਸਟਮੈਂਟ ਆਈ, ਫਟਾਫਟ ਚਲੀ ਗਈ, ਠੀਕ ਹੈ, ਕਿਸੇ ਹੋਰ ਦੇ ਵਿੱਚ ਆਈ ਚਲੀ ਗਈ, ਤਾਂ ਮਤਲਬ ਕੀ ਹੈ, ਜਿਹੜੇ ਇੰਟਰਨੈਸ਼ਨਲ ਇਨਵੈਸਟਰਸ ਨੇ ਉਹ ਕਦੇ ਆਉਂਦੇ ਨੇ ਕਦੇ ਜਾਂਦੇ ਨੇ, ਕਦੇ ਆਉਂਦੇ ਨੇ ਕਦੇ ਜਾਂਦੇ ਨੇ, ਮਤਲਬ ਉਹ ਕਿਸੇ ਦੇਸ਼ ਨੂੰ ਕੁਝ ਸਮਝਦੇ ਨਹੀਂ, ਉਹ ਸਿਰਫ ਆਪਣੇ ਪ੍ਰੋਫਿਟ ਤੋਂ ਮਤਲਬ ਉਹਨਾਂ ਨੂੰ ਵੀ ਕਿੱਥੇ ਪ੍ਰੋਫਿਟ ਬਣ ਰਿਹਾ। ਜੇ ਅੱਜ ਦੇਸ਼ ਦੇ ਵਿੱਚ ਮੰਨ ਲਓ 100 ਕਰੋੜ ਰੁਪਏ ਲੈ ਆਏ, ਕੱਲ੍ਹ ਨੂੰ ਉਹਨੂੰ ਕਿਤੇ ਹੋਰ ਕੋਈ ਅੱਛਾ ਦਿਖਦਾ ਹੈ ਵੀ ਹਾਂ ਉਹ ਉੱਥੇ ਜ਼ਿਆਦਾ ਪੈਸੇ ਮਿਲ ਰਿਹਾ, ਉਹ ਫਟਾਫਟ 100 ਕਰੋੜ ਰੁਪਏ ਕੱਢ ਕੇ ਕਿਸੇ ਹੋਰ ਦੇਸ਼ ਦੇ ਵਿੱਚ ਪਾ ਦੇਣਗੇ, ਮਤਲਬ ਆਪਣੇ ਨਾਲ ਤਾਂ ਖਿਲਵਾੜ ਕਰਨਗੇ ਨਾ ਉਹ, ਕਦੇ ਪੈਸਾ ਦੇ ਤਾ ਕਦੇ ਪੈਸਾ ਕੱਢ ਲਿਆ, ਠੀਕ ਹੈ। ਤਾਂ ਇਹ ਚੀਜ਼ ਕਿਸੇ ਵੀ ਦੇਸ਼ ਵਾਸਤੇ ਵਧੀਆ ਨਹੀਂ ਹੁੰਦੀ ਵੀ ਕਦੇ ਪੈਸਾ ਆ ਗਿਆ ਕਦੇ ਚਲਾ ਗਿਆ ਇੰਨੇ ਮੋਟੇ ਅਮਾਊਂਟ ਦੇ ਵਿੱਚ, ਠੀਕ ਹੈ। ਤਾਂ ਇਹ ਟੈਕਸ ਕੀ ਕਹਿੰਦਾ ਬੱਚੇ, ਵੀ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ, ਠੀਕ ਹੈ, ਵੀ ਕੋਈ ਵੀ ਬੰਦਾ ਫਾਲਤੂ ਇੱਧਰ ਉੱਧਰ ਨਾ ਜਾ ਸਕੇ, ਠੀਕ ਹੈ। ਅਗਰ ਕਿਸੇ ਨੇ ਦੇਖੋ ਕੰਮ ਵਾਸਤੇ ਜਾਣਾ ਬਾਹਰ, ਪੈਸਾ ਬਾਹਰ ਲੈ ਕੇ ਜਾਣਾ ਤਾਂ ਡਿਫਰੈਂਟ ਚੀਜ਼ ਹੈ। ਅਗਰ ਕੋਈ ਬੰਦਾ ਜਾਣ ਕੇ ਸਪੈਕੂਲੇਸ਼ਨ ਕਰਕੇ ਵੀ ਹਾਂਜੀ ਆਪਾਂ ਸਿਰਫ ਪ੍ਰੋਫਿਟ ਮੋਟਿਵ ਤੋਂ ਇਹ ਚੀਜ਼ ਕਰ ਰਿਹਾ, ਤਾਂ ਇਹੋ ਜਿਹੀਆਂ ਟ੍ਰਾਂਜੈਕਸ਼ਨ ਨੂੰ ਰਾਜੇ ਕੀ ਹੈ ਰੋਕਣ ਵਾਸਤੇ, ਅਵੋਇਡ ਕਰਨ ਵਾਸਤੇ ਇਹ ਟੈਕਸ ਲਗਾਉਣਾ ਚਾਹੀਦਾ ਹੈ। ਇਹ ਜੇਮਸ ਟੋਬਿਨ ਕਹਿੰਦਾ ਸੀ ਕਿ ਇਹੋ ਜਿਹਾ ਕਿ ਟੈਕਸ ਲਗਾਉਣਾ ਚਾਹੀਦਾ ਹੈ ਵੀ ਜਦੋਂ ਵੀ ਬੰਦਾ ਕੋਈ ਫੋਰੈਕਸ ਦੇ ਵਿੱਚ ਟ੍ਰਾਂਜੈਕਸ਼ਨ ਕਰੂਗਾ ਉਹਦੇ ਉੱਪਰ ਫਿਰ ਉਹਨੂੰ ਟੈਕਸ ਦੇਣਾ ਪਵੇ, ਠੀਕ ਹੈ, ਤਾਂ ਕਿ ਆਪਾਂ ਇਹੋ ਜਿਹੀਆਂ ਚੀਜ਼ਾਂ ਨੂੰ, ਇਹੋ ਜਿਹੀਆਂ ਟ੍ਰਾਂਜੈਕਸ਼ਨਾਂ ਨੂੰ ਆਪਾਂ ਅਵੋਇਡ ਕਰ ਸਕੀਏ, ਕਿਉਂਕਿ ਇਹ ਕਿਸੇ ਵੀ ਦੇਸ਼ ਵਾਸਤੇ ਵਧੀਆ ਨਹੀਂ ਹੁੰਦੀ, ਹੈ ਨਹੀਂ ਇਹੋ ਜਿਹਾ ਕੋਈ ਟੈਕਸ, ਬਟ ਇਹ ਮਤਲਬ ਉਹ ਨਾਮ ਯਾਦ ਕਰਨਾ ਆਪਣੇ ਕਿ ਹਾਂ ਇਹ ਬੰਦੇ ਨੇ ਪ੍ਰਪੋਜ਼ ਕੀਤਾ ਸੀ ਜਿਹੜਾ ਕਿ ਵਰਲਡ ਵਾਈਡ ਫੋਰੈਕਸ ਟ੍ਰਾਂਜੈਕਸ਼ਨ ਦੇ ਉੱਪਰ ਲੱਗਣਾ ਚਾਹੀਦਾ ਹੈ, ਠੀਕ ਹੈ। ਤਾਂ ਜੇਮਸ ਟੋਬਿਨ ਟੈਕਸ। ਬੱਚੇ ਹੁਣ ਸਾਰੇ ਇਹ ਟੈਕਸਿਸ ਨੇ ਟਰਮਸ ਨੇਗੀਆਂ, ਆਪਾਂ ਆਲਰੇਡੀ ਕਰ ਚੁੱਕੇ ਹਾਂ, ਤੁਸੀਂ ਪਲੀਜ਼ ਇੱਕ ਵਾਰ ਦੇਖ ਲੈਣਾ, ਠੀਕ ਹੈ। ਟੈਕਸ ਇਲਾਸਟਿਸਿਟੀ, ਰਿਗਰੈਸਿਵ, ਪ੍ਰੋਗਰੈਸਿਵ, ਇਹ ਸਾਰੀਆਂ ਟਰਮਸ ਆਪਾਂ ਕਰ ਚੁੱਕੇ ਹਾਂ। ਟੈਕਸ ਇਨਸੀਡੈਂਸ, ਟੈਕਸ ਬਰਡਨ ਕਰ ਚੁੱਕੇ ਹਾਂ ਆਪਾਂ ਆਲਰੇਡੀ, ਠੀਕ ਹੈ। ਬਾਕੀ ਪੜ੍ਹ ਲੈਣਾ, ਸਿੰਪਲ ਇੰਗਲਿਸ਼ ਹੈਗੀ। ਸਭ ਤੋਂ ਹੁਣ ਬਹੁਤ ਇੰਪੋਰਟੈਂਟ ਟੌਪਿਕ ਹੈ ਬੱਚੇ 15th ਫਾਈਨਾਂਸ ਕਮਿਸ਼ਨ, ਕਾਫੀ ਅੱਛੀ ਤਰ੍ਹਾਂ ਪਰ ਪੜ੍ਹਾਂਗੇ ਆਪਾਂ ਇਹਨੂੰ। ਸਭ ਤੋਂ ਪਹਿਲਾਂ ਤਾਂ ਬੱਚੇ ਆਰਟੀਕਲ 280 ਹੈ ਜਿਹੜਾ ਫਾਈਨਾਂਸ ਕਮਿਸ਼ਨ ਦਾ, ਤਾਂ ਇਹ ਇੱਕ ਕੌਂਸਟੀਟਿਊਸ਼ਨਲ ਬੋਡੀ ਹੈਗੀ, ਇੱਥੋਂ ਪਤਾ ਲੱਗਦਾ ਆਪਾਂ ਨੂੰ ਫਾਈਨਾਂਸ ਕਮਿਸ਼ਨ ਇਜ਼ ਅ ਕੌਂਸਟੀਟਿਊਸ਼ਨਲ ਬੋਡੀ। ਜਿਵੇਂ ਆਪਾਂ
GST ਕਾਉਂਸਲ ਕੀਤਾ ਸੀ ਬੱਚੇ, ਉਹਦਾ ਆਰਟੀਕਲ ਕਿਹੜਾ ਸੀ 279A। ਇਹ ਵੀ ਇੱਕ ਕੌਂਸਟੀਟਿਊਸ਼ਨਲ ਬੋਡੀ ਸੀਗੀ, ਠੀਕ ਹੈ। ਹਰ 5 ਸਾਲ ਬਾਅਦ ਬੱਚੇ ਪ੍ਰੈਜ਼ੀਡੈਂਟ ਦੁਬਾਰਾ ਅਪੁਆਇੰਟ ਕੀਤੀ ਜਾਂਦੀ ਹੈ, ਕੀ ਚੀਜ਼, ਫਾਈਨਾਂਸ ਕਮਿਸ਼ਨ। ਹਰ 5 ਸਾਲ ਬਾਅਦ ਪ੍ਰੈਜ਼ੀਡੈਂਟ ਅਪੁਆਇੰਟ ਕਰਦੇ ਨੇ। 15ਵੀਂ ਫਾਈਨਾਂਸ ਕਮਿਸ਼ਨ ਰਾਜੇ ਲੇਟੈਸਟ ਹੈਗੀ ਆਪਣੀ, ਇਹਦੇ ਚੇਅਰਮੈਨ ਕੌਣ ਨੇ ਆਪਣੇ, NK ਸਿੰਘ ਸਾਹਿਬ, ਠੀਕ ਹੈ। ਜਿਹੜੀ ਇਹਨਾਂ ਨੇ ਰਿਪੋਰਟ ਸਬਮਿਟ ਕੀਤੀ ਹੈ ਬੱਚੇ, ਉਹਦਾ ਟਾਈਟਲ ਕੀ ਹੈਗਾ, ਫਾਈਨਾਂਸ ਕਮਿਸ਼ਨ ਇਨ ਕੋਵਿਡ ਟਾਈਮਸ। ਇਹ ਵੀ ਟਾਈਟਲ ਵੀ ਇੰਪੋਰਟੈਂਟ ਹੈ, ਕਈ ਵਾਰੀ ਐਗਜ਼ਾਮ ਦੇ ਵਿੱਚ ਇਹ ਟਾਈਟਲ ਹੀ ਪੁੱਛ ਲੈਂਦੇ ਨੇ, ਠੀਕ ਹੈ। ਇਸ ਫਾਈਨਾਂਸ ਕਮਿਸ਼ਨ ਦਾ ਰਾਜ 15ਵੀਂ ਫਾਈਨਾਂਸ ਕਮਿਸ਼ਨ ਦਾ 15th ਫਾਈਨਾਂਸ ਕਮਿਸ਼ਨ ਦੇ ਇੱਕ ਚੀਜ਼ ਯੂਨੀਕ ਹੈਗੀ ਹੈ ਕਿ ਇਸ ਕਮਿਸ਼ਨ ਨੇ 2 ਰਿਪੋਰਟ ਸਬਮਿਟ ਕੀਤੀਆਂ ਨੇਗੀਆਂ। ਕਿਹੜੀਆਂ? ਇੱਕ ਤਾਂ ਰਾਜੇ ਫਾਈਨੈਂਸ਼ੀਅਲ ਈਅਰ 2020-21 ਵਾਸਤੇ, ਦੂਜੀ ਕੀਤੀ ਹੈ 2021 ਤੋਂ 26 ਵਾਸਤੇ, ਠੀਕ ਹੈ। ਇਨ ਜਨਰਲ ਤਾਂ ਦੇਖੋ 5 ਸਾਲ ਵਾਸਤੇ ਹੁੰਦੀ ਹੈਗੀ, ਬਟ ਲਾਸਟ ਈਅਰ ਦੇਖੋ ਕੋਵਿਡ ਕਰਕੇ ਇਹ ਜਿਹੜੀ ਕਮਿਸ਼ਨ ਹੈ ਬਾਰ-ਬਾਰ ਨਹੀਂ ਮਿਲ ਪਾਈ, ਮੀਟਿੰਗ ਨਹੀਂ ਹੋ ਪਾਈਆਂ, ਤਾਂ ਇਹ ਪੂਰੇ 5 ਸਾਲਾਂ ਵਾਸਤੇ ਰეკਮੈਂਡੇਸ਼ਨ ਨਹੀਂ ਦੇ ਪਾਈ, ਠੀਕ ਹੈ। ਦੇਖੋ ਇਹਦਾ ਕੰਮ ਕੀ ਹੈ ਬੱਚੇ, ਹਰ 5 ਸਾਲ ਬਾਅਦ ਅਪੁਆਇੰਟ ਹੁੰਦੀ ਹੈ, ਤਾਂ ਮਤਲਬ 15ਵੀਂ ਫਾਈਨਾਂਸ ਕਮਿਸ਼ਨ ਜੇ ਅੱਜ ਤੁਸੀਂ ਅਪੁਆਇੰਟ ਕਰਤੀ ਤਾਂ ਉਦੋਂ ਅਗਲੀ 5 ਸਾਲ ਬਾਅਦ ਹੋਊਗੀ, ਤਾਂ ਮਤਲਬ 15ਵੀਂ ਫਾਈਨਾਂਸ ਕਮਿਸ਼ਨ ਨੇ ਅੱਜ ਤੋਂ 5 ਸਾਲਾਂ ਵਾਸਤੇ ਰეკਮੈਂਡੇਸ਼ਨ ਦੇਣੇ ਨੇ ਵੀ ਕਦੋਂ ਤੁਸੀਂ ਕਿਵੇਂ ਪੈਸਾ ਡਿਸਟਰੀਬਿਊਟ ਕਰਨਾ ਹੈ, ਠੀਕ ਹੈ। ਤਾਂ ਹੁਣ ਇਹ 5 ਸਾਲਾਂ ਵਾਸਤੇ ਨਹੀਂ ਦੇ ਪਾਈ ਸੀ, ਜਦੋਂ ਪਿਛਲੇ ਸਾਲ ਬੈਠੀ ਸੀਗੀ 5 ਸਾਲਾਂ ਵਾਸਤੇ ਰეკਮੈਂਡੇਸ਼ਨ ਨਹੀਂ ਦੇ ਪਾਈ ਸੀ, ਕਿਉਂਕਿ ਇਹਦੇ ਕੋਲ ਉਹਨਾਂ ਟਾਈਮ ਨਹੀਂ ਮਿਲਿਆ ਇਹਨੂੰ। ਤਾਂ ਇਹਨੇ ਕੀ ਕੀਤਾ, ਜਸਟ 1 ਸਾਲ ਦੀ ਰეკਮੈਂਡੇਸ਼ਨ ਦੇ ਦਿੱਤੀਆਂ ਔਰ ਪ੍ਰੈਜ਼ੀਡੈਂਟ ਤੋਂ ਟਾਈਮ ਮੰਗ ਲਿਆ, ਸਰ ਸਾਨੂੰ ਅਗਲੇ ਸਾਲ ਦਾ ਟਾਈਮ ਦੇ ਦਿਓ, ਅਸੀਂ ਤੁਹਾਨੂੰ ਫਿਰ 5 ਸਾਲ ਦੀ ਦੁਬਾਰਾ ਦੇ ਦਾਂਗੇ, ਬਾਅਦ 'ਚ ਦੇ ਦਾਂਗੇ, ਠੀਕ ਹੈ। ਤਾਂ ਪਹਿਲੀ ਵਾਰ ਇਹ ਚੀਜ਼ ਹੋਈ ਹੈ, ਕੋਈ ਕਮਿਸ਼ਨ, ਇਸ ਫਾਈਨਾਂਸ ਕਮਿਸ਼ਨ ਨੇ 5 ਸਾਲਾਂ ਤੋਂ ਜ਼ਿਆਦਾ ਸਾਲਾਂ ਵਾਸਤੇ ਟਾਈਮ ਵਾਸਤੇ ਜਿਹੜੀਆਂ ਰეკਮੈਂਡੇਸ਼ਨ ਦਿੱਤੀਆਂ ਨੇ। ਤਾਂ ਆਪਾਂ ਗੱਲ ਕਰ ਰਹੇ ਹਾਂ ਇੱਕ ਤਾਂ 2020-21 ਵਾਸਤੇ, ਇੱਕ 2021 ਤੋਂ 2026। ਤਾਂ ਕੀ ਬਣਿਆ ਬੱਚੇ, 2020 ਤੋਂ ਲੈ ਕੇ 2026 ਬਣ ਗਿਆ। ਜੇ ਆਪਾਂ ਦੋਨੋਂ ਐਡ ਕਰਾਂਗੇ ਤਾਂ 6 ਸਾਲਾਂ ਵਾਸਤੇ ਪਹਿਲੀ ਵਾਰੀ ਹੋ ਰਿਹਾ ਵੀ ਕੋਈ ਕਮਿਸ਼ਨ 6 ਸਾਲਾਂ ਵਾਸਤੇ ਰეკਮੈਂਡੇਸ਼ਨ ਦੇ ਰਹੀ ਹੈ, ਠੀਕ ਹੈ। ਅਦਰਵਾਈਜ਼ 5 ਸਾਲਾਂ ਵਾਸਤੇ ਹੁੰਦਾ ਨਾਰਮਲੀ, ਠੀਕ ਹੈ। ਇਹ ਚੀਜ਼ ਇੰਪੋਰਟੈਂਟ ਹੈ। ਜਿਹੜੀ ਪਹਿਲੀ ਫਾਈਨਾਂਸ ਕਮਿਸ਼ਨ ਸੀ ਬੱਚੇ ਆਪਣੀ ਕਦੋਂ ਸੀ, ਉਹ 1951 ਦੇ ਵਿੱਚ, ਤੇ ਉਹਦੇ ਜਿਹੜੇ ਚੇਅਰਮੈਨ ਸੀ ਉਹ ਸੀ KC ਨਿਯੋਗੀ। ਇਹ ਕੁਐਸਚਨ ਬਹੁਤ ਵਾਰੀ ਪੇਪਰਾਂ ਦੇ ਵਿੱਚ ਆਇਆ ਹੋਇਆ ਕਿ ਫਰਸਟ ਫਾਈਨਾਂਸ ਕਮਿਸ਼ਨ ਦੇ ਚੇਅਰਮੈਨ ਕੌਣ ਸੀ ਆਪਣੇ, KC ਨਿਯੋਗੀ। 15ਵੀਂ ਦੇ ਕੌਣ ਨੇ ਬੱਚੇ, NK ਸਿੰਘ, ਨੰਦ ਕਿਸ਼ੋਰ ਸਿੰਘ। ਚਲੋ ਇਹ ਕੁਝ ਫਾਈਨਾਂਸ ਕਮਿਸ਼ਨ ਬਾਰੇ ਲਿਖਿਆ ਹੋਇਆ ਬੱਚੇ। ਸਭ ਤੋਂ ਪਹਿਲਾਂ ਤਾਂ ਆਰਟੀਕਲ 280 ਹੈਗਾ, ਠੀਕ ਹੈ, ਤੇ ਇਹਦੇ ਫੰਕਸ਼ਨ ਲਿਖੇ ਹੋਏ ਨੇ, ਕੀ ਫੰਕਸ਼ਨ ਨੇ। ਸਭ ਤੋਂ ਵੱਡਾ ਫੰਕਸ਼ਨ ਤਾਂ ਬੱਚੇ ਇਹੀ ਹੈਗਾ ਕਿ ਯੂਨੀਅਨ ਦੇ ਜਿਹੜੇ ਟੈਕਸਿਸ ਨੇਗੇ, ਦੇਖੋ ਫਾਈਨਾਂਸ ਕਮਿਸ਼ਨ ਦਾ ਮਤਲਬ ਕੀ ਹੈ ਕਿ ਯੂਨੀਅਨ ਦੇ ਜਿਹੜੇ ਟੈਕਸਿਸ ਨੇ ਉਹ ਕੁਛ ਨਾ ਕੁਛ ਸਟੇਟ ਦੇ ਵਿੱਚ ਡਿਸਟਰੀਬਿਊਟ ਕਰਨੇ ਪੈਣਗੇ ਆਪਾਂ ਨੂੰ, ਠੀਕ ਹੈ। ਯੂਨੀਅਨ ਇਕੱਲਾ ਕੁਝ ਨਹੀਂ ਕਰ ਸਕਦਾ ਪੈਸਿਆਂ ਦਾ, ਇਹਨਾਂ ਨੂੰ ਸਟੇਟ ਨੂੰ ਵੀ ਦੇਣਾ ਪਊਗਾ ਥੋੜ੍ਹਾ ਬਹੁਤਾ। ਹੁਣ ਜਿੰਨਾ ਪੈਸਾ ਸਟੇਟ ਨੂੰ ਦੇਣਾ ਹੈ ਇਹ ਸਾਰਾ ਕੁਛ ਫਾਈਨਾਂਸ ਕਮਿਸ਼ਨ ਹੀ ਰეკਮੈਂਡ ਕਰਦੀ ਹੈ, ਠੀਕ ਹੈ। ਕਿ ਡਿਸਟਰੀਬਿਊਸ਼ਨ ਆਫ ਨੈਟ ਪ੍ਰੋਸੀਡ ਆਫ ਟੈਕਸਿਸ ਬਿਟਵੀਨ ਸੈਂਟਰ ਤੇ ਸਟੇਟ, ਵੀ ਸੈਂਟਰ ਕੋਲ ਕਿੰਨਾ ਰਹਿਣਾ ਚਾਹੀਦਾ ਹੈ, ਸਟੇਟ ਨੂੰ ਕਿੰਨਾ ਜਾਣਾ ਚਾਹੀਦਾ ਹੈ, ਇਹ ਸਭ ਜਿਹੜੀ ਕੈਲਕੂਲੇਸ਼ਨ ਹੈ ਫਾਈਨਾਂਸ ਕਮਿਸ਼ਨ ਹੀ ਦੱਸਦੀ ਹੈ। ਪੜ੍ਹਦੇ ਆਪਾਂ ਕਿਵੇਂ। ਇਸ ਤੋਂ ਇਲਾਵਾ ਵੀ ਅਗਰ ਸਟੇਟ ਨੂੰ ਕੋਈ ਗ੍ਰਾਂਟ ਦੇਣੀ ਹੈ ਬੱਚੇ, ਇਹ ਤਾਂ ਦੇਖੋ ਆਪਣਾ ਇੱਕ ਹੋ ਹੀ ਗਿਆ, ਕੈਲਕੂਲੇਸ਼ਨ ਹੋ ਗਈ ਵੀ ਹਾਂਜੀ ਇੰਨਾ ਪੋਰਸ਼ਨ ਇੰਨਾ ਪਰਸੈਂਟੇਜ ਤੁਸੀਂ ਦੇਣਾ ਹੀ ਦੇਣਾ ਹੈ। ਇਸ ਤੋਂ ਇਲਾਵਾ ਵੀ ਅਗਰ ਸਟੇਟਾਂ ਨੂੰ ਕੋਈ ਗ੍ਰਾਂਟ ਦੇਣੀ ਹੈ ਉਹ ਵੀ ਫਾਈਨਾਂਸ ਕਮਿਸ਼ਨ ਰეკਮੈਂਡ ਕਰ ਸਕਦੀ ਹੈ, ਠੀਕ ਹੈ। ਈਵਨ ਬੱਚੇ ਅਗਰ ਪੰਚਾਇਤ ਤੇ ਮਿਊਨਿਸਪੈਲਿਟੀ ਨੂੰ ਵੀ ਕੋਈ ਫੰਡ ਦੀ ਲੋੜ ਹੈਗੀ ਹੈ ਤਾਂ ਉਹ ਵੀ ਜਿਹੜਾ ਸਟੇਟ ਨੂੰ ਰეკਮੈਂਡੇਸ਼ਨ ਹੈ ਇਹ ਵੀ ਆਪਣੀ ਯੂਨੀਅਨ ਫਾਈਨਾਂਸ ਕਮਿਸ਼ਨ ਦੇ ਸਕਦੀ ਹੈ। ਦੇਖੋ ਪੰਚਾਇਤਾਂ ਤੇ ਮਿਊਨਿਸਪੈਲਿਟੀ ਨੂੰ ਜਿਹੜਾ ਫੰਡ ਦੇਣਾ ਹੈ ਉਹ ਕੰਮ ਕਿਹਦਾ ਬੱਚੇ, ਉਹ ਸਟੇਟ ਦਾ ਹੈਗਾ ਬੇਸਿਕਲੀ, ਠੀਕ ਹੈ, ਸਟੇਟ ਦਾ ਕੰਮ ਹੈ ਉਹ। ਹੁਣ ਕਈ ਵਾਰੀ ਬੱਚੇ ਕੀ ਹੁੰਦਾ ਹੈ, ਦੇਖੋ ਟੂ ਮੇਕ ਰეკਮੈਂਡੇਸ਼ਨ ਟੂ ਪ੍ਰੈਜ਼ੀਡੈਂਟ ਐਜ਼ ਟੂ ਮੇਜ਼ਰ ਨੀਡਡ ਟੂ ਆਗੂਮੈਂਟ ਦ ਫੰਡ ਆਫ ਸਟੇਟ ਟੂ ਸਪਲੀਮੈਂਟ। ਜਦੋਂ ਹੁਣ ਦੇਖੋ ਕੰਮ ਤਾਂ ਇਹ ਸਟੇਟ ਦਾ ਹੈਗਾ ਕਿ ਹਾਂਜੀ ਸਟੇਟ ਨੇ ਪੈਸਾ ਦੇਣਾ ਪੰਚਾਇਤਾਂ ਨੂੰ ਤੇ ਮਿਊਨਿਸਪੈਲਿਟੀ ਨੂੰ। ਕਦੇ ਬੱਚੇ ਹੋ ਸਕਦਾ ਸਟੇਟ ਕੋਲੇ ਪੈਸਾ ਨਾ ਹੋਵੇ, ਠੀਕ ਹੈ, ਤਾਂ ਉਸ ਟਾਈਮ ਤੇ ਆਪਣੀ ਯੂਨੀਅਨ ਫਾਈਨਾਂਸ ਕਮਿਸ਼ਨ ਕੁਛ ਨਾ ਕੁਛ ਹੈਲਪ ਕਰਦੀ ਹੈ ਇਹਨਾਂ ਸਟੇਟਸ ਦੀ ਵੀ ਤੁਸੀਂ ਕਿਵੇਂ ਆਪਣਾ ਪੈਸਾ ਪੰਚਾਇਤਾਂ ਦੇ ਵਿੱਚ ਦੇ ਸਕਦੇ ਹੋ, ਠੀਕ ਹੈ। ਕੇਂਦਰ ਦਾ ਪੈਸਾ ਨਹੀਂ ਜਾ ਰਿਹਾ ਹੈਗਾ, ਇਹ ਸਟੇਟਸ ਨੂੰ ਹੀ ਰეკਮੈਂਡੇਸ਼ਨ ਕਰ ਰਿਹਾ ਵੀ ਤੁਸੀਂ ਕਿਵੇਂ ਕਰ ਸਕਦੇ ਹੋ ਚੀਜ਼ਾਂ, ਠੀਕ ਹੈ। ਇਹ ਚੀਜ਼ ਹੈ। ਹੋਰ ਵੀ ਕੋਈ ਮੈਟਰ ਅਗਰ ਪ੍ਰੈਜ਼ੀਡੈਂਟ ਇਹਨੂੰ ਦੱਸਦੇ ਨੇ ਵੀ ਫਾਈਨਾਂਸ ਕਮਿਸ਼ਨ ਨੂੰ ਅਗਰ ਪ੍ਰਪੋਜ਼ ਕਰਦੇ ਨੇ ਵੀ ਹਾਂਜੀ ਮੈਨੂੰ ਇਸ ਚੀਜ਼ ਦੇ ਉੱਪਰ ਸਲਾਹਾਂ ਚਾਹੀਦੀਆਂ ਨੇ, ਤੁਸੀਂ ਇਹਦੇ ਵਿੱਚ ਕੰਮ ਕਰਕੇ ਮੈਨੂੰ ਦੱਸੋ, ਠੀਕ ਹੈ, ਤਾਂ ਓਬਵੀਅਸਲੀ ਗੱਲ ਪ੍ਰੈਜ਼ੀਡੈਂਟ ਕਹਿ ਸਕਦੇ ਨੇ ਕਿ ਹਾਂਜੀ ਮੈਨੂੰ ਇਹ ਚੀਜ਼ਾਂ ਉੱਪਰ ਕੰਮ ਕਰਕੇ ਦੱਸੋ, ਮੈਨੂੰ ਥੋੜੀ ਸਲਾਹ ਚਾਹੀਦੀ ਹੈ, ਠੀਕ ਹੈ। ਇਹ ਸਭ ਹੈਗਾ, ਇਹ ਕੁਝ ਫੰਕਸ਼ਨ ਸੀ ਬੱਚੇ ਫਾਈਨਾਂਸ ਕਮਿਸ਼ਨ ਦੇ। ਹੁਣ ਬੱਚੇ ਗੱਲ ਕਰਦੇ ਨੇ ਜਿਹੜੀ 15ਵੀਂ ਫਾਈਨਾਂਸ ਕਮਿਸ਼ਨ ਆ ਉਹਦੀਆਂ ਕੀ ਰეკਮੈਂਡੇਸ਼ਨ ਰਹੀਆਂ ਨੇਗੀਆਂ, ਠੀਕ ਹੈ। ਤਾਂ ਬੱਚੇ ਤੁਹਾਨੂੰ ਮੈਂ ਪਹਿਲਾਂ ਹੀ ਗੱਲ ਕਹੀ ਹੈ, ਦੇਖੋ ਜਿਹੜੇ ਸਾਰੇ ਟੈਕਸਿਸ ਨੇ ਆਪਾਂ ਮੰਨ ਕੇ ਚੱਲਦੇ ਹਾਂ, ਜਿਵੇਂ ਹੁਣ ਇਨਕਮ ਟੈਕਸ ਹੈ ਤੇ ਕਾਰਪੋਰੇਟ ਟੈਕਸ ਹੈ, ਇਹ 2 ਵੱਡੇ ਐਸੇ ਟੈਕਸਿਸ ਨੇ ਜਿਹੜੇ ਕਿ ਸਭ ਤੋਂ ਜ਼ਿਆਦਾ ਜਿਨ੍ਹਾਂ ਤੋਂ ਇਨਕਮ ਹੁੰਦੀ ਆਪਾਂ ਨੂੰ, ਠੀਕ ਹੈ। GST ਓਬਵੀਅਸਲੀ ਹੈਗਾ ਹੀ ਹੈਗਾ, ਠੀਕ ਹੈ, ਬਟ ਆਪਾਂ ਇਨਕਮ ਜੇ ਆਪਾਂ ਡਾਇਰੈਕਟ ਟੈਕਸ ਦੀ ਗੱਲ ਕਰੀਏ ਜਿਹੜੇ ਕਿ ਸੈਂਟਰ ਦੇ ਵੱਡੇ ਟੈਕਸਿਸ ਨੇ, ਇਨਕਮ ਟੈਕਸ ਤੇ ਕਾਰਪੋਰੇਟ ਟੈਕਸ, ਤਾਂ ਬਹੁਤ ਵੱਡੇ ਟੈਕਸਿਸ ਨੇ, ਬਹੁਤ ਜ਼ਿਆਦਾ ਇਹਦੇ ਵਿੱਚੋਂ ਰੈਵਨਿਊ ਆਉਂਦਾ ਹੈਗਾ, ਮੈਕਸਿਮਮ ਰੈਵਨਿਊ ਇਹਦੇ ਵਿੱਚੋਂ ਆਉਂਦਾ ਦੋਨਾਂ ਦੇ ਵਿੱਚ, ਠੀਕ ਹੈ। ਤਾਂ ਹੁਣ ਇਹ ਜਾਂਦੇ ਨੇ ਸਿੱਧੇ ਸੈਂਟਰ ਕੋਲੇ, ਦੋਨੇ ਇਨਕਮ ਟੈਕਸ ਵੀ ਕਾਰਪੋਰੇਟ ਟੈਕਸ ਵੀ। ਤਾਂ ਮਤਲਬ ਕੀ ਹੈ ਬੱਚੇ, ਕੇਂਦਰ ਕੋਲੇ ਟੈਕਸਿਸ ਕਾਫੀ ਨੇਗੇ, ਸਟੇਟ ਕੋਲੇ ਕੰਪੈਰੀਟਿਵਲੀ ਜਿਹੜੇ ਟੈਕਸਿਸ ਨੇ ਘੱਟ ਨੇਗੇ, ਤਾਂ ਸਟੇਟ ਦੀ ਰੈਵਨਿਊ ਡੈਫੀਨਿਟਲੀ ਘੱਟ ਨੇ, ਕੇਂਦਰ ਕੋਲੇ ਜ਼ਿਆਦਾ ਨੇ, ਇਹ ਆਪਾਂ ਨੂੰ ਪਤਾ ਹੈਗਾ। ਹੁਣ ਬੱਚੇ ਕੇਂਦਰ ਇਕੱਲਾ ਕੀ ਕਰੂਗਾ, ਕੇਂਦਰ ਵੀ ਤਾਂ ਦੇਖੋ ਹੁਣ ਸਟੇਟਸ ਵਾਸਤੇ ਹੀ ਬਣਿਆ ਹੋਇਆ ਨਾ, ਤੇ ਕੰਮ ਐਕਚੁਅਲ ਦੇ ਵਿੱਚ ਤਾਂ ਸਟੇਟਸ ਦੇ ਵਿੱਚ ਹੀ ਬੰਦੇ ਰਹਿ ਰਹੇ ਨੇ, ਸੈਂਟਰ ਦਾ ਇੱਕ ਕਨਸੈਪਟ ਹੈਗਾ, ਅਸਲ ਦੇ ਵਿੱਚ ਤਾਂ ਆਪਾਂ ਸਟੇਟ ਦੇ ਵਿੱਚ ਰਹਿ ਰਹੇ ਆਪਾਂ, ਠੀਕ ਹੈ। ਤਾਂ ਐਕਚੁਅਲ ਦੇ ਵਿੱਚ ਨਾ ਪੈਸਾ ਜਿਹੜਾ ਇਨਵੈਸਟਮੈਂਟ ਕਰਨੀ ਹੈ ਸਟੇਟਸ ਨਹੀਂ ਕਰਨੀ ਹੈ, ਤਾਂ ਹੁਣ ਇੰਨਾ ਪੈਸਾ ਸਟੇਟ ਯੂਨੀਅਨ ਇਕੱਲਾ ਨਹੀਂ ਖਰਚ ਕਰਦਾ, ਇਹਦਾ ਕੁਝ ਪੋਰਸ਼ਨ ਸਟੇਟ ਨੂੰ ਵੀ ਡਿਵਾਈਡ ਕਰ ਦੇਗਾ, ਠੀਕ ਹੈ।
ਉਹ ਹੁਣ ਕੈਲਕੂਲੇਸ਼ਨ ਆਪਾਂ ਦੇਖਦੇ ਹਾਂ ਕਿਵੇਂ ਹੁੰਦੀ ਹੈਗੀ। ਪਹਿਲੀ ਗੱਲ ਤਾਂ ਬੱਚੇ ਜਿਹੜਾ ਇਹ ਜਿਹੜਾ ਸਾਰਾ ਟੋਕਰੀ ਹੈਗੀ ਹੈ, ਇਸ ਟੋਕਰੀ ਦੇ ਵਿੱਚ ਕੁਝ ਟੈਕਸਿਸ ਪੈਣਗੇ। ਕਿਹੜੇ ਪੈਣਗੇ? ਜਿਵੇਂ ਕਾਰਪੋਰੇਟ ਟੈਕਸ ਪਾਤਾ, ਇਨਕਮ ਟੈਕਸ ਪਾਤਾ, ਠੀਕ ਹੈ। ਤਾਂ ਜਿੰਨੇ ਵੀ ਟੈਕਸਿਸ ਨੇ ਉਹ ਆਪਾਂ ਇਸ ਟੋਕਰੀ ਦੇ ਵਿੱਚ ਪਾ ਦਿੰਦੇ ਹਾਂ, ਠੀਕ ਹੈ। ਬਟ ਬੱਚੇ ਇੱਕ ਚੀਜ਼ ਧਿਆਨ ਦੇਣ ਵਾਲੀ ਹੈ, ਹੁਣ ਚਲੋ ਆਪਾਂ ਇਹ ਦੇਖਦੇ ਹਾਂ, ਇਸ ਟੋਕਰੀ ਦੇ ਵਿੱਚ ਪੈਸੇ ਪਾਤੇ। ਹੁਣ ਇਸ ਟੋਕਰੀ ਦੇ ਵਿੱਚੋਂ ਕਿੰਨੇ ਪੈਸੇ ਤੁਸੀਂ ਜਿਹੜੇ ਸਟੇਟ ਨੂੰ ਦੇਣੇ ਨੇ ਉਹ ਆਪਾਂ ਡਿਸਾਈਡ ਕਰਦੇ ਹਾਂ, ਠੀਕ ਹੈ। ਮੰਨ ਲਓ ਆਪਾਂ ਨੇ ਕੁਝ ਪੋਰਸ਼ਨ ਜਿਹੜਾ ਡਾਰਕਨਡ ਪੋਰਸ਼ਨ ਹੈ ਇਹ ਆਪਾਂ ਨੇ ਸਟੇਟਸ ਨੂੰ ਦੇਣਾ ਹੈਗਾ, ਠੀਕ ਹੈ। ਇਹ ਸਟੇਟਸ ਨੂੰ ਦੇਣਾ, ਕਿਹੜੇ ਸਟੇਟਸ ਨੂੰ? ਪੰਜਾਬ ਹੋ ਗਿਆ, ਯੂਪੀ ਹੋ ਗਿਆ, ਹਰਿਆਣਾ ਹੋ ਗਿਆ, ਹੈ ਨਾ, ਇਹਨਾਂ ਸਟੇਟਸ ਨੂੰ। ਇਹ ਜਿਹੜਾ ਬਾਕੀ ਦਾ ਪੈਸਾ ਰਾਜੇ ਇਹ ਸੈਂਟਰ ਆਪ ਯੂਜ਼ ਕਰੂਗਾ, ਜਿਵੇਂ ਮਰਜ਼ੀ ਕਰੇ ਉੱਥੇ, ਠੀਕ ਹੈ, ਆਪ ਯੂਜ਼ ਕਰੂਗਾ। ਔਰ ਜਿਹੜੀਆਂ ਇਹਦੀਆਂ ਯੂਟੀਜ਼ ਨੇਗੀਆਂ, ਕਿਹੜੀਆਂ ਯੂਟੀਜ਼ ਹੋ ਗਈਆਂ? ਜਿਵੇਂ ਚੰਡੀਗੜ੍ਹ ਹੋ ਗਿਆ, ਹੈ ਨਾ, ਜਾਂ ਫਿਰ ਆਪਣਾ ਦਮਨ ਐਂਡ ਦਿਊ ਹੋ ਗਿਆ, ਜਾਂ ਲਕਸ਼ਦੀਪ ਹੋ ਗਿਆ, ਹੈ ਨਾ, ਇਹ ਸਾਰੀਆਂ ਯੂਟੀਜ਼। ਤਾਂ ਇਹਨਾਂ ਯੂਟੀਜ਼ ਦੇ ਵਿੱਚ ਇਨਵੈਸਟ ਕਰੂ, ਜਾਂ ਹੋਰ ਵੀ ਜਿਹੜੇ ਯੂਨੀਅਨ ਦੇ ਖਰਚੇ ਨੇ, ਕੇਂਦਰ ਸਰਕਾਰ ਦੇ ਜਿਹੜੇ ਖਰਚੇ ਨੇ ਉਹਦੇ ਵਿੱਚ ਕਰੂਗਾ, ਠੀਕ ਹੈ। ਤਾਂ ਹੁਣ ਤੋਂ ਪਹਿਲਾਂ ਬੱਚੇ JNK ਵੀ, ਹੁਣ ਆਪਾਂ JNK ਵੀ ਇਹਦੇ ਵਿੱਚ ਐਡ ਹੋ ਜਾਊਗਾ। ਪਹਿਲਾਂ ਇੱਥੇ ਕੀ ਸੀ? ਇਹ ਪਹਿਲਾਂ ਕੀ ਸੀ? ਉਰੇ JNK ਵੀ ਸੀਗਾ ਅਰਲੀਅਰ, ਕਿਉਂਕਿ ਪਹਿਲਾਂ JNK ਸਟੇਟ ਸੀਗਾ। ਤਾਂ ਇਸ ਸਟੇਟ ਵਾਲੇ ਪੋਰਸ਼ਨ ਦੇ ਵਿੱਚੋਂ ਜੰਮੂ ਕਸ਼ਮੀਰ ਨੂੰ ਵੀ ਪੈਸਾ ਜਾਂਦਾ ਸੀਗਾ ਪਹਿਲਾਂ, ਠੀਕ ਹੈ। ਪਹਿਲਾਂ ਜੰਮੂ ਕਸ਼ਮੀਰ ਨੂੰ ਪੈਸਾ ਜਾਂਦਾ ਸੀ, ਬਟ ਹੁਣ ਪੈਸਾ ਕਿੱਥੇ? ਹੁਣ ਜੰਮੂ ਕਸ਼ਮੀਰ ਕਿੱਥੇ ਬੱਚੇ? ਹੁਣ UT ਵਾਲੀ ਸਾਈਡ 'ਤੇ ਆ ਜਾਊਗਾ। ਹੁਣ ਜੰਮੂ ਕਸ਼ਮੀਰ UT ਵਾਲੀ ਸਾਈਡ 'ਤੇ ਆ ਜਾਊਗਾ, ਠੀਕ ਹੈ। ਤਾਂ ਇੱਥੇ ਨਹੀਂ ਹੈਗਾ, ਹੁਣ ਇੱਥੇ ਨਹੀਂ ਹੈਗਾ, ਇੱਥੇ ਆਊਗਾ, UT ਵਾਲੀ ਸਾਈਡ 'ਤੇ ਆਊਗਾ। ਚਲੋ ਦੱਸਦਾ ਮੈਂ ਦੱਸਦਾ ਕੀ ਮਤਲਬ ਹੈ ਮੇਰਾ। ਹੁਣ ਬੱਚੇ ਪਹਿਲੀ ਗੱਲ ਤਾਂ ਜਿਹੜੀ ਰეკਮੈਂਡੇਸ਼ਨ ਕੀਤੀ ਹੈ 15ਵੀਂ ਫਾਈਨਾਂਸ ਕਮਿਸ਼ਨ ਨੇ, ਵੀ ਜਿੰਨਾ ਪੈਸਾ ਕੇਂਦਰ ਕੋਲੇ ਹੈਗਾ ਹੈ, ਜਿੰਨਾ ਪੈਸਾ ਤੁਸੀਂ ਡਿਵਾਈਡ ਕਰਨਾ ਹੈ, ਉਹਦਾ 41% ਤੁਸੀਂ ਕੀ ਕਰਨਾ ਬੱਚੇ? ਸਟੇਟ ਦੇ ਵਿੱਚ ਡਿਵਾਈਡ ਕਰ ਦੇਣਾ, ਔਰ 59% ਤੁਸੀਂ ਆਪਣੇ ਕੋਲ ਰੱਖੋ। ਇਹ ਚੀਜ਼ ਪਹਿਲੀ ਗੱਲ ਤਾਂ ਜਿਹੜੀ ਫਾਈਨਾਂਸ ਕਮਿਸ਼ਨ ਆਪਣੀ ਕਹਿ ਰਹੀ ਹੈਗੀ, 15ਵੀਂ ਫਾਈਨਾਂਸ ਕਮਿਸ਼ਨ। ਜਿਹੜੀ 14ਵੀਂ ਫਾਈਨਾਂਸ ਕਮਿਸ਼ਨ ਸੀ ਬੱਚੇ, ਉਹਨੇ ਕੀ ਕਿਹਾ ਸੀ? 42%। ਉਹਨੇ ਥੋੜ੍ਹਾ ਵੱਧ ਕਿਹਾ ਸੀ, ਠੀਕ ਹੈ। 15ਵੀਂ ਨੇ ਘਟਾਤਾ ਬੱਚੇ। ਕਾਰਨ ਕੀ ਹੈ ਬੱਚੇ? ਦੇਖੋ ਜਿਹੜਾ ਇਹ 41% ਹੁਣ ਹੈਗਾ, ਪਹਿਲਾਂ ਕਿੰਨਾ ਸੀ? 42%। ਪਹਿਲਾਂ ਜਿਹੜਾ 42% ਸੀ ਬੱਚੇ ਕਿਹਦੇ ਕੋਲ ਜਾ ਰਿਹਾ ਸੀ? ਪੰਜਾਬ ਕੋਲ ਜਾ ਰਿਹਾ ਸੀ, UP ਕੋਲੇ, ਹਰਿਆਣਾ ਕੋਲੇ ਤੇ ਜੰਮੂ ਕਸ਼ਮੀਰ ਕੋਲ ਜਾ ਰਿਹਾ ਸੀ। ਜੇ ਮੈਂ 42 ਨੂੰ ਬੱਚੇ ਲਿਖ ਲਾਂ 41 + 1, ਜੇ ਮੈਂ ਇੱਦਾਂ ਲਿਖ ਲਾਂ ਤਾਂ ਇਹ ਜਿਹੜਾ 41 + 1 ਸੀ ਇਹਨਾਂ ਸਭ ਕੋਲ ਜਾ ਰਿਹਾ ਸੀਗਾ, ਠੀਕ ਹੈ। ਪੰਜਾਬ, UP, ਹਰਿਆਣਾ, ਜੰਮੂ ਕਸ਼ਮੀਰ ਇੱਦਾਂ ਜਾ ਰਿਹਾ ਸੀਗਾ। ਬਟ ਹੁਣ ਆਪਾਂ ਕਹਿ ਰਹੇ ਹਾਂ ਵੀ ਜਿਹੜਾ ਜੰਮੂ ਕਸ਼ਮੀਰ ਆ ਬੱਚੇ ਇੱਧਰ ਚਲਾ ਗਿਆ, ਜੰਮੂ ਕਸ਼ਮੀਰ ਚੱਲ ਕੇ ਇੱਧਰ ਚਲਾ ਗਿਆ, ਠੀਕ ਹੈ। ਹੁਣ ਬੱਚੇ ਦੇਖੋ ਕੇਂਦਰ ਦਾ ਖਰਚਾ ਜਿਹੜਾ ਹੈਗਾ, ਹੁਣ ਮਤਲਬ ਜੰਮੂ ਕਸ਼ਮੀਰ ਦਾ ਜਿਹੜਾ ਖਰਚਾ ਹੈ ਹੁਣ ਉਹ ਕੇਂਦਰ ਦੇ ਪੋਰਸ਼ਨ ਦੇ ਵਿੱਚੋਂ ਜਾਊਗਾ। ਕੇਂਦਰ ਦਾ ਜਿਹੜਾ 59% ਹੈ ਇਹਦੇ ਵਿੱਚੋਂ ਜਾਊਗਾ, ਠੀਕ ਹੈ। ਪਹਿਲਾਂ ਕੇਂਦਰ ਦਾ ਕਿੰਨਾ ਸੀ ਬੱਚੇ? 58 ਸੀਗਾ, ਕਿਉਂਕਿ ਜੇ ਇੱਧਰ 42 ਸੀ ਤਾਂ ਕੇਂਦਰ ਕੋਲੇ 58 ਹੋਣਾ ਚਾਹੀਦਾ ਸੀਗਾ, ਠੀਕ ਹੈ। ਹੁਣ ਜਦੋਂ ਦੇਖੋ ਤੁਸੀਂ ਸਟੇਟ ਹੀ ਇੱਧਰ ਪਾਤੀ, ਜੰਮੂ ਕਸ਼ਮੀਰ ਇੱਧਰ ਪਾਤਾ, ਤਾਂ ਤੁਸੀਂ ਜਿਹੜਾ ਖਰਚਾ ਬੱਚੇ ਉਹ ਵੀ ਇੱਧਰ ਟ੍ਰਾਂਸਫਰ ਕਰੋਗੇ, ਠੀਕ ਹੈ। ਤਾਂ 1 ਆਪਣੇ ਇੱਧਰ ਟ੍ਰਾਂਸਫਰ ਕਰਤਾ, ਇੱਥੇ 41 ਰਹਿ ਗਿਆ, ਇੱਥੇ ਆਪਣਾ 59 ਬਣ ਗਿਆ, ਠੀਕ ਹੈ। ਕਿਉਂਕਿ ਹੁਣ ਜੰਮੂ ਕਸ਼ਮੀਰ ਆਪਣਾ UT ਬਣ ਗਈ ਬੱਚੇ, ਤਾਂ ਆਪਾਂ ਨੇ 42 ਤੋਂ ਘਟਾ ਕੇ ਹੁਣ ਡੈਵੋਲੂਸ਼ਨ 41% ਕਰਤੀ ਕਿ ਸਟੇਟਸ ਨੂੰ ਆਪਾਂ ਜਿੰਨੇ ਆਪਾਂ ਨੇ ਡਿਵਾਈਡ ਕਰਨਾ ਉਹਦਾ 41% ਹੀ ਸਟੇਟਸ ਨੂੰ ਦੇਵਾਂਗੇ, ਬਾਕੀ ਦਾ ਪਰਸੈਂਟ ਜਿਹੜਾ ਆਪਾਂ 59 ਹੈ ਉਹ ਯੂਨੀਅਨ ਦੇ ਵਿੱਚ ਰੱਖਾਂਗੇ, ਠੀਕ ਹੈ। ਤਾਂ 1% ਬੱਚੇ ਆਪਣੇ ਜੰਮੂ ਕਸ਼ਮੀਰ ਵਾਸਤੇ ਘਟਾਏ, ਇਹ ਧਿਆਨ ਰੱਖਣਾ ਵਾਸਤੇ ਤੁਸੀਂ, ਠੀਕ ਹੈ। ਕਿਉਂਕਿ ਜੰਮੂ ਕਸ਼ਮੀਰ ਹੁਣ ਸੈਂਟਰ ਦੇ ਖਰਚੇ ਦਾ ਕੰਮ ਕਰੂਗਾ, ਠੀਕ ਹੈ। ਇਸ ਕਰਕੇ ਸੈਂਟਰ ਨੇ ਜਿਹੜਾ ਸਟੇਟ ਨੂੰ ਦੇਣਾ ਸੀ ਉਹ ਖੁਦ ਹੀ ਰੱਖ ਲਿਆ, 1% ਖੁਦ ਰੱਖ ਲਿਆ, ਪਹਿਲਾਂ ਜਿਹੜਾ ਸਟੇਟਸ ਨੂੰ ਦੇ ਰਹੇ ਸੀਗੇ, ਠੀਕ ਹੈ। ਇਸ ਚੀਜ਼ ਹੈ। ਹੁਣ ਬੱਚੇ ਜਿਹੜੀ ਆਪਾਂ ਗੱਲ ਕਰੀਏ ਇਸ ਟੋਕਰੀ ਦੀ, ਇਸ ਟੋਕਰੀ ਦੇ ਵਿੱਚ ਕਿਹੜੇ ਪੈਸੇ ਪੈ ਰਹੇ ਨੇਗੇ? ਇਸ ਟੋਕਰੀ ਦੇ ਵਿੱਚ ਦੇਖੋ ਇਨਕਮ ਟੈਕਸ ਪੈ ਰਿਹਾ, ਕਾਰਪੋਰੇਟ ਟੈਕਸ ਪੈ ਰਿਹਾ, ਬਟ ਕੁਝ ਟੈਕਸ ਐਸੇ ਵੀ ਨੇ ਯੂਨੀਅਨ ਦੇ ਜਿਹੜੇ ਇਸ ਟੋਕਰੀ ਦੇ ਵਿੱਚ ਨਹੀਂ ਪਾਉਂਦੇ। ਉਹ ਕਿਹੜੇ? ਜਿਵੇਂ ਕੋਈ ਸੈਸ ਹੋ ਗਿਆ, ਸਰਚਾਰਜ ਹੋ ਗਿਆ, ਬੱਚੇ ਆਪਣੇ ਪਹਿਲਾਂ ਵੀ ਪੜ੍ਹ ਚੁੱਕੇ ਆਪਾਂ। ਸਰਚਾਰਜ ਤੇ ਸੈਸ ਐਸੇ ਟੈਕਸਿਸ ਨੇਗੇ ਜਿਹੜੇ ਕਿ ਫਾਈਨਾਂਸ ਕਮਿਸ਼ਨ ਕੈਨ ਨੋਟ ਸ਼ੇਅਰ ਵਿਦ ਦ ਸਟੇਟ। ਫਾਈਨਾਂਸ ਕਮਿਸ਼ਨ ਕੈਨ ਨੋਟ ਸ਼ੇਅਰ ਵਿਦ ਸਟੇਟ। ਇਹ ਰਾਜੇ ਪੁਰਾਣੀ ਸਲਾਈਡ ਹੈ, ਮੈਂ ਦੁਬਾਰਾ ਰਿਪੀਟ ਕੀਤੀ ਹੈ ਸਮਝਾਉਣ ਵਾਸਤੇ, ਇਸ ਵਾਸਤੇ ਕਿ ਜਿਹੜੇ ਸੈਸ ਦੇ ਸਰਚਾਰਜ ਵਿੱਚ ਕਮਾਈ ਹੋ ਰਹੀ ਹੈ ਕੇਂਦਰ ਸਰਕਾਰ ਨੂੰ, ਉਹਦੇ ਵਿੱਚੋਂ ਸਟੇਟ ਨੂੰ ਸ਼ੇਅਰ ਨਹੀਂ ਕਰਦੇ ਉਹ। ਦੇਖੋ ਇਹ ਹੈਗੀ ਕੇਂਦਰ ਦੀ ਸਰਕਾਰ ਦੀ ਕਮਾਈ, ਇਹ ਸਾਰੀ ਟੋਕਰੀ ਦੇ ਵਿੱਚ ਕੇਂਦਰ ਦੀ ਸਰਕਾਰ ਦੀ ਕਮਾਈ ਹੈ। ਇਹਦੇ ਵਿੱਚ ਸਰਚਾਰਜ ਦੇ ਸੈਸ ਵੀ ਆ ਗਿਆ, ਠੀਕ ਹੈ, ਇਨਕਮ ਟੈਕਸ ਆ ਗਿਆ, ਕਾਰਪੋਰੇਟ ਟੈਕਸ ਆ ਗਿਆ, ਸਾਰੇ ਆ ਗਏ। ਬਟ ਇਸ ਟੋਕਰੀ ਤੋਂ ਇਲਾਵਾ ਕੇਂਦਰ ਸਰਕਾਰ ਕੀ ਕਰਦੀ ਹੈ? ਇੱਕ ਛੋਟੀ ਟੋਕਰੀ ਬਣਾ ਲੈਂਦੀ ਹੈ, ਛੋਟੀ ਟੋਕਰੀ। ਇਹ ਛੋਟੀ ਟੋਕਰੀ ਦੇ ਵਿੱਚ ਬੱਚੇ ਸਿਰਫ ਔਰ ਸਿਰਫ ਕੁਝ ਟੈਕਸ ਦੀ ਪਾਉਂਦੀ ਹੈ, ਜਿਵੇਂ ਇਨਕਮ ਟੈਕਸ ਹੋ ਗਿਆ, ਕਾਰਪੋਰੇਟ ਟੈਕਸ ਹੋ ਗਿਆ, ਠੀਕ ਹੈ। ਜਿਹੜੇ ਬੱਚੇ ਸੈਸ ਸਰਚਾਰਜ ਵਗੈਰਾ ਹੈ ਇਹ ਇਸ ਛੋਟੀ ਟੋਕਰੀ ਦੇ ਵਿੱਚ ਨਹੀਂ ਪਾਉਂਦੀ ਹੈਗੀ, ਠੀਕ ਹੈ। ਹੁਣ ਜਿਹੜਾ ਡਿਵੀਜ਼ਨ ਹੈ ਬੱਚੇ ਉਹ ਇਸ ਛੋਟੀ ਟੋਕਰੀ ਦੇ ਵਿੱਚ ਹੋਊਗਾ, ਕਿਉਂਕਿ ਇਹਦੇ ਵਿੱਚ ਆਪਣੇ ਸੈਸ ਸਰਚਾਰਜ ਪਾਏ ਹੀ ਨਹੀਂ ਹੈਗੇ, ਠੀਕ ਹੈ। ਹੁਣ ਜਿਹੜਾ 41%, 42% ਇਹ ਆਪਾਂ ਇਸ ਟੋਕਰੀ ਦੇ ਵਿੱਚੋਂ ਕਰਾਂਗੇ। ਇਸ ਟੋਕਰੀ ਨੂੰ ਆਪਾਂ ਕੀ ਕਹਿੰਦੇ ਬੱਚੇ? ਡਿਵੀਜ਼ੀਬਲ ਪੂਲ। ਡਿਵੀਜ਼ੀਬਲ ਪੂਲ ਵੀ ਜਿਹਦੇ ਵਿੱਚੋਂ ਡਿਵਾਈਡ ਕਰਨਾ ਆਪਾਂ ਨੇ, ਡਿਵੀਜ਼ੀਬਲ ਪੂਲ ਕਹਿੰਦੇ ਆਪਾਂ ਇਸ ਟੋਕਰੀ ਨੂੰ, ਠੀਕ ਹੈ। ਇਹਨੂੰ ਆਪਾਂ ਡਿਵੀਜ਼ੀਬਲ ਪੂਲ ਨਹੀਂ ਕਹਾਂਗੇ ਆਪਾਂ, ਇਹ ਤਾਂ ਗਰੋਸ ਰਸੀਟਸ ਨੇ ਕਾਹਦੇ? ਕੇਂਦਰ ਦੇ।
ਪੂਰੇ ਦੇ ਪੂਰੇ ਟੈਕਸਿਸ ਕਿਵੇਂ ਆ ਰਹੇ ਨੇ ਕੇਂਦਰ ਕੋਲੇ, ਬਟ ਆਪਾਂ ਪੂਰੇ ਦੇ ਪੂਰੇ ਟੈਕਸਿਸ ਕੇਂਦਰ ਦੇ ਟੈਕਸਿਸ ਦੇ ਵਿੱਚੋਂ ਡਿਵਾਈਡ ਨਹੀਂ ਕਰਾਂਗੇ। ਆਪਾਂ ਨੇ ਕਿਹਾ ਵੀ ਸੈਸ ਦੇ ਸਰਚਾਰਜ ਸਿਰਫ ਯੂਨੀਅਨ ਕੋਲੇ ਹੀ ਰਹਿਣਗੇ, ਇਹ ਸਿਰਫ ਯੂਨੀਅਨ ਕੋਲੇ ਰਹਿਣਗੇ, ਇਹ ਆਪਾਂ ਕਰ ਰਹੇ ਹਾਂ, ਇਹ ਸਿਰਫ ਯੂਨੀਅਨ ਕੋਲ ਰਹਿਣਗੇ। ਤੇ ਬਾਕੀ ਦੇ ਜਿਹੜੇ ਟੈਕਸਿਸ ਨੇ ਬੱਚੇ ਉਹਨਾਂ ਦੇ ਵਿੱਚੋਂ ਆਪਾਂ ਡਿਵਾਈਡ ਕਰਕੇ ਹੁਣ ਸਟੇਟਸ ਨੂੰ ਦੇਵਾਂਗੇ। ਤਾਂ ਹੁਣ ਜਿਹੜਾ ਇਹ ਬੱਚੇ ਟੋਕਰੀ ਬਣੀ ਛੋਟੀ ਆਪਣੇ ਕੋਲ, ਆਪਾਂ ਇਹਨੂੰ ਕਵਾਂਗੇ ਡਿਵਿਜ਼ੀਬਲ ਪੂਲ। ਹੁਣ ਤੁਸੀਂ ਧਿਆਨ ਨਾਲ ਸੁਣਨਾ ਬੱਚੇ, ਜਿਹੜੇ ਤਾਂ ਗ੍ਰੋਸ ਟੈਕਸ ਰੈਵਨਿਊ ਬਣ ਰਹੇ ਨੇਗੇ, ਗ੍ਰੋਸ ਟੈਕਸ ਰੈਵਨਿਊ, ਅਗਰ ਆਪਾਂ ਕੇਂਦਰ ਸਰਕਾਰ ਦੀ ਕਮਾਈ ਦੀ ਗੱਲ ਕਰੀਏ ਵੀ ਟੈਕਸੇਸ਼ਨ ਕੇਂਦਰ ਸਰਕਾਰ ਨੂੰ ਕਿੰਨੀ ਹੋ ਰਹੀ ਹੈਗੀ, ਤਾਂ ਉਹ ਹੋ ਰਹੀ ਹੈ ਬੱਚੇ ਆਲਮੋਸਟ 135 ਲੱਖ ਕਰੋੜ ਰੁਪਏ। ਜੇ 5 ਸਾਲਾਂ ਦੇ ਪੂਰੇ ਦੇ ਪੂਰੇ ਟੈਕਸਿਸ ਦੀ ਗੱਲ ਕਰੀਏ, ਠੀਕ ਹੈ, ਵੱਡੀ ਟੋਕਰੀ ਦੀ, ਜਿਹੜੀ ਆਪਾਂ ਵੱਡੀ ਟੋਕਰੀ ਬਣਾਈ ਸੀ ਪਹਿਲਾਂ, ਤਾਂ ਉਹਦੇ ਵਿੱਚ ਆਲਮੋਸਟ 135 ਲੱਖ ਕਰੋੜ ਰੁਪਏ ਪੈਣਾ ਜਾ ਰਹੇ ਨੇ। ਬਟ ਆਪਾਂ ਨੇ ਦੇਖਿਆ ਸੀ ਕਿ ਇਹ ਵੱਡੀ ਟੋਕਰੀ ਦੇ ਵਿੱਚ ਡਿਵਾਈਡ ਨਹੀਂ ਕਰਦੇ, ਕੇਂਦਰ ਸਰਕਾਰ ਕੁਝ ਹਿੱਸਾ ਆਪਣੇ ਕੋਲ ਰੱਖ ਲੈਂਦੀ ਹੈ ਸੈਸ ਦੇ ਸਰਚਾਰਜ ਦਾ, ਔਰ ਛੋਟੀ ਟੋਕਰੀ ਦੇ ਵਿੱਚ ਬਾਕੀ ਟੈਕਸਿਸ ਪਾ ਲੈਂਦੀ ਹੈ, ਠੀਕ ਹੈ। ਹੁਣ ਇਸ ਛੋਟੀ ਟੋਕਰੀ ਦੇ ਵਿੱਚ ਬੱਚੇ ਜਿਹੜੇ ਪੈਸੇ ਬਣ ਰਹੇ ਨੇ ਉਹ ਬਣ ਰਹੇ ਨੇ 103 ਲੱਖ ਕਰੋੜ, ਇਹਦੇ ਵਿੱਚ ਬਣ ਰਹੇ ਨੇ 135 ਲੱਖ, ਇਹਦੇ ਵਿੱਚ ਬਣ ਰਹੇ ਨੇ 103 ਲੱਖ ਕਰੋੜ। ਕੀ ਫਰਕ ਰਹੇਗਾ ਬੱਚੇ? ਸੈਸ ਦੇ ਸਰਚਾਰਜ ਦਾ, ਮਤਲਬ ਆਫਟਰ ਡਿਡਕਟਿੰਗ ਸੈਸ ਐਂਡ ਸਰਚਾਰਜ, ਠੀਕ ਹੈ ਜੀ। ਤਾਂ ਮਤਲਬ ਇਹ ਮਾਈਨਸ ਕਰਕੇ ਜਿਹੜੀ ਛੋਟੀ ਟੋਕਰੀ ਬਣਾਤੀ, ਹੁਣ ਇਸ ਛੋਟੀ ਟੋਕਰੀ ਦੇ ਵਿੱਚੋਂ ਇਹਨੂੰ ਆਪਾਂ ਕਹਾਂਗੇ ਬੱਚੇ ਡਿਵਿਜ਼ੀਬਲ ਪੂਲ। ਹੁਣ ਇਹਦੇ ਵਿੱਚੋਂ ਜਿਹੜਾ ਸ਼ੇਅਰ ਡਿਵਾਈਡ ਹੋਊਗਾ ਕਿੰਨਾ? 41%, ਠੀਕ ਹੈ। ਇਹ ਧਿਆਨ ਰੱਖਣਾ ਹੈ ਵੀ ਡਿਵਿਜ਼ੀਬਲ ਪੂਲ ਦਾ 41% ਹੈ, ਨਾ ਹੀ ਗ੍ਰੋਸ ਟੈਕਸ ਰਸੀਡ ਦਾ। ਤਾਂ ਇਹ ਕੁਐਸਚਨ ਹਮੇਸ਼ਾ ਆਊਗਾ ਕਿ 41% ਕਾਹਦਾ? ਗ੍ਰੋਸ ਟੈਕਸ ਰੈਵਨਿਊ ਦਾ? ਨਹੀਂ, ਬਿਲਕੁਲ ਗਲਤ ਹੈਗਾ, ਡਿਵਿਜ਼ੀਬਲ ਪੂਲ ਦਾ। ਜਿੰਨਾ ਅਸੀਂ ਛੋਟੀ ਟੋਕਰੀ ਬਣਾਈ ਹੈ ਉਹਦਾ 41%, ਨਾ ਕਿ ਪੂਰੇ ਦੇ ਪੂਰੇ ਟੈਕਸਿਸ ਦਾ 41%, ਗ੍ਰੋਸ ਟੈਕਸ ਰਸੀਡ ਦਾ ਨਹੀਂ, ਸਿਰਫ ਡਿਵਿਜ਼ੀਬਲ ਪੂਲ ਦਾ 41% ਜਿਹੜਾ ਕੀ ਹੈ ਸਟੇਟਸ ਕੋਲੇ ਜਾਏਗਾ ਜੀ, ਠੀਕ ਹੈ। ਤਾਂ ਤੁਸੀਂ ਇਹ ਧਿਆਨ ਦੇਖ ਸਕਦੇ ਹੋ ਵੀ 135 ਲੱਖ ਕਰੋੜ ਰੁਪਏ ਟੋਟਲ ਜਿਹੜੀ ਟੈਕਸ ਰੈਵਨਿਊ ਸੀਗਾ ਕੇਂਦਰ ਸਰਕਾਰ ਦਾ, ਬਟ ਆਪਾਂ ਨੇ ਸਿਰਫ 103 ਲੱਖ ਕਰੋੜ ਦੇ ਵਿੱਚੋਂ ਹੀ ਸ਼ੇਅਰ ਕਰਨਾ ਹੈ। ਕਿੰਨਾ ਬਣ ਗਿਆ? 103 ਲੱਖ ਦੇ ਵਿੱਚੋਂ ਬੱਚੇ ਆਲਮੋਸਟ ਮਤਲਬ 45% ਬਣ ਗਿਆ, 45 ਲੱਖ ਕਰੋੜ ਬਣ ਗਿਆ ਨਾ, 45 ਲੱਖ ਕਰੋੜ ਰੁਪਏ। ਜੇ ਆਪਾਂ 100 ਲੱਖ ਕਰੋੜ ਮੰਨੀਏ ਤਾਂ 41 ਬਣੂਗਾ, ਜੇ 103 ਮੰਨਦੇ ਆਪਾਂ ਤਾਂ ਆਲਮੋਸਟ 44 ਬਣ ਜਾਊਗਾ, ਇਹ ਚੀਜ਼ ਬਣੂਗੀ, ਠੀਕ ਹੈ। ਤਾਂ ਆਲਮੋਸਟ ਉਹਨਾਂ ਕੁ ਪੈਸਾ ਜਾਊਗਾ। ਜੇ 135 ਦਾ 41% ਕਰਦੇ ਤਾਂ ਬਹੁਤ ਜ਼ਿਆਦਾ ਬਣ ਜਾਂਦਾ, ਉਹਨਾਂ ਨਹੀਂ ਹੈਗਾ। ਆਪਾਂ ਨੇ ਸਿਰਫ ਡਿਵਿਜ਼ੀਬਲ ਪੂਲ ਦਾ 41% ਕਰਨਾ ਹੈ, ਠੀਕ ਹੈ। ਇਹ ਤਾਂ ਬੱਚੇ ਹੋਈ ਵਰਟੀਕਲ ਡੈਵੋਲੂਸ਼ਨ। ਮਤਲਬ ਕੀ ਹੈ ਕਿ ਕੇਂਦਰ ਕਿੰਨਾ ਰੱਖੂਗਾ ਔਰ ਸਟੇਟ ਕੋਲ ਕਿੰਨਾ ਜਾਊਗਾ। ਕੇਂਦਰ ਨੇ ਕਿੰਨਾ ਰੱਖਣਾ ਬੱਚੇ ਹੁਣ? 59%, ਸਟੇਟ ਨੇ ਕਿੰਨਾ ਰੱਖਣਾ? 41%। ਤਾਂ ਇਹ ਤਾਂ ਹੋਈ ਬੱਚੇ ਵਰਟੀਕਲ ਡੈਵੋਲੂਸ਼ਨ, ਵਰਟੀਕਲੀ। ਹੁਣ ਬੱਚੇ ਤੁਸੀਂ ਇਹ ਸੋਚ ਸਕਦੇ ਹੋ ਜੀ ਹੋਰੀਜ਼ੋਨਟਲ ਡੈਵੋਲੂਸ਼ਨ ਮਤਲਬ ਕੀ ਹੈ, ਕਿਹੜੀ ਸਟੇਟ ਨੂੰ ਕਿੰਨਾ ਕਿੰਨਾ ਪੈਸਾ ਮਿਲੂਗਾ। ਦੇਖੋ ਹੁਣ ਪੰਜਾਬ ਦੀਆਂ ਆਪਣੀਆਂ ਰਿਕੁਆਇਰਮੈਂਟਸ ਨੇਗੀਆਂ, ਹਰਿਆਣਾ ਦੇ ਆਪਣੇ ਰਿਕੁਆਇਰਮੈਂਟਸ ਨੇ, ਯੂਪੀ ਦੀ ਆਪਣੀਆਂ ਰਿਕੁਆਇਰਮੈਂਟਸ ਨੇਗੀਆਂ, ਠੀਕ ਹੈ। ਅਦਰਵਾਈਜ਼ ਤਾਂ ਦੇਖੋ ਕੀ ਹੁੰਦਾ, ਜੇ ਕੇਂਦਰ ਸਰਕਾਰ ਆਪਣੀ ਮਰਜ਼ੀ ਕਰਦੀ ਤਾਂ ਸਿਰਫ ਯੂਪੀ ਨੂੰ ਪੈਸਾ ਦਿਆਂਦੀ, ਯੂਪੀ ਹਰਿਆਣਾ ਨੂੰ, ਕਿਉਂਕਿ ਇਹਦੇ ਵਿੱਚ ਬੀਜੇਪੀ ਸਰਕਾਰ ਹੈ। ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਹੈ, ਪੰਜਾਬ ਨੂੰ ਪੈਸਾ ਨਹੀਂ ਮਿਲਣਾ ਸੀਗਾ ਜੇ ਮਤਲਬ ਕੇਂਦਰ ਦੀ ਮਰਜ਼ੀ ਹੁੰਦੀ, ਪਰ ਇੱਦਾਂ ਨਹੀਂ ਹੈਗਾ। ਕੇਂਦਰ ਨੂੰ ਇੱਕ ਫਾਰਮੂਲੇ ਦੇ ਨਾਲ ਚੱਲਣਾ ਪੈਂਦਾ, ਠੀਕ ਹੈ। ਇਹ ਆਪਾਂ ਕਹਿੰਦੇ ਹਾਂ ਹੋਰੀਜ਼ੋਨਟਲ ਡੈਵੋਲੂਸ਼ਨ, ਠੀਕ ਹੈ। ਤਾਂ ਹੁਣ ਇਹ ਵੀ ਜਿਹੜਾ ਡਿਸਾਈਡ ਕਰਨਾ ਵੀ ਕਿਹੜੀ ਸਟੇਟ ਨੂੰ ਕਿੰਨਾ ਪੈਸਾ ਦੇਣਾ ਹੈ, ਉਹਦੇ ਕੁਝ ਕ੍ਰਾਈਟੇਰੀਆ ਨੇਗੇ। ਤਾਂ 6 ਕ੍ਰਾਈਟੇਰੀਆ ਆਪਣੇ ਕੋਲ ਆਉਂਦੇ ਨੇ ਬੱਚੇ, ਜਿਹੜੇ ਕਿ ਯੂਜ਼ ਕਰਦੇ ਆਪਾਂ ਇਨ ਹੋਰੀਜ਼ੋਨਟਲ ਡੈਵੋਲੂਸ਼ਨ ਆਫ ਟੈਕਸਿਸ। ਕਿਹੜੇ? ਤਾਂ ਉਹ ਕਿਵੇਂ ਆਊਗਾ ਬੱਚੇ ਵੀ ਕਿਸੇ ਸਟੇਟ ਦੀ ਕੀ ਕੰਡੀਸ਼ਨ ਹੈ, ਕੋਈ ਸਟੇਟ ਕਿੰਨਾ ਕੁ ਗਰੀਬ ਹੈ, ਕੋਈ ਸਟੇਟ ਦੇ ਵਿੱਚ ਕਿੰਨੀ ਕੁ ਪ੍ਰੋਸਪੈਰਿਟੀ ਹੈ, ਕੋਈ ਸਟੇਟ ਦੇ ਵਿੱਚ ਕਿੰਨੀ ਕੁ ਪੋਪੂਲੇਸ਼ਨ ਹੈਗੀ ਆ। ਪੋਪੂਲੇਸ਼ਨ ਸਭ ਤੋਂ ਵੱਡਾ ਫੈਕਟਰ ਹੈ, ਦੇਖੋ, ਠੀਕ ਹੈ ਨਾ, ਬਹੁਤ ਵੱਡਾ ਫੈਕਟਰ ਹੈ। ਮਤਲਬ ਕਿਉਂਕਿ ਜਿੰਨੇ ਜ਼ਿਆਦਾ ਲੋਕ ਨੇ ਉਨੀ ਜ਼ਿਆਦਾ ਪੈਸੇ ਦੀ ਲੋੜ ਪਊਗੀ ਨਾ ਦੇਖੋ ਸਟੇਟ ਨੂੰ ਹਰ ਇੱਕ ਚੀਜ਼ ਵਾਸਤੇ, ਤਾਂ ਪੋਪੂਲੇਸ਼ਨ ਵੀ ਇੱਕ ਫੈਕਟਰ ਹੋ ਗਿਆ। ਤਾਂ ਮਤਲਬ ਕੀ ਹੈ, ਹਰ ਇੱਕ ਸਟੇਟ ਦੇ ਆਪਣੇ ਆਪਣੇ ਕੰਡੀਸ਼ਨਾਂ ਨੇਗੀਆਂ, ਉਹਨਾਂ ਕੰਡੀਸ਼ਨ ਦੇ ਬੇਸ 'ਤੇ ਅਸੀਂ ਡਿਸਾਈਡ ਕਰਾਂਗੇ ਕਿ ਕਿਹੜੀ ਸਟੇਟ ਨੂੰ ਕਿੰਨਾ ਪੈਸਾ ਦੇਣਾ ਹੈ। ਔਰ ਇਹੀ ਚੀਜ਼ ਆਪਣੀ ਆਉਂਦੀ ਹੈ ਬੱਚੇ ਹੋਰੀਜ਼ੋਨਟਲ ਡੈਵੋਲੂਸ਼ਨ ਦੇ ਵਿੱਚ, ਔਰ ਇਹ ਚੀਜ਼ ਵੀ ਫਾਈਨਾਂਸ ਕਮਿਸ਼ਨ ਹੀ ਦੱਸਦੀ ਸਾਨੂੰ, ਵਰਨਾ ਤਾਂ ਮੋਦੀ ਸਾਹਿਬ ਆਪਣੀ ਮਰਜ਼ੀ ਕਰਨਗੇ, ਫਿਰ ਪੰਜਾਬ ਵਰਗੀ ਸਟੇਟ ਨੂੰ ਕੁਝ ਨਹੀਂ ਮਿਲਣਾ ਹੈਗਾ, ਠੀਕ ਹੈ। ਬਟ ਨਹੀਂ, ਮੋਦੀ ਮਰਜ਼ੀ ਨਹੀਂ ਕਰ ਸਕਦਾ ਆਪਣੀ, ਫਾਈਨਾਂਸ ਕਮਿਸ਼ਨ ਦੇ ਕ੍ਰਾਈਟੇਰੀਆ ਦੇ ਅਕੋਰਡਿੰਗ ਹੀ ਚੱਲਣਾ ਪਊਗਾ। ਫਾਈਨਾਂਸ ਕਮਿਸ਼ਨ ਹੀ ਸਾਰਿਆਂ ਨੂੰ ਲਿਖ ਕੇ ਦੇਊਗਾ ਵੀ ਹਾਂਜੀ ਇਸ ਸਟੇਟ ਨੂੰ ਇੰਨਾ ਪੈਸਾ ਤੁਹਾਨੂੰ ਦੇਣਾ ਪਊਗਾ, ਠੀਕ ਹੈ। ਤਾਂ ਹੁਣ ਆਪਾਂ ਇਹ ਜਿਹੜਾ ਕ੍ਰਾਈਟੇਰੀਆ ਹੈ ਬੱਚੇ 6 ਕ੍ਰਾਈਟੇਰੀਆ ਨੇ, ਆਪਾਂ ਇਹਨਾਂ ਬਾਰੇ ਦੇਖਦੇ ਹਾਂ ਕਿਹੜੇ ਨੇ। ਇੱਕ ਇਨਕਮ ਡਿਸਟੈਂਸ, ਇਹ ਪੜ੍ਹਦੇ ਹਾਂ ਕੀ ਹੁੰਦਾ। ਏਰੀਆ, ਕਿਸੇ ਸਟੇਟ ਦਾ ਕਿੰਨਾ ਏਰੀਆ ਬੱਚੇ, ਠੀਕ ਹੈ। ਹੁਣ ਯੂਪੀ ਦਾ ਏਰੀਆ ਬਹੁਤ ਵੱਡਾ ਹੈ, ਓਬਵੀਅਸਲੀ ਇਸੇ ਕਰਕੇ ਜ਼ਿਆਦਾ ਫੰਡ ਦੀ ਰਿਕੁਆਇਰਮੈਂਟ ਪਊਗੀ। ਤਾਂ ਇੱਕ ਡੈਫੀਨਿਟ ਕ੍ਰਾਈਟੇਰੀਆ ਹੈਗਾ ਵੀ ਹਾਂ ਜਿੰਨਾ ਵੱਡਾ ਏਰੀਆ ਉਨੀ ਜ਼ਿਆਦਾ ਪੈਸੇ, ਇੱਕ ਕ੍ਰਾਈਟੇਰੀਆ ਹੈ। ਪੋਪੂਲੇਸ਼ਨ ਬੱਚੇ, ਠੀਕ ਹੈ, ਬਿਲਕੁਲ ਹਾਂਜੀ, ਜੇ ਕਿਸੇ ਸਟੇਟ ਦੀ ਪੋਪੂਲੇਸ਼ਨ ਜ਼ਿਆਦਾ ਹੈਗੀ ਹੈ ਤਾਂ ਡੈਫੀਨਿਟਲੀ ਉਹਨੂੰ ਕੀ ਹੈ ਪੈਸਾ ਜ਼ਿਆਦਾ ਮਿਲੂਗਾ। ਬਟ ਬੱਚੇ ਜੇ ਇਹੀ ਕ੍ਰਾਈਟੇਰੀਆ ਹੋਇਆ ਕਿ ਪੋਪੂਲੇਸ਼ਨ ਜਿਹਦੀ ਜ਼ਿਆਦਾ ਹੈ ਉਹਨੂੰ ਜ਼ਿਆਦਾ ਫਾਇਦਾ ਹੋਇਆ, ਤਾਂ ਫਿਰ ਤਾਂ ਯੂਪੀ ਵਰਗੇ ਨੂੰ ਸਾਰਾ ਕੁਝ ਮਿਲ ਜੂਗਾ। ਜਿਹੜੇ ਆਪਣੇ ਸਾਊਥ ਦੇ ਸਟੇਟਸ ਨੇ, ਕੇਰਲਾ ਵਰਗੇ, ਤਮਿਲਨਾਡੂ ਵਰਗੇ, ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਇਹ ਕੀਤਾ ਹੋਇਆ ਹੈਗਾ ਕਿ ਆਪਣੀ ਪੋਪੂਲੇਸ਼ਨ ਕੰਟਰੋਲ ਦੇ ਵਿੱਚ ਕੀਤੀ ਹੋਈ ਹੈ। ਹੁਣ ਜੇ ਆਪਾਂ ਕ੍ਰਾਈਟੇਰੀਆ ਰੱਖਣ ਲੱਗੇ ਪੋਪੂਲੇਸ਼ਨ ਦਾ ਕਿ ਜਿਹਨੂੰ ਜਿੰਨੀ ਜ਼ਿਆਦਾ ਪੋਪੂਲੇਸ਼ਨ ਉਹਨਾਂ ਜ਼ਿਆਦਾ ਪੈਸਾ, ਫਿਰ ਜਿਹੜੀਆਂ ਸਾਊਥ ਵਾਲੀਆਂ ਸਟੇਟਸ ਨੇ ਉਹ ਰੌਲਾ ਪਾਉਣਗੀਆਂ ਕਿ ਯਾਰ ਫਿਰ ਅਸੀਂ ਪਾਗਲ ਰਹੇ ਜਿਹੜੇ ਅਸੀਂ ਪੋਪੂਲੇਸ਼ਨ ਕੰਟਰੋਲ ਕੀਤੀ ਆਪਣੀ, ਅਸੀਂ ਵਧੀਆ ਵਧੀਆ ਪ੍ਰੋਗਰਾਮ ਚਲਾਏ, ਠੀਕ ਹੈ, ਫਿਰ ਤਾਂ ਅਸੀਂ ਵੀ ਆਪਣੀ ਪੋਪੂਲੇਸ਼ਨ ਵਧਾਉਣੀ ਸੀਗੀ ਜੇ ਇੱਦਾਂ ਹੀ ਕਰਨਾ ਸੀਗਾ। ਤਾਂ ਪੋਪੂਲੇਸ਼ਨ ਜੇ ਕ੍ਰਾਈਟੇਰੀਆ ਹੈਗਾ
ਤਾਂ ਅਸੀਂ ਡੈਮੋਗ੍ਰਾਫਿਕ ਪਰਫਾਰਮੈਂਸ ਵੀ ਇੱਕ ਕ੍ਰਾਈਟੇਰੀਆ ਰੱਖਿਆ ਬੱਚੇ ਕਿ ਹਾਂਜੀ ਅਗਰ ਜੇ ਤੁਸੀਂ ਵਧੀਆ ਕੰਮ ਕੀਤਾ ਹੈ ਪੋਪੂਲੇਸ਼ਨ ਕੰਟਰੋਲ ਦੇ ਵਿੱਚ ਤਾਂ ਉਹ ਵੀ ਚੀਜ਼ ਤੁਹਾਡੀ ਐਡ ਹੋਊਗੀ, ਕਾਊਂਟ ਹੋਊਗੀ ਤੁਹਾਡੀ ਡੈਵੋਲੂਸ਼ਨ ਵਾਸਤੇ। ਅਗਰ ਤੁਸੀਂ ਪਰਫਾਰਮੈਂਸ ਵਧੀਆ ਕੀਤੀ ਹੈ ਤਾਂ ਡੈਫੀਨੇਟਲੀ ਤੁਹਾਨੂੰ ਪੈਸਾ ਵੱਧ ਮਿਲੂਗਾ, ਠੀਕ ਹੈ। ਤਾਂ ਇਹ ਵੀ ਆਪਣੇ ਇੱਕ ਕ੍ਰਾਈਟੇਰੀਆ ਐਡ ਕਰ ਲਿਆ ਤਾਂ ਕਿ ਸਾਊਥ ਵਾਲੀਆਂ ਸਟੇਟਸ ਨੂੰ ਆਪਾਂ ਚੁੱਪ ਕਰਾ ਸਕੀਏ, ਉਹ ਜ਼ਿਆਦਾ ਰੌਲਾ ਨਾ ਪਾ ਸਕਣ, ਠੀਕ ਹੈ। ਕਿਸੇ ਸਟੇਟ ਦੇ ਵਿੱਚ ਬੱਚੇ ਕਿੰਨੇ ਕੁ ਫੋਰੈਸਟ ਨੇਗੇ, ਕਿੰਨੀ ਕੁ ਇਕੋਲੋਜੀ ਹੈ, ਠੀਕ ਹੈ। ਜੇ ਆਪਾਂ ਹੁਣ ਹਿਮਾਚਲ ਦੀ ਗੱਲ ਕਰੀਏ, ਹਿਮਾਚਲ ਦੇ ਵਿੱਚ ਬੱਚੇ ਦੇਖੋ ਜ਼ਿਆਦਾ ਓਬਵੀਅਸਲੀ ਗ੍ਰੀਨਰੀ ਹੈਗੀ ਹੈ, ਪੇੜ ਪੌਦੇ ਹੈਗੇ ਨੇ, ਠੀਕ ਹੈ। ਅਤੇ ਹੁਣ ਜਿੰਨੇ ਜ਼ਿਆਦਾ ਪੇੜ ਪੌਦੇ ਨੇ ਮਤਲਬ ਜਿੰਨੀ ਜ਼ਿਆਦਾ ਗ੍ਰੀਨਰੀ ਹੈ ਉਨੀ ਘੱਟ ਇੰਡਸਟਰੀ ਹੈਗੀ, ਠੀਕ ਹੈ। ਉਨੀ ਘੱਟ ਓਬਵੀਅਸ ਜੀ ਗੱਲ ਹੈ, ਜੇ ਇੰਡਸਟਰੀ ਲਗਾਉਣੀ ਹੈ ਤਾਂ ਪੇੜ ਪੌਦੇ ਕੱਟਣੇ ਪੈਣਗੇ। ਤਾਂ ਹੁਣ ਇਹੀ ਜਿਹੀਆਂ ਸਟੇਟਸ ਕੀ ਕਹਿੰਦੀਆਂ ਨੇ ਬੱਚੇ, ਇਹ ਹੁਣ ਹਿਮਾਚਲ ਪ੍ਰਦੇਸ਼ ਵਰਗੀ ਸਟੇਟ ਹੈਗੀ, ਇਹ ਕੀ ਕਹੂਗੀ ਵੀ ਮੈਂ ਦੇਖੋ ਜੀ ਕੀ ਕਰਦਾ, ਮੈਂ ਆਪਣੀਆਂ ਪੇੜ ਪੌਦੇ ਕੱਟਦਾ ਨਾ ਔਰ ਇੰਡਸਟਰੀ ਲਗਾ ਲੈਂਦਾ। ਤਾਂ ਮਤਲਬ ਕਿਸੇ ਸਟੇਟ ਕੋਲ ਅਗਰ ਪੇੜ ਪੌਦੇ ਹੈਗੇ ਨੇ ਤਾਂ ਉਹ ਆਪਣਾ ਰਾਜੇ ਇੱਕ ਅਪੋਰਚੁਨਿਟੀ ਲੂਜ਼ ਕਰ ਰਿਹਾ ਕਿ ਇੰਡਸਟਰੀ ਉਹਦੇ ਵਿੱਚ ਘੱਟ ਆ ਰਹੀ ਹੈਗੀ, ਠੀਕ ਹੈ। ਹੁਣ ਇੱਕ ਦੋ ਕੰਮ ਹੋ ਸਕਦੇ ਨੇ, ਜਾਂ ਤਾਂ ਆਪਣੇ ਪੇੜ ਪੌਦੇ ਕੱਟ ਦੇ, ਇੰਡਸਟਰੀ ਲਗਾ ਲੇ, ਆਪ ਹੀ ਡਿਵੈਲਪ ਹੋ ਜਾਏ, ਆਪਣੀ ਇਨਕਮ ਵਧਾ ਲੇ। ਹਿਮਾਚਲ ਪ੍ਰਦੇਸ਼ ਹੈ, ਆਪਣੇ ਪੇੜ ਪੌਦੇ ਕੱਟ ਕੇ ਇੰਡਸਟਰੀਆਂ ਲਗਾ ਲੇ, ਵਧੀਆ ਇਨਕਮ ਕਰ ਲੇ। ਇੱਕ ਤਾਂ ਇਹ ਰੀਜ਼ਨ ਹੈ, ਇੱਕ ਤਾਂ ਇਹ ਮਤਲਬ ਤਰੀਕਾ ਹੈਗਾ ਇਨਕਮ ਵਧਾਉਣ ਦਾ। ਬਟ ਪੇੜ ਤੋੜਨਾ ਬੱਚੇ ਕੱਟਣਾ ਵਧੀਆ ਗੱਲ ਤਾਂ ਹੈ ਨਹੀਂ ਗੀ। ਤਾਂ ਫਿਰ ਉਰੇ ਕੇਂਦਰ ਸਰਕਾਰ ਕੀ ਇਨਸੈਂਟਿਵ ਦਿੰਦੀ ਹੈ ਹਿਮਾਚਲ ਨੂੰ ਵੀ ਤੁਸੀਂ ਪੇੜ ਨਾ ਕੱਟੋ, ਤੁਸੀਂ ਜਿਹੜਾ ਪੈਸਾ ਲੈਣਾ ਅਸੀਂ ਦੇ ਦਾਂਗੇ ਤੁਹਾਨੂੰ। ਤਾਂ ਮਤਲਬ ਕੀ ਹੈ, ਇਹ ਵੀ ਇੱਕ ਕ੍ਰਾਈਟੇਰੀਆ ਬਣਦਾ ਹੈ, ਜਿੰਨੀ ਜ਼ਿਆਦਾ ਕਿਸੇ ਸਟੇਟ ਦੇ ਵਿੱਚ ਗ੍ਰੀਨਰੀ ਹੈਗੀ ਹੈ ਉਨਾ ਜ਼ਿਆਦਾ ਉਹਨੂੰ ਪੈਸਾ ਜ਼ਿਆਦਾ ਮਿਲੂਗਾ, ਕਿਉਂਕਿ ਅਸੀਂ ਉਹਨਾਂ ਦੀ ਜਿਹੜੀ ਅਪੋਰਚੁਨਿਟੀ ਕੋਸਟ ਹੈ ਉਹ ਦੇ ਰਹੇ ਹਾਂ ਅਸੀਂ। ਅਦਰਵਾਈਜ਼ ਉਹ ਕੀ ਕਰ ਸਕਦੇ ਸੀਗੇ, ਪੇੜ ਕੱਟ ਕੇ ਇੰਡਸਟਰੀ ਵੀ ਤਾਂ ਲਗਾ ਸਕਦੇ ਸੀ ਨਾ, ਬਟ ਉਹਨਾਂ ਨੇ ਨਹੀਂ ਲਗਾਈ ਤਾਂ ਕਿ ਇਕੋਲੋਜੀ ਵਧੀਆ ਬਣੀ ਰਹੇ, ਠੀਕ ਹੈ। ਤਾਂ ਇਸੇ ਕਰਕੇ ਆਪਾਂ ਇਨਸੈਂਟੀਵਾਈਜ਼ ਕਰ ਰਹੇ ਹਾਂ ਸਟੇਟਸ ਨੂੰ ਵੀ ਤੁਸੀਂ ਪੇੜ ਨਾ ਕੱਟੋ, ਤੁਹਾਨੂੰ ਜਿਹੜਾ ਪੈਸਾ ਚਾਹੀਦਾ ਅਸੀਂ ਆਪਣੇ ਆਪ ਦੇ ਦਾਂਗੇ, ਠੀਕ ਹੈ, ਤੁਸੀਂ ਟੈਨਸ਼ਨ ਨਾ ਲਓ ਉਸ ਚੀਜ਼ ਦੀ। ਤਾਂ ਡੈਫੀਨੇਟਲੀ ਇਹ ਵੀ ਇੱਕ ਕ੍ਰਾਈਟੇਰੀਆ ਹੈਗਾ। ਇੱਕ ਹੋਰ ਕੀ ਕ੍ਰਾਈਟੇਰੀਆ ਬੱਚੇ, ਟੈਕਸ ਦੇ ਪਰਫਾਰਮੈਂਸ, ਵੀ ਕੋਈ ਸਟੇਟ ਜਿਹੜੀ ਆਪਣੇ ਜਿੰਨੇ ਕੁ ਵੀ ਟੈਕਸੇਸ਼ਨ ਉਹਦੇ ਕੋਲ ਹੈਗੇ ਨੇ, ਕਿੰਨੇ ਕੁ ਐਫੀਸ਼ੀਐਂਸੀ ਨਾਲ ਉਹ ਟੈਕਸ ਕਲੈਕਟ ਕਰ ਰਹੀ ਹੈਗੀ, ਠੀਕ ਹੈ। ਕਿਸੇ ਸਟੇਟ ਦੀ ਟੈਕਸ ਪਰਫਾਰਮੈਂਸ ਕੀ ਰਹਿ ਰਹੀ ਹੈ, ਇਹ ਵੀ ਇੱਕ ਕ੍ਰਾਈਟੇਰੀਆ ਹੈਗਾ ਆਪਣੇ ਕੋਲ, ਠੀਕ ਹੈ ਜੀ। ਚਲੋ ਕੁਝ ਹੋਰ ਰეკਮੈਂਡੇਸ਼ਨ ਵਿੱਚ ਦੇਖ ਲੈਣਾ ਆਪਾਂ। ਇਹ ਤਾਂ ਦੇਖੋ ਸਾਰੀਆਂ ਆਪਾਂ ਨੇ ਦੇਖ ਲਈਆਂ ਰეკਮੈਂਡੇਸ਼ਨ, ਵਰਟੀਕਲ ਐਵੋਲੂਸ਼ਨ, ਹੌਰੀਜ਼ੌਂਟਲ ਐਵੋਲੂਸ਼ਨ ਆਪਾਂ ਦੇਖ ਲਈ, ਇਹਦੇ ਕ੍ਰਾਈਟੇਰੀਆ ਦੇਖ ਲਏ। ਇਹਦੇ ਬਾਰੇ ਆਪਾਂ ਹੋਰ ਵੀ ਪੜ੍ਹਦੇ ਹਾਂ ਥੋੜ੍ਹਾ ਜਿਹਾ ਵੀ ਕੀ ਹੁੰਦਾ ਐਕਚੁਅਲ ਦੇ ਵਿੱਚ, ਠੀਕ ਹੈ। ਤਾਂ ਆਪਾਂ ਪਹਿਲਾਂ ਇਹ ਦੇਖਦੇ ਹਾਂ, ਕੁਝ ਹੋਰ ਰეკਮੈਂਡੇਸ਼ਨ ਵੀ ਹੈਗੇ ਨੇ। ਇੱਕ ਬੱਚੇ ਸੈਕਟਰ ਸਪੈਸੀਫਿਕ ਗ੍ਰਾਂਟਸ ਹੈਗੀਆਂ। ਦੇਖੋ ਇੱਕ ਤਾਂ ਆਪਾਂ ਨੇ ਸਿੰਪਲ ਕਹਿਤਾ ਕਿ ਹਾਂਜੀ ਯੂਨੀਅਨ ਜਿਹੜਾ ਹੈਗਾ ਸਟੇਟ ਨੂੰ 41% ਪੈਸਾ ਦੇਣਾ, ਇੱਕ ਤਾਂ ਇਹ ਚੀਜ਼ ਹੈਗੀ। ਇੱਕ ਬੱਚੇ ਇਹ ਵੀ ਹੈਗਾ ਕਿ ਕੁਝ ਸੈਕਟਰ ਸਪੈਸੀਫਿਕ ਗ੍ਰਾਂਟ ਮਤਲਬ ਕੀ ਹੈ ਵੀ ਹੈਲਥ ਵਾਸਤੇ ਕਿੰਨਾ ਪੈਸਾ ਦੇਣਾ, ਐਜੂਕੇਸ਼ਨ ਵਾਸਤੇ ਕਿੰਨਾ ਪੈਸਾ ਦੇਣਾ, ਐਗਰੀਕਲਚਰ ਵਾਸਤੇ ਕਿੰਨਾ ਪੈਸਾ ਦੇਣਾ। ਤਾਂ ਇੱਦਾਂ ਦੇ ਵੀ ਜਿਹੜੀਆਂ ਕੁਝ ਰეკਮੈਂਡੇਸ਼ਨ ਇਸ 15ਵੀਂ ਫਾਈਨਾਂਸ ਕਮਿਸ਼ਨ ਨੇ ਦਿੱਤੀਆਂ ਨੇਗੀਆਂ ਵੀ ਹਾਂਜੀ ਕਿਹੜੀ ਸਟੇਟ ਨੂੰ ਹੈਲਥ ਦੇ ਵਿੱਚ ਕਿੰਨਾ ਪੈਸਾ ਦੇਣਾ, ਐਜੂਕੇਸ਼ਨ ਦੇ ਵਿੱਚ ਕਿੰਨਾ। ਤਾਂ ਮਤਲਬ ਸੈਕਟਰ ਸਪੈਸੀਫਿਕ ਬੱਚੇ ਇਹ ਮੈਂ ਕਿਉਂ ਲਿਖਿਆ, ਕਿਉਂਕਿ 14ਵੀਂ ਕਮਿਸ਼ਨ ਦੇ ਵਿੱਚ, 14ਵੀਂ ਫਾਈਨਾਂਸ ਕਮਿਸ਼ਨ ਦੇ ਵਿੱਚ ਇਹੋ ਜਿਹੀਆਂ ਸੈਕਟਰ ਸਪੈਸੀਫਿਕ ਗ੍ਰਾਂਟ ਐਕਸਪਲਿਸਿਟਲੀ ਮਨਾ ਕੀਤੀਆਂ ਗਈਆਂ ਸੀਗੀਆਂ, ਠੀਕ ਹੈ। 14th ਫਾਈਨਾਂਸ ਕਮਿਸ਼ਨ ਨੇ ਸੈਕਟਰ ਸਪੈਸੀਫਿਕ ਗ੍ਰਾਂਟ ਜਾਣਬੁੱਝ ਕੇ ਨਹੀਂ ਦਿੱਤੀਆਂ ਸੀਗੀਆਂ, ਠੀਕ ਹੈ। ਇੱਦੋਂ ਪਹਿਲਾਂ ਦਿੱਤੇ ਜਾਂਦੇ ਸੀਗੀਆਂ, 13 ਦੇ ਵਿੱਚ ਹੁੰਦੀਆਂ ਸੀਗੀਆਂ, ਇੱਦੋਂ ਪਹਿਲਾਂ ਵੀ ਹੁੰਦੀਆਂ ਸੀ, ਬਟ 14ਵੀਂ ਫਾਈਨਾਂਸ ਕਮਿਸ਼ਨ ਦੇ ਵਿੱਚ ਜਿਹੜੇ ਸੈਕਟਰ ਸਪੈਸੀਫਿਕ ਗ੍ਰਾਂਟ ਹੈ ਉਹ ਨਹੀਂ ਦਿੱਤੀਆਂ ਗਈਆਂ ਸੀਗੀਆਂ, ਠੀਕ ਹੈ। ਹੁਣ ਕਿਉਂਕਿ ਪਹਿਲਾਂ ਨਹੀਂ ਸੀ ਔਰ ਹੁਣ ਹੈਗੀਆਂ ਨੇ, 15ਵੀਂ ਦੇ ਵਿੱਚ ਹੈਗੀਆਂ ਨੇ, ਤਾਂ ਇਸ ਕਰਕੇ ਇਹ ਰਾਜੇ ਗ੍ਰਾਂਟਸ ਇੰਪੋਰਟੈਂਟ ਬਣ ਜਾਂਦੀਆਂ ਨੇ, ਠੀਕ ਹੈ। 14ਵੀਂ ਕਮਿਸ਼ਨ ਦੇ ਵਿੱਚ ਸੈਕਟਰ ਸਪੈਸੀਫਿਕ ਗ੍ਰਾਂਟ ਨਹੀਂ ਸੀਗੀਆਂ, ਸਿਰਫ ਇਹੀ ਕੁਛ ਸੀਗਾ ਜਿਹੜਾ ਆਪਾਂ ਪਹਿਲਾਂ ਪੜ੍ਹ ਕੇ ਆਏ ਹਾਂ, ਠੀਕ ਹੈ। ਬਟ ਹੁਣ 15ਵੀਂ ਦੇ ਵਿੱਚ ਸੈਕਟਰ ਸਪੈਸੀਫਿਕ ਗ੍ਰਾਂਟ ਹੈਗੀਆਂ ਨੇ, ਇਸ ਕਰਕੇ ਇੰਪੋਰਟੈਂਟ ਨਹੀਂ ਹੈ, ਠੀਕ ਹੈ। ਹੋਰ ਕੀ ਰეკਮੈਂਡੇਸ਼ਨ ਕੀਤੀ ਹੈ ਬੱਚੇ 15ਵੀਂ ਕਮਿਸ਼ਨ ਨੇ, ਇੱਕ ਡਿਫੈਂਸ ਮੋਡਰਨਾਈਜੇਸ਼ਨ ਫੰਡ ਹੋਣਾ ਚਾਹੀਦਾ ਹੈਗਾ, ਠੀਕ ਹੈ। ਕਿ ਜਿਹਦੇ ਵਿੱਚ ਕੀ ਟਾਈਮ ਟੂ ਟਾਈਮ ਆਪਾਂ ਪੈਸਾ ਪਾਉਂਦੇ ਰਹੀਏ, ਸਟੇਟਸ ਵੀ ਪਾਉਂਦੇ ਰਹਿਣ ਅਤੇ ਯੂਨੀਅਨ ਵੀ ਪਾਉਂਦਾ ਰਹੇ, ਠੀਕ ਹੈ। ਇੱਕ ਡਿਫੈਂਸ ਮੋਡਰਨਾਈਜੇਸ਼ਨ ਫੰਡ, ਤਾਂ ਮਤਲਬ ਸਿੰਪਲ ਜੀ ਤੁਸੀਂ ਇਹ ਯਾਦ ਰੱਖਣਾ ਕਿ 15ਵੀਂ ਫਾਈਨਾਂਸ ਕਮਿਸ਼ਨ ਨੇ ਇੱਕ ਡਿਫੈਂਸ ਮੋਡਰਨਾਈਜੇਸ਼ਨ ਫੰਡ ਵੀ ਰეკਮੈਂਡ ਕੀਤਾ ਹੈਗਾ, ਠੀਕ ਹੈ। ਹੋਰ ਰეკਮੈਂਡ ਕੀ ਕੀਤਾ ਬੱਚੇ, ਹਾਲਾਂਕਿ ਫਾਈਨਾਂਸ ਕਮਿਸ਼ਨ ਯੂਨੀਅਨ ਦੀ ਹੈ ਬਟ ਸਟੇਟਸ ਵਾਸਤੇ ਵੀ ਕੁਝ ਰეკਮੈਂਡੇਸ਼ਨ ਕੀਤੀ ਹੈ ਕਿ ਸਟੇਟਸ ਸ਼ੁੱਡ ਇੰਕਰੀਜ਼ ਸਪੈਂਡਿੰਗ ਔਨ ਹੈਲਥ ਟੂ ਮੋਰ ਦੈਨ 8% ਆਫ ਦੇਅਰ ਬਜਟ ਬਾਈ 2022। ਸਟੇਟਸ ਨੂੰ, ਪੰਜਾਬ ਵਰਗੀਆਂ ਸਟੇਟਸ ਨੂੰ, ਸਾਰੀਆਂ ਸਟੇਟਸ ਨੂੰ ਹੈਲਥ ਦੇ ਉੱਪਰ ਜਿਹੜੀ ਆਪਣਾ ਬਜਟ ਜਿਹੜਾ ਸਪੈਂਡਿੰਗ ਹੈਗੀ ਹੈ ਉਹ 8% ਤੋਂ ਜ਼ਿਆਦਾ ਕਰਨੀ ਚਾਹੀਦੀ ਹੈ ਆਪਣੇ ਬਜਟ ਦੀ। ਜੇ ਟੋਟਲ 100 ਕਰੋੜ ਰੁਪਏ ਦਾ ਬਜਟ ਹੈਗਾ ਉਹਨਾਂ ਦਾ, ਤਾਂ ਐਟਲੀਸਟ 8 ਕਰੋੜ ਰੁਪਏ ਤੁਹਾਨੂੰ ਹੈਲਥ ਦੇ ਉੱਪਰ ਲਗਾਉਣਾ ਚਾਹੀਦਾ ਹਰ ਸਟੇਟ ਨੂੰ ਬਾਈ 2022, ਕਿਉਂਕਿ ਹੈਲਥ ਬੱਚੇ ਕੀ ਹੈ ਸਟੇਟ ਦਾ ਸਬਜੈਕਟ ਹੈਗਾ। 8% ਇਜ਼ ਅ ਵੈਰੀ ਬਿਗ ਨੰਬਰ, ਠੀਕ ਹੈ। ਆਪਣੇ ਸਟੇਟ ਦੇ ਬਜਟ ਦਾ 8% ਤੁਸੀਂ ਇੱਕ ਚੀਜ਼ ਨੂੰ ਦੇ ਰਹੇ ਹੋ ਤਾਂ ਦੈਟ ਇਜ਼ ਅ ਵੈਰੀ ਬਿਗ ਨੰਬਰ। ਔਰ ਸਟੇਟਸ ਨੂੰ ਇਹੀ ਰეკਮੈਂਡ ਕਰ ਰਹੀ ਹੈ ਫਾਈਨਾਂਸ ਕਮਿਸ਼ਨ ਕਿ ਸਟੇਟਸ ਨੂੰ 8% ਆਪਣਾ 8% ਆਫ ਇਟਸ ਬਜਟ ਸ਼ੁੱਡ ਬੀ ਸਪੈਂਡ ਔਨ
ਹੈਲਥ, ਠੀਕ ਹੈ। ਤਾਂ ਤੁਸੀਂ ਇਹ ਨੰਬਰ ਯਾਦ ਕਰਨਾ ਬੱਚੇ ਕਿ ਫਾਈਨਾਂਸ ਕਮਿਸ਼ਨ ਨੇ ਕਿੰਨਾ ਪਰਸੈਂਟੇਜ ਕਿਹਾ ਹੈਗਾ ਵੀ ਸਟੇਟਸ ਨੂੰ ਹੈਲਥ ਦੇ ਉੱਪਰ ਸਪੈਂਡ ਕਰਨਾ ਚਾਹੀਦਾ, ਤਾਂ 8% ਕਿਹਾ ਹੈਗਾ ਬੱਚੇ, ਠੀਕ ਹੈ। ਇੰਪੋਰਟੈਂਟ ਹੈ। ਚਲੋ ਹੁਣ ਬੱਚੇ ਕੰਪੈਰੀਜ਼ਨ ਕਰਦੇ ਆਪਾਂ 14ਵੀਂ ਕਮਿਸ਼ਨ ਤੇ 15ਵੀਂ ਕਮਿਸ਼ਨ ਦਾ, ਠੀਕ ਹੈ। ਰੈਵਨਿਊ ਸ਼ੇਅਰਿੰਗ ਫਾਰਮੂਲਾਜ਼ ਕਿਵੇਂ ਦੇਖੋ ਆਪਣੇ 6 ਕ੍ਰਾਈਟੇਰੀਆ ਤੇ ਕਰ ਲਏ ਸੀਗੇ, ਕਿਹੜੇ ਇਨਕਮ ਡਿਸਟੈਂਸ ਦੇਖਿਆ ਸੀ ਆਪਣੇ ਪਹਿਲਾਂ, ਫਿਰ ਏਰੀਆ ਦੇਖਿਆ ਸੀ, ਫਿਰ ਆਪਣੇ ਪੋਪੂਲੇਸ਼ਨ ਦੇਖਿਆ ਸੀ, ਫਿਰ ਆਪਣੇ ਪਰਫਾਰਮੈਂਸ ਦੇਖਿਆ ਸੀਗਾ, ਫਿਰ ਫੋਰੈਸਟ ਦੇਖਿਆ ਸੀ, ਔਰ ਫਿਰ ਆਪਾਂ ਨੇ ਦੇਖਿਆ ਸੀ ਟੈਕਸ ਐਫਰਟਸ, ਕੋਈ ਸਟੇਟ ਕਿੰਨੀ ਟੈਕਸ ਅੱਛੀ ਤਰ੍ਹਾਂ ਕਲੈਕਟ ਕਰ ਪਾ ਰਹੀ ਹੈ, ਠੀਕ ਹੈ। ਤਾਂ ਇਹ ਆਪਾਂ ਨੇ ਦੇਖੇ 6 ਕ੍ਰਾਈਟੇਰੀਆ ਦੇਖੇ ਸੀਗੇ। ਹੁਣ ਆਪਾਂ ਕੰਪੇਅਰ ਕਰਦੇ ਹਾਂ ਬੱਚੇ ਇਹੀ 14ਵੀਂ ਕਮਿਸ਼ਨ ਦੇ ਨਾਲ, ਇਹ ਤਾਂ ਹੈਗੀ 15ਵੀਂ ਕਮਿਸ਼ਨ, ਇਹ ਹੈਗੀ 14ਵੀਂ ਕਮਿਸ਼ਨ, ਠੀਕ ਹੈ। ਕੰਪੇਅਰ ਕਰਦੇ ਆਪਾਂ ਦੋਨਾਂ ਦੇ ਵਿੱਚ ਕੀ ਡਿਫਰੈਂਸ ਹੈਗਾ। ਸਭ ਤੋਂ ਪਹਿਲਾਂ ਦੇਖੋ ਰਾਜੇ ਇਨਕਮ ਡਿਸਟੈਂਸ ਵਾਲਾ ਜਿਹੜਾ ਪ੍ਰਪੋਰਸ਼ਨ ਹੈ ਉਹ ਘਟੀ ਹੈ। ਪਹਿਲਾਂ 50% ਵੇਟੇਜ ਸੀ ਇਹਦੀ, ਹੁਣ ਸਿਰਫ 45% ਰਹੇਗੀ, ਠੀਕ ਹੈ। ਤਾਂ ਕੁਐਸਚਨ ਇੱਥੋਂ ਹੀ ਆਊਗਾ ਵੀ ਉਹ ਪੁੱਛਣਗੇ ਕਿ ਇਨਕਮ ਡਿਸਟੈਂਸ ਦੀ ਜਿਹੜੀ ਵੇਟੇਜ ਹੈ ਉਹ ਵਧਾ ਦਿੱਤੀ ਗਈ, ਬਟ ਨਹੀਂ ਘਟਾਈ ਆਪਾਂ ਨੇ, ਠੀਕ ਹੈ। ਤਾਂ ਤੁਸੀਂ ਦੋਨੇ ਯਾਦ ਕਰਨੇ, 14ਵੀਂ ਕਮਿਸ਼ਨ ਦੇ ਵੀ ਯਾਦ ਕਰਨਾ, 15ਵੀਂ ਦਾ ਵੀ, ਤਾਂ ਕਿ ਕੁਐਸਚਨ ਜਿਵੇਂ ਮਰਜ਼ੀ ਆ ਜਾਏ ਆਪਾਂ ਸੋਲਵ ਕਰ ਸਕੀਏ, ਠੀਕ ਹੈ। ਫੋਰੈਸਟ ਇਕੋਲੋਜੀ ਦੀ ਵੇਟੇਜ ਵਧੀਆ ਘਟੀ ਹੈ ਬੱਚੇ, ਵਧੀਆ, ਠੀਕ ਹੈ। ਪਹਿਲਾਂ 7.5% ਸੀ, ਹੁਣ 10% ਹੋ ਗਈ, ਤਾਂ ਇਹਦੀ ਵੇਟੇਜ ਇੰਕਰੀਜ਼ ਹੋਈ ਹੈ, ਇਹਦੀ ਵੇਟੇਜ ਡਿਕਰੀਜ਼ ਹੋਈ ਹੈਗੀ, ਠੀਕ ਹੈ। ਏਰੀਆ ਦੀ ਵੇਟੇਜ ਬੱਚੇ ਸੇਮ ਰਹੀ ਹੈ, ਠੀਕ ਹੈ। ਹੁਣ ਪਹਿਲਾਂ ਦੋ ਕ੍ਰਾਈਟੇਰੀਆ ਸੀ ਬੱਚੇ, ਸਿੰਪਲ ਪਹਿਲਾਂ ਸਿਰਫ ਇੱਕੋ ਹੀ ਸੀਗਾ, ਪੋਪੂਲੇਸ਼ਨ ਦਾ ਟੋਟਲ ਹੀ 27.5% ਸੀਗਾ ਟੋਟਲ ਹੀ। ਐਕਚੁਅਲ ਦੇ ਵਿੱਚ ਪਹਿਲਾਂ ਜਿਹੜੀ ਪੋਪੂਲੇਸ਼ਨ ਯੂਜ਼ ਕੀਤੀ ਗਈ ਸੀ ਬੱਚੇ, ਉਹ 1971 ਵਾਲੀ ਜ਼ਿਆਦਾ ਯੂਜ਼ ਕੀਤੀ ਗਈ ਸੀ, 1971 ਵਾਲੀ, ਠੀਕ ਹੈ। ਤੇ ਹੁਣ ਜਿਹੜੀ ਪੋਪੂਲੇਸ਼ਨ ਆਪਾਂ ਯੂਜ਼ ਕਰ ਰਹੇ ਬੱਚੇ, ਉਹ 2011 ਵਾਲੀ ਕਰ ਰਹੇ ਆਪਾਂ, ਇਹ ਤੁਸੀਂ ਧਿਆਨ ਕਰਨਾ ਹੈਗਾ, 2011 ਵਾਲੀ ਪੋਪੂਲੇਸ਼ਨ। ਇਹ ਬਹੁਤ ਇੰਪੋਰਟੈਂਟ ਹੈ ਕਿ 15ਵੀਂ ਫਾਈਨਾਂਸ ਕਮਿਸ਼ਨ ਦੇ ਵਿੱਚ 2011 ਵਾਲੀ ਪੋਪੂਲੇਸ਼ਨ ਯੂਜ਼ ਕੀਤੀ ਗਈ ਹੈ, ਠੀਕ ਹੈ। ਔਰ ਇਸੇ ਕਰਕੇ ਬੱਚੇ ਆਪਣੇ ਡੈਮੋਗ੍ਰਾਫਿਕ ਪਰਫਾਰਮੈਂਸ ਵਾਲਾ ਇੱਕ ਅਲੱਗ ਤੋਂ ਕ੍ਰਾਈਟੇਰੀਆ ਵੀ ਬਣਾ ਲਿਆ, ਠੀਕ ਹੈ। ਤਾਂ ਤੁਸੀਂ ਟੋਟਲ ਦੇਖੋਗੇ, ਜੇ ਟੋਟਲ ਦੇਖੋਗੇ ਬੱਚੇ ਕਿੰਨਾ ਬਣਦਾ ਇਹ, ਅਗੇਨ 27.5 ਹੀ ਬਣਦਾ ਹੈਗਾ, ਠੀਕ ਹੈ। ਤਾਂ ਜਿੰਨਾ ਪਹਿਲਾਂ ਬਣਦਾ ਸੀ ਉਹਨਾਂ ਕੀ ਹੀ ਬਣਦਾ ਆਲਮੋਸਟ 27.5, ਠੀਕ ਹੈ। ਬਸ ਆਪਣੇ ਜਿਹੜਾ ਨਜ਼ਰੀਆ ਸੀ ਦੇਖਣ ਦਾ ਉਹ ਬਦਲਤਾ ਆਪਣੇ, ਕਿ ਜਿਹੜੀ ਪੋਪੂਲੇਸ਼ਨ ਹੈ ਉਹ 2011 ਦੀ ਯੂਜ਼ ਕਰ ਰਹੇ ਆਪਾਂ, ਉਹਦੇ ਨਾਲ ਆਪਾਂ ਨੇ ਪਰਫਾਰਮੈਂਸ ਐਡ ਕਰਤੀ ਜਸਟ, ਠੀਕ ਹੈ। ਇਹਦੇ ਵਿੱਚ ਪਹਿਲੇ ਵਾਲੇ ਵਿੱਚ ਕੀ ਸੀ, ਪੋਪੂਲੇਸ਼ਨ ਹੀ ਆਪਾਂ 1971 ਵਾਲੀ ਯੂਜ਼ ਕਰ ਰਹੇ ਸੀ, 2011 ਵਾਲੀ ਵੀ ਸੀਗੀ ਬਟ ਉਹਦੀ ਵੇਟੇਜ ਘੱਟ ਸੀਗੀ, ਜ਼ਿਆਦਾ ਵੇਟੇਜ ਇਹਦੀ ਸੀਗੀ 1971 ਵਾਲੇ ਦੀ ਸੀਗੀ, ਠੀਕ ਹੈ। ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਪੈਣਾ ਆਪਾਂ ਨੇ, ਕੁਐਸਚਨ ਇੱਥੋਂ ਹੀ ਆ ਜਾਊਗਾ ਸਿੰਪਲੀ ਕਿ ਆਪਾਂ ਕੀ 15ਵੀਂ ਫਾਈਨਾਂਸ ਕਮਿਸ਼ਨ ਨੇ ਕਿਹੜੀ ਪੋਪੂਲੇਸ਼ਨ ਯੂਜ਼ ਕੀਤੀ ਹੈ, 2011 ਵਾਲੀ ਪੋਪੂਲੇਸ਼ਨ 15ਵੀਂ ਫਾਈਨਾਂਸ ਕਮਿਸ਼ਨ ਨੇ ਯੂਜ਼ ਕੀਤੀ ਹੈ, ਬਸ ਤੁਸੀਂ ਇਹ ਯਾਦ ਕਰਨਾ ਹੈ, ਹੋਰ ਕੁਝ ਨਹੀਂ ਯਾਦ ਕਰਨਾ ਹੈਗਾ, ਠੀਕ ਹੈ। ਤੇ ਟੈਕਸ ਐਫਰਟ ਵਾਲਾ ਰਾਜੇ ਦੇਖੋ ਤੁਸੀਂ ਕ੍ਰਾਈਟੇਰੀਆ ਇੱਧਰ ਕੋਈ ਨਹੀਂ ਹੈਗਾ, ਸਿਰਫ ਇੱਥੇ ਹੈ, ਸਿਰਫ 15ਵੀਂ ਫਾਈਨਾਂਸ ਕਮਿਸ਼ਨ ਦੇ ਵਿੱਚ ਟੈਕਸ ਐਫਰਟ ਵਾਲਾ ਕ੍ਰਾਈਟੇਰੀਆ ਹੈ। ਤਾਂ ਇਹ ਵੀ ਇੰਪੋਰਟੈਂਟ ਬਣ ਜਾਂਦਾ ਹੈ ਕਿ ਹਾਂਜੀ 15ਵੀਂ ਫਾਈਨਾਂਸ ਕਮਿਸ਼ਨ ਦੇ ਵਿੱਚ ਟੈਕਸ ਐਫਰਟ ਬਾਰੇ ਵੇਟੇਜ ਦਿੱਤੀ ਹੋਈ ਹੈ ਔਰ ਉਹ 2.5% ਹੈਗੀ, ਠੀਕ ਹੈ। ਤਾਂ ਇਹ ਤਾਂ ਕਾਲਮ ਰਾਜੇ ਤੁਹਾਡੇ ਟਿਪਸ ਦੇ ਉੱਪਰ ਹੋਣਾ ਚਾਹੀਦਾ ਵੀ ਕਿਹੜੇ ਕ੍ਰਾਈਟੇਰੀਆ ਨੂੰ ਕਿੰਨੀ ਵੇਟੇਜ ਮਿਲੀ ਹੋਈ ਹੈਗੀ, ਠੀਕ ਹੈ। ਸਭ ਤੋਂ ਜ਼ਿਆਦਾ ਵੇਟੇਜ ਬੱਚੀ ਹੈਗੀ ਹੈ ਇਨਕਮ ਡਿਸਟੈਂਸ ਨੂੰ। ਤਾਂ ਆਪਾਂ ਦੇਖ ਲੈਣਾ ਕਿ ਕੀ ਹੁੰਦਾ ਇਨਕਮ ਡਿਸਟੈਂਸ, ਇਹ ਵੀ ਆਪਾਂ ਦੇਖਦੇ ਹਾਂ ਬੱਚੇ। ਇਨਕਮ ਡਿਸਟੈਂਸ ਕੀ ਹੁੰਦਾ ਹੈਗਾ, ਇਟ ਇਜ਼ ਦ ਡਿਸਟੈਂਸ ਆਫ GSDP ਆਫ ਅ ਸਟੇਟ ਫਰੋਮ ਦ ਸਟੇਟ ਵਿਦ ਹਾਈਐਸਟ GSDP। ਬੱਚੇ ਮੰਨ ਲਓ ਆ ਸਟੇਟਸ ਨੇ ਸਾਰੀਆਂ, ਠੀਕ ਹੈ। ਇਹ ਪੰਜਾਬ ਹੈ, ਇਹ ਹਰਿਆਣਾ ਹੈ, ਠੀਕ ਹੈ, ਇਹ ਗੁਜਰਾਤ ਹੈ, ਇਹ ਤਮਿਲਨਾਡੂ ਹੈ, ਠੀਕ ਹੈ। ਪੰਜਾਬ ਦੀ ਬੱਚੇ GDP ਮੰਨ ਲਓ ਬੱਚੇ 2 ਲੱਖ ਕਰੋੜ ਦੀ ਹੈ, 2 ਲੱਖ ਕਰੋੜ ਦੀ, ਠੀਕ ਹੈ, ਠੀਕ ਹੈ। ਪੰਜਾਬ ਦੀ ਮੰਨ ਲਓ 2 ਲੱਖ ਕਰੋੜ ਦੀ ਹੈ, ਹਰਿਆਣਾ ਦੀ ਮੰਨ ਲਓ 3 ਲੱਖ ਕਰੋੜ ਦੀ ਹੈ, ਠੀਕ ਹੈ। ਗੁਜਰਾਤ ਦੀ ਮੰਨ ਲਓ 4 ਲੱਖ ਕਰੋੜ ਦੀ ਹੈ, ਤਮਿਲਨਾਡੂ ਦੀ ਮੰਨ ਲਓ ਫਿਰ 3 ਲੱਖ ਕਰੋੜ ਦੀ ਹੈ, ਠੀਕ ਹੈ। ਤਾਂ ਕੀ ਹੋਇਆ ਬੱਚੇ, ਗ੍ਰਾਫ ਕਿਵੇਂ ਬਣਿਆ, ਇੱਦਾਂ ਬਣਿਆ, ਠੀਕ ਹੈ। ਹੁਣ ਇੱਥੇ ਬੱਚੇ ਜੇ ਬਿਹਾਰ ਦੀ ਮੈਂ ਕਹਾਂ ਬੱਚੇ, ਬਿਹਾਰ ਦੀ ਮੰਨ ਲਓ 1 ਲੱਖ ਕਰੋੜ ਰੁਪਇਆ, ਠੀਕ ਹੈ। ਹੁਣ ਸਭ ਤੋਂ ਜ਼ਿਆਦਾ GDP ਕਿਹਦੀ ਹੋਈ ਬੱਚੇ, ਗੁਜਰਾਤ ਦੀ, ਪਹਿਲੀ ਗੱਲ ਤਾਂ ਸਭ ਤੋਂ ਜ਼ਿਆਦਾ ਇਹ ਹੈ। ਤਾਂ ਇਹ ਕੀ ਕਹਿ ਰਿਹਾ, ਇਨਕਮ ਡਿਸਟੈਂਸ ਇਜ਼ ਦ ਡਿਸਟੈਂਸ ਆਫ GDP ਆਫ ਅ ਪਾਰਟੀਕੂਲਰ ਸਟੇਟ ਫਰੋਮ ਸਟੇਟ ਵਿਦ ਹਾਈਐਸਟ GDP। ਹਾਈਐਸਟ GDP ਕਿਹਦੀ ਹੈ ਬੱਚੇ, ਗੁਜਰਾਤ ਦੀ ਹੈ। ਜੇ ਹੁਣ ਮੈਨੇ ਬਿਹਾਰ ਦੀ ਬੱਚੇ ਇਨਕਮ ਡਿਸਟੈਂਸ ਫਾਈਂਡ ਕਰਨਾ ਹੈ ਤਾਂ ਮੈਂ ਦੇਖੂੰਗਾ ਕਿੰਨਾ ਗੈਪ ਹੈਗਾ ਬਿਹਾਰ ਦੀ GDP ਦੇ ਵਿੱਚ ਤੇ ਮੈਕਸਿਮਮ ਸਟੇਟ ਵਾਲੀ GDP ਦੇ ਵਿੱਚ, ਠੀਕ ਹੈ। ਕਿਹੜੀ ਸਟੇਟ ਦੀ ਮੈਕਸਿਮਮ GDP ਇੰਡੀਆ ਦੇ ਵਿੱਚ ਉਹ ਦੇਖੂੰਗਾ ਪਹਿਲਾਂ ਤਾਂ ਮੈਂ, ਫਿਰ ਦੇਖੂੰ ਕਿਹੜੀ ਸਟੇਟ ਦੀ ਮੈਨੇ ਫਾਈਂਡ ਕਰਨੀ ਹੈ ਇਨਕਮ ਡਿਸਟੈਂਸ, ਠੀਕ ਹੈ। ਤਾਂ ਬਿਹਾਰ ਮਤਲਬ ਕਿੰਨਾ ਦੂਰ ਹੈਗਾ ਇੱਕ ਅੱਛੇ ਸਟੇਟ ਤੇ ਪਹੁੰਚਣ ਵਾਸਤੇ, ਇੱਕ ਅੱਛੇ ਲੈਵਲ ਤੇ ਪਹੁੰਚਣ ਵਾਸਤੇ, ਤਾਂ 3% ਪੁਆਇੰਟ ਹਾਲੇ ਦੂਰ ਹੈਗਾ ਇਹ, ਜੇ 3 ਲੱਖ ਕਰੋੜ ਹਾਲੇ ਦੂਰ ਹੈ, ਕਿਉਂਕਿ ਬਿਹਾਰ ਦੀ ਜਿਹੜੀ ਆਪਣੀ ਕਿੰਨੀ ਆ ਉਹ 1 ਲੱਖ ਕਰੋੜ ਹੈ। ਸਭ ਤੋਂ ਜ਼ਿਆਦਾ ਕਿਹਦੀ ਹੈ, ਗੁਜਰਾਤ ਦੀ, ਉਹਦੀ ਕਿੰਨੀ ਹੈ, 4 ਲੱਖ ਕਰੋੜ ਹੈ। ਤਾਂ ਆਪਣੇ ਕੰਪੇਅਰ ਹਮੇਸ਼ਾ ਉਹਦੇ ਨਾਲ ਕਰਨਾ ਹੁੰਦਾ ਜਿਹੜੀ ਸਭ ਤੋਂ ਜ਼ਿਆਦਾ ਹੈ, ਠੀਕ ਹੈ। ਸਟੇਟ ਵਿਦ ਹਾਈਐਸਟ GDP ਨਾਲ ਆਪਾਂ ਕੰਪੇਅਰ ਕਰਨਾ ਹੈਗਾ, ਕਿਹੜੀ ਸਟੇਟ ਜਿਹਦੀ ਆਪਾਂ ਕੈਲਕੂਲੇਟ ਕਰ ਰਹੇ ਹਾਂ। ਜੇ ਮੈਂ ਪੰਜਾਬ ਦੀ ਗੱਲ ਕਰਾਂ, ਆਪਣਾ ਇਨਕਮ ਡਿਸਟੈਂਸ ਕਿੰਨਾ ਹੋਇਆ ਬੱਚੇ, ਆਪਣਾ ਹੋਇਆ 2 ਲੱਖ ਕਰੋੜ, ਕਿਉਂਕਿ ਆਪਾਂ 2 ਲੱਖ ਕਰੋੜ ਦੂਰ ਆ ਇਸ ਤੋਂ, ਠੀਕ ਹੈ। ਹਰਿਆਣਾ ਦਾ ਕਿੰਨਾ ਹੋਇਆ ਬੱਚੇ, ਸਿਰਫ 1 ਲੱਖ ਕਰੋੜ ਹੈ, ਕਿਉਂਕਿ ਸਿਰਫ ਉਹ 1 ਲੱਖ ਕਰੋੜ ਦੂਰ ਹੈ। ਜਾਂ ਜਿਹੜੀ ਵੀ ਸਟੇਟ ਦਾ ਤੁਸੀਂ ਫਾਈਂਡ ਕਰਨਾ ਬੱਚੇ ਇਨਕਮ ਡਿਸਟੈਂਸ, ਉਹਦੀ ਆਪਣੀ GDP
ਕੰਪੇਅਰ ਟੂ ਜਿਹੜੀ ਹਾਈਐਸਟ GDP ਹੈ, ਠੀਕ ਹੈ। ਤਾਂ ਜਿੰਨਾ ਡਿਫਰੈਂਸ ਆਇਆ ਉਹ ਤੁਹਾਡਾ ਇਨਕਮ ਡਿਸਟੈਂਸ ਹੋਏਗਾ, ਠੀਕ ਹੈ। ਤਾਂ ਇਹ ਵੀ ਇੱਕ ਕ੍ਰਾਈਟੇਰੀਆ ਕਿਉਂ ਬਣਦਾ ਬੱਚੇ, ਕਿਉਂਕਿ ਦੇਖੋ ਜਿਹੜੀ ਸਟੇਟ ਆਲਰੇਡੀ ਡਿਵੈਲਪ ਹੈ, ਇੰਨੀ ਜ਼ਿਆਦਾ GDP ਹੈ, ਉਹਨੂੰ ਪੈਸੇ ਦੀ ਕੀ ਲੋੜ ਹੈਗੀ। ਹੁਣ ਬਿਹਾਰ ਵਰਗਾ ਜਿਹੜਾ ਜਿਹਦੀ ਡਿਸਟੈਂਸ ਜ਼ਿਆਦਾ ਹੋਊਗਾ ਉਹਨੂੰ ਓਬਵੀਅਸਲੀ ਜ਼ਿਆਦਾ ਪੈਸੇ ਦੀ ਲੋੜ ਹੋਊਗੀ। ਇਸੇ ਕਰਕੇ ਬੱਚੇ ਇਹਦਾ ਕ੍ਰਾਈਟੇਰੀਆ, ਇਹਦੀ ਵੇਟੇਜ ਸਭ ਤੋਂ ਜ਼ਿਆਦਾ ਹੈ, ਠੀਕ ਹੈ। ਕਿ ਕੋਈ ਸਟੇਟ ਜਿੰਨਾ ਜ਼ਿਆਦਾ ਪੂਅਰ ਹੈ ਉਹਨੂੰ ਉਨਾ ਜ਼ਿਆਦਾ ਪੈਸਾ ਮਿਲਣਾ ਚਾਹੀਦਾ, ਓਬਵੀਅਸ ਜੀ ਗੱਲ ਹੈ, ਠੀਕ ਹੈ। ਜੇ ਗੁਜਰਾਤ ਕੋਲ ਆਲਰੇਡੀ ਇੰਨਾ ਪੈਸਾ, ਫਿਰ ਹੋਰ ਪੈਸੇ ਦਾ ਕੀ ਕਰੂਗੀ ਇਹ, ਬਿਹਾਰ ਨੂੰ ਪੈਸੇ ਦੀ ਲੋੜ ਹੈ, ਠੀਕ ਹੈ। ਤਾਂ ਜਿੰਨਾ ਜਿਹਦਾ ਡਿਸਟੈਂਸ ਜ਼ਿਆਦਾ, ਇਨਕਮ ਡਿਸਟੈਂਸ ਜਿੰਨਾ ਜ਼ਿਆਦਾ, ਉਨੀ ਉਸ ਸਟੇਟ ਨੂੰ ਪੈਸਾ ਮਿਲੂਗਾ। ਇਸੇ ਕਰਕੇ ਆਪਣਾ ਇਨਕਮ ਡਿਸਟੈਂਸ ਕ੍ਰਾਈਟੇਰੀਆ ਫਾਈਨਾਂਸ ਕਮਿਸ਼ਨ ਯੂਜ਼ ਕਰਦੀ ਹੈਗੀ ਹੈ, ਔਰ ਉਹ ਵੀ 45% ਵੇਟੇਜ ਦੇ ਨਾਲ, ਠੀਕ ਹੈ ਜੀ। ਇਹ ਕੁਛ ਬੱਚੇ ਗ੍ਰਾਫ ਹੈਗਾ ਕਾਹਦਾ, ਡਿਵਿਜ਼ੀਬਲ ਪੂਲ ਦਾ। ਕੀ ਮਤਲਬ ਵਿਦ ਟਾਈਮ ਜਿਹੜਾ ਆਪਾਂ ਪਰਸੈਂਟੇਜ ਹੈ ਕਿਵੇਂ ਕਿਵੇਂ ਚੇਂਜ ਹੋ ਰਹੀ ਹੈ। ਦੇਖੋ ਇਹ ਤਾਂ ਹੈਗੇ 41% ਜਿਹੜੀ 15th ਫਾਈਨਾਂਸ ਕਮਿਸ਼ਨ ਨੇ, ਤੇ ਆਪਾਂ ਨੇ ਵੀ ਦੇਖਿਆ ਕਿ ਪਹਿਲਾਂ ਵਾਲੀ ਫਾਈਨਾਂਸ ਕਮਿਸ਼ਨ ਨੇ ਕਿੰਨਾ ਕੀਤਾ ਬੱਚੇ, 42% ਕੀਤਾ ਸੀ। ਉਦੋਂ ਪਹਿਲਾਂ ਕਿੰਨਾ ਸੀ ਬੱਚੇ 13 ਦੇ ਵਿੱਚ 32%। ਤਾਂ ਇੱਥੇ ਕਾਫੀ ਵੱਡਾ ਚੇਂਜ ਆਇਆ ਸੀਗਾ, ਠੀਕ ਹੈ। ਸਿੱਧਾ ਹੀ 32 ਤੋਂ 42 ਹੋ ਗਿਆ ਸੀ, ਤੇ ਹੁਣ ਫਿਰ ਦੁਬਾਰਾ ਘਟਾਤਾ ਆਪਾਂ ਨੇ, ਠੀਕ ਹੈ। ਇਹ ਤੁਸੀਂ ਤਿੰਨ ਯਾਦ ਕਰ ਲਓ, 32, 42 ਤੇ 41। ਹੁਣ ਬੱਚੇ ਦੇਖੋ ਇਹ ਐਗਜ਼ੈਕਟਲੀ ਅਮਾਊਂਟ ਹੈਗੀ ਹੈ ਵੀ। ਦੇਖੋ ਮੈਂ ਤੁਹਾਨੂੰ ਕਿਹਾ ਸੀ ਵੀ ਸਿੰਪਲ ਮੋਦੀ ਨਹੀਂ ਡਿਸਾਈਡ ਕਰ ਸਕਦੇ ਵੀ ਕਿਹੜੀ ਸਟੇਟ ਨੂੰ ਕਿੰਨਾ ਦੇਣਾ ਹੈ, ਫਾਈਨਾਂਸ ਕਮਿਸ਼ਨ ਹੀ ਦੱਸਦੀ ਹੈ। ਆਪਣੇ ਹੋਰੀਜ਼ੋਨਟਲ ਰੈਵੋਲੂਸ਼ਨ ਦੀ ਗੱਲ ਕੀਤੀ ਸੀ ਨਾ ਵੀ ਕਿਹੜੀ ਸਟੇਟ ਨੂੰ ਕਿੰਨਾ ਕਿੰਨਾ ਪੈਸਾ ਦੇਣਾ ਹੈ, ਤਾਂ ਇਹ ਉਹੀ ਗ੍ਰਾਫ ਹੈਗਾ, ਇਹ ਉਹੀ ਟੇਬਲ ਨੇਗੇ ਵੀ ਕਿਹੜੀ ਸਟੇਟ ਨੂੰ ਕਿੰਨਾ ਕਿੰਨਾ ਪੈਸਾ ਮਿਲ ਰਿਹਾ। 14th ਫਾਈਨਾਂਸ ਕਮਿਸ਼ਨ ਕਿੰਨੀ ਦੇ ਰਹੀ ਸੀਗੀ, ਇੱਧਰ ਦੇਖੋ ਲੈਫਟ ਮੋਸਟ ਪੋਰਸ਼ਨ 'ਤੇ ਮੈਂ ਹਾਈਲਾਈਟ ਕਰ ਰਿਹਾ। 15th ਫਾਈਨਾਂਸ ਕਮਿਸ਼ਨ ਕਿੰਨਾ ਕਿੰਨਾ ਪੈਸਾ ਦੇ ਰਹੀ ਸੀਗੀ, ਠੀਕ ਹੈ। ਇਹ 2021 ਦਾ, ਇਹ 2021 ਦਾ, ਠੀਕ ਹੈ। ਤਾਂ ਇਹ ਵਾਲਾ ਜ਼ਿਆਦਾ ਇੰਪੋਰਟੈਂਟ ਹੈ, ਥਰਡ ਕੋਲਮ ਜ਼ਿਆਦਾ ਇੰਪੋਰਟੈਂਟ ਹੈ ਕਿ ਫਾਈਨਾਂਸ ਕਮਿਸ਼ਨ 15ਵੀਂ ਫਾਈਨਾਂਸ ਕਮਿਸ਼ਨ ਦੀ 2021 ਤੇ 26 ਦੇ ਵਿੱਚ ਵਾਸਤੇ ਕੀ ਰეკਮੈਂਡੇਸ਼ਨ ਹੈਗੀਆਂ, ਹਰ ਸਟੇਟ ਦੇ ਲਿਖਿਆ ਹੋਇਆ ਵਿੱਚ ਕਿੰਨੇ ਕਿੰਨੇ ਪੈਸੇ ਦੇਣੇ ਚਾਹੀਦੇ ਨੇਗੇ, ਠੀਕ ਹੈ। ਤਾਂ ਆਪਣੇ ਵਾਸਤੇ ਕੀ ਇੰਪੋਰਟੈਂਟ ਹੈ, ਪੰਜਾਬ ਦਾ, ਪੰਜਾਬ ਵਾਲਾ ਇਹੀ ਮੈंने ਜ਼ੂਮ ਕਰਕੇ ਲਿਖਿਆ ਹੋਇਆ ਬੱਚੇ, ਇਹ ਜ਼ੂਮ ਕਰਕੇ ਲਿਖਿਆ ਹੋਇਆ ਇੱਥੇ ਮੈंने ਪੰਜਾਬ ਵਾਲਾ ਪੋਰਸ਼ਨ, ਠੀਕ ਹੈ। ਤਾਂ ਪੰਜਾਬ ਨੂੰ ਰਾਜੇ ਪਹਿਲਾਂ 14th ਫਾਈਨਾਂਸ ਕਮਿਸ਼ਨ ਦਾ ਇਹ ਨੰਬਰ ਕਿਹਾ ਸੀ ਵੀ ਇੰਨੇ ਪਰਸੈਂਟੇਜ ਪੁਆਇੰਟ, ਠੀਕ ਹੈ। ਮਤਲਬ ਜਿੰਨਾ ਟੋਟਲ ਮੰਨ ਲਓ ਜੇ 100 ਕਰੋੜ ਦੇਣਾ ਹੈ ਸਾਰੀਆਂ ਸਟੇਟਸ ਨੂੰ, ਤਾਂ 100 ਕਰੋੜ ਦੇ ਵਿੱਚੋਂ ਬੱਚੇ 1.5 ਕਰੋੜ ਜਿਹੜਾ ਹੈਗਾ ਉਹ ਪੰਜਾਬ ਨੂੰ ਮਿਲੂਗਾ। ਇਹ ਸਾਰੇ ਰਾਜੇ 3 ਡਿਜਿਟ ਤੱਕ ਹੀ ਨੰਬਰ ਇੰਪੋਰਟੈਂਟ ਹੈਗਾ, ਠੀਕ ਹੈ। ਇਹ ਤਾਂ ਹੈਗਾ ਸੀ 14th ਫਾਈਨਾਂਸ ਕਮਿਸ਼ਨ ਦਾ, ਕਿ ਪਹਿਲਾਂ ਇੰਨਾ ਰეკਮੈਂਡ ਕਰਦੀ ਸੀ ਫਾਈਨਾਂਸ ਕਮਿਸ਼ਨ ਕਿ ਟੋਟਲ ਡਿਵਿਜ਼ੀਬਲ ਪੂਲ ਦਾ ਇੰਨਾ ਪੈਸਾ ਦੇਣਾ ਪਊਗਾ, ਠੀਕ ਹੈ। ਔਰ ਹੁਣ ਬੱਚੇ ਜਿਹੜੀ 15ਵੀਂ ਫਾਈਨਾਂਸ ਕਮਿਸ਼ਨ ਨੇ ਕੀ ਰეკਮੈਂਡ ਕੀਤਾ ਹੈ, ਆਪਣਾ ਸ਼ੇਅਰ ਵਧਾਇਆ ਹੈਗਾ, 1.807 ਕੀਤਾ, 807। ਇਹ ਇੱਥੋਂ ਤੱਕ ਹੀ ਇੰਪੋਰਟੈਂਟ ਹੈ, ਠੀਕ ਹੈ। 7 ਤੱਕ ਹੀ ਇੰਪੋਰਟੈਂਟ ਹੈ, ਯਾਦ ਕਰਨਾ ਨੰਬਰ ਐਗਜ਼ੈਕਟਲੀ, ਠੀਕ ਹੈ। ਬਹੁਤ ਬਹੁਤ ਇੰਪੋਰਟੈਂਟ ਹੈ। ਜਿਹੜਾ ਲਾਸਟ ਵਾਰੀ ਐਗਜ਼ਾਮ ਹੋਈ ਸੀ ਬੱਚੇ, ਉਹਦੇ ਇਹ ਨੰਬਰ ਬਹੁਤ ਕੋਟ ਹੁੰਦਾ ਸੀਗਾ। ਹੁਣ ਮੋਸਟ ਐਕਸਪੈਕਟਡ ਹੈ ਰਾਜੇ ਕਿ ਪੰਜਾਬ ਦੀ ਕੀ ਫਾਈਨਾਂਸ ਕਮਿਸ਼ਨ ਨੇ ਪੰਜਾਬ ਨੂੰ ਕਿੰਨਾ ਪੈਸਾ ਦੇਣ ਦੀ ਰეკਮੈਂਡੇਸ਼ਨ ਕੀਤੀ ਹੈ, ਤਾਂ ਉਹਦਾ ਆਨਸਰ ਆਏਗਾ ਰਾਜੇ 1.807। ਬਹੁਤ ਬਹੁਤ ਇੰਪੋਰਟੈਂਟ ਨੰਬਰ ਹੈ, ਠੀਕ ਹੈ। ਹੁਣ ਜਿਵੇਂ ਬੱਚੇ ਮੈਂ ਸੈਕਟਰ ਸਪੈਸੀਫਿਕ ਗ੍ਰਾਂਟ ਦੀ ਗੱਲ ਕਰ ਰਿਹਾ ਸੀ ਪਹਿਲਾਂ ਵੀ, ਹੈਲਥ ਨੂੰ ਇੰਨਾ ਪੈਸਾ ਦੇਣਾ ਜੀ, ਸਕੂਲ ਐਜੂਕੇਸ਼ਨ ਨੂੰ ਇੰਨਾ ਦੇਣਾ ਹੈ, ਹੈ ਨਾ, ਜੁਡੀਸ਼ਰੀ ਨੂੰ ਇੰਨਾ ਪੈਸਾ ਦੇਣਾ ਹੈ। ਤਾਂ ਇਹਨਾਂ ਨੂੰ ਆਪਾਂ ਕਹਿੰਦੇ ਬੱਚੇ ਸੈਕਟਰ ਸਪੈਸੀਫਿਕ ਗ੍ਰਾਂਟ, ਵੀ ਪਰਟੀਕੂਲਰ ਸੈਕਟਰ ਨੂੰ ਕਿੰਨਾ ਕਿੰਨਾ ਪੈਸੇ ਦੇਣੇ, ਠੀਕ ਹੈ। ਇਹ ਵੀ ਚੀਜ਼ਾਂ ਹੁਣ ਫਾਈਨਾਂਸ ਕਮਿਸ਼ਨ ਨੇ ਰეკਮੈਂਡ ਕੀਤੀਆਂ। ਕਿਹੜੀ ਫਾਈਨਾਂਸ ਕਮਿਸ਼ਨ ਨੇ ਰਾਜੇ, 15ਵੀਂ ਫਾਈਨਾਂਸ ਕਮਿਸ਼ਨ ਨੇ। 14ਵੀਂ ਫਾਈਨਾਂਸ ਕਮਿਸ਼ਨ ਦੇ ਵਿੱਚ ਸੈਕਟਰ ਸਪੈਸੀਫਿਕ ਗ੍ਰਾਂਟ ਨਹੀਂ ਸੀਗੀਆਂ, ਇਹ ਵੀ ਧਿਆਨ ਰੱਖਣਾ ਤੁਸੀਂ, ਠੀਕ ਹੈ ਬੱਚੇ। ਇਹ ਆਪਣਾ ਸਾਰਾ ਸੀਗਾ ਬੱਚੇ ਬਜਟ ਵਾਲਾ ਪੋਰਸ਼ਨ। ਬਜਟ ਆਪਣੇ ਕਰ ਲਿਆ ਬੱਚੇ, ਠੀਕ ਹੈ। ਤੇ ਉਦੋਂ ਬਾਅਦ 'ਚੋਂ ਆਪਣੇ GST ਵਗੈਰਾ ਵੀ ਟੈਕਸੇਸ਼ਨ ਕਰ ਲਈ, ਤੇ ਟੈਕਸੇਸ਼ਨ ਤੋਂ ਬਾਅਦ ਆਪਣੇ 15ਵੀਂ ਫਾਈਨਾਂਸ ਕਮਿਸ਼ਨ ਦੇ ਰეკਮੈਂਡੇਸ਼ਨ ਵੀ ਕਰ ਲਈਆਂ, ਠੀਕ ਹੈ ਬੱਚੇ। ਇਹਦੇ ਨਾਲ ਆਪਣਾ ਬਜਟ ਵਾਲਾ ਪਿਲਰ ਜਿਹੜਾ ਕੰਪਲੀਟ ਹੋ ਜਾਂਦਾ ਹੈ। ਨੈਕਸਟ ਜਿਹੜਾ ਪਿਲਰ ਆਪਣਾ ਹੋਏਗਾ ਬੱਚੇ GDP ਦਾ ਹੋਏਗਾ, ਠੀਕ ਹੈ। GDP ਦੀ ਕੈਲਕੂਲੇਸ਼ਨ ਇਹ ਸਭ ਉਹ ਸਭ ਕਰਾਂਗੇ ਆਪਾਂ, ਠੀਕ ਹੈ। ਚਲੋ ਫਿਰ ਆਈ ਹੋਪ ਬੱਚੇ ਕਲੀਅਰ ਹੋ ਗਿਆ ਹੋਣਾ। ਤਾਂ ਕਦੇ ਵੀ ਜਦੋਂ ਕਲੀਅਰ ਨਹੀਂ ਹੁੰਦਾ ਬੱਚੇ, ਵੀਡੀਓ ਨੂੰ ਦੁਬਾਰਾ ਦੇਖ ਲਿਆ ਕਰੋ, ਚੀਜ਼ਾਂ 99% ਕਲੀਅਰ ਹੋ ਜਾਣਗੀਆਂ ਤੁਹਾਡੇ, ਠੀਕ ਹੈ। ਚਲੋ ਫਿਰ ਮਿਲਦੇ ਹਾਂ ਨੈਕਸਟ ਵਿੱਚ, ਟੇਕ ਕੇਅਰ ਬੱਚੇ, ਓਕੇ।